ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਅੱਜ ਇੱਕ ਵਾਰੀ ਫੇਰ ਸੋਮਵਾਰ ਨੂੰ ਤੁਹਾਡੇ ਲਈ ਇਹ ਜਿਹੜਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਜਿਸ ਦੇ ਵਿੱਚ ਟੈਕਨੋਲੋਜੀ ਤਕਨੀਕ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਜਿਹੜੀਆਂ ਉਹ ਕਰਦੇ ਹਾਂ, ਜੋ ਇਸ ਟਾਈਮ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਕੰਮ ਚੱਲ ਰਿਹਾ ਆ, ਜਿਸ ਦੇ ਉੱਤੇ ਚਰਚਾ ਚੱਲ ਰਹੀ ਆ, ਜਾਂ ਜਿਸ ਦੇ ਉੱਤੇ ਇਸ ਟਾਈਮ ਇਨਵੈਸਟਮੈਂਟਸ ਜਿਹੜੀਆਂ ਉਹ ਹੋ ਰਹੀਆਂ ਆ, ਲੋਕ ਦੁਨੀਆ ਜਿਸ ਪਾਸੇ ਵੱਲ ਨੂੰ ਵੱਧ ਰਹੇ ਉਸ ਨੂੰ ਲੈ ਕੇ ਆਪਾਂ ਗੱਲਬਾਤ ਕਰਦੇ ਹਾਂ। ਮੇਰੇ ਨਾਲ ਪੰਜਾਬੀ ਟੈਕ ਟਾਕ ਦੇ ਵਿੱਚ ਜੁੜ ਚੁੱਕੇ ਨੇ ਹਰਵਿੰਦਰ ਸਿੰਘ ਕੰਗ ਜੀ। ਸਵਾਗਤ ਹੈ ਹਰਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨਵੀਰ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਤਿਕਾਰਤ ਤੇ ਮਾਣਯੋਗ ਸਰੋਤਿਆਂ ਨੂੰ ਨਿੱਘਾ ਜੀ ਆਇਆਂ ਇਸ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਸੋ ਪੰਜਾਬੀ ਦੇ ਵਿੱਚ ਟੈਕਨੋਲੋਜੀ ਦੀਆਂ ਟੈਕ ਦੀ ਜਿਹੜੀ ਉਹ ਗੱਲਬਾਤ ਕਰਦੇ ਹਾਂ। ਟੈਕ ਦੀ ਦੁਨੀਆ ਹਰਵਿੰਦਰ ਬਹੁਤ ਵਿਸ਼ਾਲ ਜਿਹੜੀ ਉਹ ਇਸ ਟਾਈਮ ਹੋ ਚੁੱਕੀ ਆ। ਦੁਨੀਆ ਦੀ ਜਿਹੜੀ ਟੇਕ ਆ ਟੈਕਨੋਲੋਜੀ ਦੇ ਉੱਤੇ ਬਹੁਤ ਅੱਜ ਤੋਂ ਨਹੀਂ ਕਦ ਤੋਂ ਜਿਹੜਾ ਉਹ ਆਪਾਂ ਦੇਖਦੇ ਆ ਰਹੇ ਹਾਂ। ਨਵੀਆਂ ਕਾਢਾਂ, ਨਵੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ ਆ। ਪਿਛਲੇ ਕੁਝ ਪ੍ਰੋਗਰਾਮਾਂ ਦੇ ਵਿੱਚ ਆਪਾਂ ਗੱਲਬਾਤ ਕੀਤੀ ਸੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ, ਜੀ ਉਹਦਾ ਕੀ ਆ, ਉਸੇ ਦਾ ਹੀ ਇੱਕ ਆਪਾਂ ਵਰਕ ਕੇਸ ਕਹਿ ਸਕਦੇ ਹਾਂ, ਜਾਂ ਉਸੇ ਦੀ ਇੱਕ ਐਪਲੀਕੇਸ਼ਨ ਜਿਸ ਨੇ ਇਸ ਟਾਈਮ ਬਹੁਤ ਸੁਰਖੀਆਂ ਬਟੋਰੀਆਂ ਆ, ਜੀ ChatGPT। ਅੱਜ ਆਪਾਂ ਉਸ ਦੀ ਜਿਹੜੀ ਡੂੰਘਾਈ ਦੇ ਵਿੱਚ ਜਾਣ ਦੀ ਗੱਲਬਾਤ ਕਰਾਂਗੇ। ਕੀ ਆ ChatGPT, ਕਿੱਦਾਂ ਕੰਮ ਕਰਦੀ ਆ, ਕੀ ਇਸ ਦੀ ਵਰਤੋਂ ਆ, ਸਿੱਖਾਂ ਦੇ ਨਾਲ ਸੰਬੰਧਿਤ ਕਿੱਦਾਂ ChatGPT ਨੂੰ ਆਪਾਂ ਦੇਖਿਆ ਜਾ ਰਿਹਾ ਹੈ, ਉਸ ਦੇ ਉੱਤੇ ਜਿਹੜੀ ਗੱਲ ਕਰਾਂਗੇ। ਫਿਰ ਪ੍ਰੋਗਰਾਮ ਦੇ ਅਖੀਰਲੇ ਹਿੱਸੇ 'ਚ ਬ੍ਰੇਕ ਤੋਂ ਬਾਅਦ 'ਚ ਗੱਲਬਾਤ ਕਰਾਂਗੇ ਟੈਕਨੋਲੋਜੀ ਦੇ ਨਾਲ ਸੰਬੰਧਿਤ ਜੋ ਗਤੀਵਿਧੀਆਂ ਚੱਲ ਰਹੀਆਂ, ਜੋ ਖਬਰਾਂ ਚੱਲ ਰਹੀਆਂ ਉਸ ਦੇ ਉੱਤੇ। ਸੋ ਇਹ ਸਾਡੀ ਅਸੀਂ ਆਉਣ ਵਾਲੇ ਸਮੇਂ 'ਚ ਵੀ ਇੱਦਾਂ ਹੀ ਕੋਸ਼ਿਸ਼ ਕਰਾਂਗੇ ਵੀ ਟੈਕਨੋਲੋਜੀ ਦੇ ਉੱਤੇ ਗੱਲਬਾਤ ਕਰਕੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਲੇਟੈਸਟ ਨਿਊਜ਼ ਚੱਲ ਰਹੀਆਂ ਟੈਕਨੋਲੋਜੀ ਦੀਆਂ ਉਸ ਉੱਤੇ ਚਰਚਾ ਕਰੀਏ। ਸੋ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਆਪਾਂ ਹਰਵਿੰਦਰ ChatGPT, ਜਿਸ ਨੇ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਬਹੁਤ ਜ਼ਿਆਦਾ ਸੁਰਖੀਆਂ ਬਟੋਰੀਆਂ। ਹਰ ਇੱਕ ਜਾਣਾ ਜਿਹੜਾ ਟੈਕਨੋਲੋਜੀ ਦੇ ਖੇਤਰ 'ਚ ਆ ਉਹ ਤਾਂ ਉਸ ਤੋਂ ਜਾਣੂ ਹੀ ਆ, ਉਸ ਤੋਂ ਵਾਕਿਫ ਹੀ ਆ, ਤੇ ਪਰ ਆਮ ਲੋਕਾਂ ਦੇ ਵਿੱਚ ਵੀ ਇਹ ਨਾਮ ਪਹੁੰਚ ਰਿਹਾ ਆ। ਦੱਸਿਆ ਜਾਵੇ ਵੀ ਇਹ ਕੀ ਆ ChatGPT, ਕੀ ਇਹ ਹੈਗਾ ਆ ਤੇ ਕੰਮ ਕਿੱਦਾਂ ਕਰਦੀ ਆ, ਜੇ ਆਪਾਂ ਉਸ ਤੋਂ ਸ਼ੁਰੂ ਕਰੀਏ ਤਾਂ। ਜੀ ਧੰਨਵਾਦ ਰਾਜਕਰਨ। ਸਹੀ ਗੱਲ ਆ, ਪਿਛਲੇ ਕੁਝ ਸਮੇਂ ਤੋਂ ਹੀ ChatGPT ਜਿਹੜੇ ਵੀ ਥੋੜਾ ਬਹੁਤਾ ਟੈਕਨੋਲੋਜੀ ਦੇ ਨਾਲ ਰਿਲੇਟਡ ਆ ਜਾਂ ਸਮਝਦੇ ਆ, ਉਹਨਾਂ ChatGPT ਦਾ ਨਾਮ ਜ਼ਰੂਰ ਸੁਣਿਆ ਹੋਏਗਾ। ਇੰਨੀ ਜ਼ਿਆਦਾ ਡਿਸਰਪਟਿਵ ਇਹ ਐਪਲੀਕੇਸ਼ਨ ਕਹਿ ਲਓ ਆਈ ਆ। ਸੋ ਬੇਸਿਕਲੀ ChatGPT ਜਿਹੜੀ ਆ, ਆਪਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਗੱਲ ਕਰਦੇ ਹਾਂ। ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਬੇਸ ਦੇ ਉੱਤੇ ਇੱਕ ਚੈਟਬੋਟ ਆ। ਚੈਟਬੋਟ ਦਾ ਮਤਲਬ ਕਿ ਜਿਹਦੇ ਨਾਲ ਤੁਸੀਂ ਪਿਛਲੀ ਵਾਰ ਅਸੀਂ ਗੱਲ ਕੀਤੀ ਸੀ ਨਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਕੀ ਮਤਲਬ ਹੁੰਦਾ। ਸੋ ਇਹ ਆ ਕਿ ਜਿਹੜੇ ਕੰਮ ਹਿਊਮਨ ਨੇ ਕਰਨੇ ਹੁੰਦੇ, ਬੰਦਿਆਂ ਨੇ ਕਰਨੇ ਹੁੰਦੇ, ਉਹ ਮਸ਼ੀਨ ਤੁਹਾਡੇ ਲਈ ਕਰਦੀ ਆ। ਸੋ ਚੈਟਬੋਟ ਦਾ ਮਤਲਬ ਇਹ, ਤੁਸੀਂ ਕਿਸੇ ਨਾਲ ਚੈਟ ਕਰਦੇ ਹੋ। ਮੰਨ ਲਓ ਮੈਂ ਰਾਜਕਰਨਵੀਰ ਨਾਲ ਚੈਟ ਕਰ ਰਿਹਾ। ਰਾਜਕਰਨਵੀਰ, ਤੁਸੀਂ ਰੇਡੀਓ ਦੇ ਮਾਹਰ ਹੋ, ਤੁਸੀਂ ਮੈਨੂੰ ਕੋਈ ਰੇਡੀਓ ਦੇ ਸੰਬੰਧ ਦੇ ਵਿੱਚ ਗੱਲ ਦੱਸੋ ਤੇ ਤੁਸੀਂ ਮੈਨੂੰ ਅੱਗੋਂ ਉਹਦਾ ਜਵਾਬ ਦਿੰਦੇ ਹੋ। ਇਸੇ ਤਰ੍ਹਾਂ ਜਿਹੜੀ ਚੈਟਬੋਟ ਆ, ਉਹਦੇ ਤੋਂ ਅਸੀਂ ਕੋਈ ਸਵਾਲ ਪੁੱਛ ਸਕਦੇ ਹੋ, ਸਾਨੂੰ ਉਹਦਾ ਜਵਾਬ ਦੇ ਦਿੰਦੀ ਆ, ਹੈ ਨਾ ਚੈਟਬੋਟ। ਇਹ OpenAI ਕਰਕੇ ਇੱਕ ਕੰਪਨੀ ਆ, ਉਹਨੇ ਨਵੰਬਰ 2022 ਦੇ ਵਿੱਚ ਰਿਲੀਜ਼ ਕੀਤਾ। ਤਕਰੀਬਨ 6 ਮਹੀਨੇ ਵੀ ਨਹੀਂ ਹੋਏ ਤੇ ਉਹਨੇ ਸਾਰੀ ਦੀ ਸਾਰੀ ਇੰਡਸਟਰੀ ਨੂੰ ਦੇ ਵਿੱਚ ਇਹਨੇ ਧੁੰਮਾਂ ਪਾਈਆਂ, ਕਿਉਂਕਿ ਉਹਦੀ ਜਿਹੜੀ ਐਕੂਰੇਸੀ ਆ ਉਹ ਕਾਫੀ ਹੱਦ ਤੱਕ ਜਿਹੜੀ ਆ ਬਹੁਤ ਵਧੀਆ। ਨੰਬਰ 1 ਤਾਂ ਐਕੂਰੇਸੀ ਹੈ, ਨੰਬਰ 2 ਦੇ ਉੱਤੇ ਉਹਦੀ ਚੀਜ਼ਾਂ ਨੂੰ ਆਰਟੀਕੂਲੇਸ਼ਨ ਕਰਨ ਦੀ, ਮਤਲਬ ਵੀ ਤੁਸੀਂ ਉਹਦੇ ਕੋਲ ਕੋਈ ਸਵਾਲ ਪੁੱਛਦੇ ਹੋ ਜਿਸ ਤਰੀਕੇ ਨਾਲ ਉਹ ਜਵਾਬ ਤੁਹਾਨੂੰ ਦਿੰਦਾ ਵਾ, ਹੈ ਨਾ। ਤੇ ਉਹਦੀ ਜਿਹੜੀ ਐਕੂਰੇਸੀ ਆ ਬਹੁਤ ਹੱਦ ਤੱਕ ਉਹ ਵਧੀਆ। ਸੋ ਉਹਦੇ ਕਰਕੇ ਸਾਰੀ ਦੀ ਸਾਰੀ ਜਿਹੜੀ ਟੈਕਨੋਲੋਜੀ ਉਹਨੂੰ ਉਹਨੇ ਡਿਸਰਪਟ ਕੀਤਾ। ਜਾਂ ਮੋਟੇ ਤੌਰ ਦੇ ਉੱਤੇ ਇਹ ਕਹਿ ਲਓ ਕਿ ਲੇਮੈਨ ਅੱਖਰਾਂ ਦੇ ਵਿੱਚ, ਕਿ ਜੇ ਤੁਸੀਂ ਗੂਗਲ ਸਰਚ ਕਰਦੇ ਹੋ, ਹੈ ਨਾ, ਤੇ ਤੁਹਾਡੇ ਕੋਲ ਗੂਗਲ ਤੋਂ ਕੋਈ ਸਵਾਲ ਪੁੱਛਦੇ ਹੋ। ਅੱਜ ਗੂਗਲ ਸਰਚ ਕਾਫੀ ਪੋਪੂਲਰ ਹੈ, ਮਾਈਕਰੋਸਾਫਟ ਦੀ ਬਿੰਗ ਆ, ਹੋਰ ਵੀ ਹੈਗੀਆਂ। ਪਰ ਜਦੋਂ ਤੁਸੀਂ ChatGPT ਨੂੰ ਪੁੱਛਦੇ ਹੋ ਤੇ ਜਦੋਂ ਤੇ ਉਹ ਜਿਹੜੀ ਇਨਫੋਰਮੇਸ਼ਨ ਬਹੁਤ ਜ਼ਿਆਦਾ ਫਿਲਟਰਡ ਇਨਫੋਰਮੇਸ਼ਨ, ਉਹ ਤੁਹਾਡੇ ਐਕੂਰੇਟ ਇਨਫੋਰਮੇਸ਼ਨ ਵੱਧ ਤੋਂ ਵੱਧ ਕੋਸ਼ਿਸ਼ ਹੋ ਸਕੇ ਤੁਹਾਡੇ ਤੱਕ ਪਹੁੰਚਾਉਂਦੀ ਆ। ਇਹਨੂੰ ਇੱਕ ਟੈਕਨੋਲੋਜੀ ਦੇ ਮਾਹਰ ਨੇ ਇੱਕ ਗੱਲ ਕਹੀ ਸੀ ਕਿ ਜਿਹੜਾ ChatGPT ਤੇ ਗੂਗਲ ਸਰਚ ਦੇ ਵਿੱਚ ਫਰਕ ਕੀ ਆ, ਉਹ ਤੋਂ ਸ਼ਾਇਦ ਸਾਰੀ ਗੱਲ ਸਮਝ ਆ ਜਾਏ ਕਿ ਜਿਹੜਾ ChatGPT ਆ ਉਹ ਸਿਗਨਲ ਤੁਹਾਡੇ ਕੋਲ ਲੈ ਕੇ ਆਉਂਦਾ ਨੋਇਸ ਨੂੰ ਫਿਲਟਰ ਕਰਕੇ। ਜਦੋਂ ਤੁਸੀਂ ਗੂਗਲ ਸਰਚ ਕਰਦੇ ਹੋ, ਲੱਖਾਂ ਸਰਚ ਤੁਹਾਡੇ ਸਾਹਮਣੇ ਆ ਜਾਂਦੀਆਂ, ਹੈ ਨਾ। ਕਿੰਨਾ ਟਾਈਮ ਤੁਸੀਂ ਲਾ ਕੇ ਪੜ੍ਹਦੇ ਹੋ, ਉਹਦੇ ਵਿੱਚ
ਇਨਫੋਰਮੇਸ਼ਨ ਉਹਦੇ ਕੋਲ ਲੈਂਦੇ ਹੋ, ਜਦ ਕਿ ਚੈਟ ਜੀਪੀਟੀ ਜਿਹੜੀ ਆ ਉਹ ਤੁਹਾਨੂੰ ਸਾਰੀ ਦੀ ਸਾਰੀ ਨੌਲੇਜ ਨੂੰ ਇੱਕ ਫਿਲਟਰ ਕਰਕੇ ਐਕੂਰੇਟ ਇਨਫੋਰਮੇਸ਼ਨ ਜਿਹੜੀ ਉਹ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੀ ਆ। ਸੋ ਤੁਸੀਂ ਇਹ ਵੇਖੋ ਕਿ ਕਿੰਨਾ ਆਪਟੀਮਾਈਜ਼ ਹੋ ਗਿਆ ਚੀਜ਼ਾਂ ਨੂੰ ਲੱਭਣਾ ਸੌਖਾ ਕਰ ਦਿੱਤਾ ਜੀ। ਮੈਂ ਪ੍ਰੋਗਰਾਮ ਕਰ ਰਿਹਾ ਹਰਵਿੰਦਰ, ਤੇ ਮੈਂ ਜੀ ਚੈਟ ਜੀਪੀਟੀ ਇੱਕ ਸਾਈਟ ਤੇ ਨਾਲ ਖੋਲਦੀ ਆ, ਮੈਂ ਉਸੇ ਨੂੰ ਹੀ ਪੁੱਛਿਆ ਵੀ ਕੀ ਹੈ ਚੈਟ ਜੀਪੀਟੀ। ਜੀ ਉਹ ਖੁਦ ਆਪਣੀ ਜਿਹੜੀ ਉਹ ਦੱਸਦੀ, ਜਿੱਦਾਂ ਤੁਸੀਂ ਕਹਿੰਦਾ ਇਹ ਬਹੁਤ ਵਧੀਆ ਐਗਜ਼ਾਮਪਲ ਆ। ਹੁਣ ਮੈਂ ਜੇ ਜੀ ਗੂਗਲ ਤੇ ਸਰਚ ਕਰਦਾ ਵਾਟ ਇਜ਼ ਚੈਟ ਜੀਪੀਟੀ, ਮੇਰੇ ਮੋਰੇ ਸੈਂਕੜੇ ਜਿਹੜੇ ਲਿੰਕ ਆ ਜੀ ਜਾਣ ਜੀ ਵੀ ਉਹਨਾਂ ਵਿੱਚੋਂ ਮੇਰੀ ਮਰਜ਼ੀ ਹੈ ਮੈਂ ਕਿਹਦੇ ਜਿਹੜਾ ਉਹ ਦੇਖਾਂ। ਹੁਣ ਇਹ ਬੌਟ ਆ, ਇਹ ਬੋਲਣ ਵਾਲਾ ਆ, ਇਹਨੇ ਇਹਦੇ ਵਿੱਚੋਂ ਜਿਹੜਾ ਉਹ ਮੇਨ ਕੰਸੈਂਸਸ ਆਨਸਰ ਜਿਹੜਾ ਹੈਗਾ ਆ, ਜਾਂ ਜੋ ਇਹਦੇ ਹਿਸਾਬ ਦੇ ਨਾਲ ਪ੍ਰਸਾਈਸ ਜਾਂ ਠੀਕ ਆਨਸਰ ਆ, ਉਹਨੇ ਮੋਰੇ ਦੱਸ ਦੇਣਾ। ਹੁਣ ਕਹਿੰਦਾ ਆਪ ਕਹਿੰਦਾ ਵੀ ਚੈਟ ਜੀਪੀਟੀ ਲਾਰਜ ਲੈਂਗੁਏਜ ਮਾਡਲ ਆ ਜਿਹੜਾ ਟ੍ਰੇਨ ਕੀਤਾ ਗਿਆ ਹੈ ਓਪਨ ਏਆਈ ਦੇ ਨਾਲ। ਜੀਪੀਟੀ ਕੀ ਹੈ? ਜਨਰੇਟਿਵ ਪ੍ਰੀ ਟ੍ਰੇਨਡ ਟਰਾਂਸਫਾਰਮਰ ਆਰਕੀਟੈਕਚਰ ਆ, ਜਿਸ ਦੇ ਆਧਾਰ ਦੇ ਉੱਤੇ ਆਪਾਂ ਨੂੰ ਜਿਹੜੇ ਉਹ ਆਨਸਰ ਦਿੰਦੇ ਆ। ਤੁਸੀਂ ਆਪਣੀ ਬੋਲੀ ਦੇ ਵਿੱਚ ਪੁੱਛੋ। ਇਹ ਬਹੁਤ ਇੰਪੋਰਟੈਂਟ ਚੀਜ਼ ਆ, ਆਪਾਂ ਇਸ ਦੇ ਉੱਤੇ ਵੀ ਬਾਅਦ ਚ ਜਿਹੜੀ ਉਹ ਗੱਲ ਕਰਦੇ ਆ। ਜੀ ਪਰ ਚੈਟ ਜੀਪੀਟੀ ਜਿਹੜੀ ਓਪਨ ਏਆਈ, ਜਿਸ ਦੇ ਵਿੱਚ ਬਿਲੀਅਨਸ ਆਫ ਡਾਲਰ ਦੀ ਇਨਵੈਸਟਮੈਂਟ, ਆਪਾਂ ਜੇ ਗਲਤ ਨਹੀਂ ਆ ਤਾਂ ਹਰਵਿੰਦਰ ਮਾਈਕਰੋਸਾਫਟ ਵਾਲਿਆਂ ਨੇ ਜਿਹੜੀ ਉਹ ਜ਼ਿਆਦਾ ਕੀਤੀ ਹੈ ਇਹਦੇ ਵਿੱਚ। ਜੀ 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 ਸੋ ਜੀ ਹਾਂਜੀ ਸੋ ਅੱਜ ਦੇ ਦਿਨ ਦੇ ਵਿੱਚ ਅਸੀਂ ਹੁਣ ਅਪ੍ਰੈਲ ਦੇ ਅਖੀਰ ਵਿੱਚ ਬੈਠੇ ਹਾਂ। ਅੱਜ ਦੇ ਦਿਨ ਦੇ ਵਿੱਚ ਇਹਦੀ ਇਵੈਲੂਏਸ਼ਨ ਆ, ਕਿਉਂਕਿ ਇਹ ਐਡਾ ਯੂਜ਼ਫੁਲ ਟੂਲ ਆ, ਇਹਦਾ ਲਾਹੇਵੰਦ ਆ ਵੱਖ-ਵੱਖ ਤਰੀਕਿਆਂ ਦੇ ਵਿੱਚ। ਉਹਦੇ ਬਾਰੇ ਕੇ ਗੱਲ ਕਰਾਂਗੇ। ਇਹਦੀ ਇਵੈਲੂਏਸ਼ਨ ਅੱਜ ਟਾਈਮ ਤੇ ਰਾਜ ਕਰਨ 29 ਬਿਲੀਅਨ ਆ। ਸੋ ਤੁਹਾਡੀ ਗੱਲ ਸਹੀ ਆ, ਮਾਈਕਰੋਸਾਫਟ ਨੇ ਕਾਫੀ ਇਹਦੇ 'ਚ ਇਨਵੈਸਟ ਕੀਤਾ, ਹੋਰਾਂ ਨੇ ਵੀ ਕੀਤਾ, ਤੇ 6 ਮਹੀਨਿਆਂ ਦੇ ਵਿੱਚ ਇਹਦੀ ਜਿਹੜੀ 29 ਬਿਲੀਅਨ ਵੈਲੂਏਸ਼ਨ ਜਿਹੜੀ ਆ ਇਹਦੀ ਹੋ ਗਈ ਆ। ਸੋ ਉਹਦੇ ਸੰਬੰਧ ਦੇ ਵਿੱਚ ਇਹ ਦੇਖੋ ਕਿ ਕਿੰਨੀ ਇੰਪੋਰਟੈਂਟ ਫਿਊਚਰ ਦੀ ਆਪਣੀ ਐਪ ਆ। ਆਪਾਂ ਲਾਸਟ ਟਾਈਮ ਵੀ ਥੋੜੀਆਂ ਬਹੁਤੀਆਂ ਗੱਲਾਂ ਕੀਤੀਆਂ ਸੀਗੀਆਂ ਵੀ ਕਿੱਦਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਐਗਜ਼ਾਮਪਲਸ ਜਿਹੜੀਆਂ ਉਹ ਲਈਆਂ ਸੀਗੀਆਂ। ਸੋ ਇਹ ਬੌਟ ਤੁਹਾਨੂੰ ਜਿਹੜੀਆਂ ਗੱਲਾਂ ਕਰਕੇ ਤੁਸੀਂ ਉਹਨੂੰ ਸਵਾਲ ਪੁੱਛੋ, ਉਸਦੇ ਜਿਹੜੇ ਉੱਤਰ ਦਿੰਦਾ ਆ। ਇਹਦੀ ਇੱਕ ਚੀਜ਼ ਆ ਜਿਹੜੀ ਚੈਟ ਜੀਪੀਟੀ, ਇਹ ਰੀਅਲ ਟਾਈਮ ਨਹੀਂ ਆ। ਇਹ ਆਪਾਂ ਜਿਹੜੇ ਆਪਣੇ ਸਰੋਤਿਆਂ ਨੂੰ ਦੱਸ ਦਈਏ, ਰੀਅਲ ਟਾਈਮ ਦਾ ਕੀ ਮਤਲਬ ਆ ਵੀ ਜੋ ਅੱਜ ਤੱਕ ਘਟ ਚੁੱਕਾ ਆ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਨਹੀਂ ਇਸਨੇ ਰੱਖਣਾ। ਇਹਨਾਂ ਨੇ ਸਤੰਬਰ 2021 ਕੱਟ ਆਫ ਡੇਟ ਰੱਖੀ ਆ। ਜੋ ਉਸ ਤੋਂ ਪਹਿਲਾਂ ਪਿੱਛੇ ਹੋਇਆ, ਜੋ ਇੰਟਰਨੈਟ ਤੇ ਬੇਸਿਕਲੀ ਅਵੇਲੇਬਲ ਆ, ਜੋ ਇਸ ਦੇ ਇੰਜਨ ਦੇ ਵਿੱਚ ਪਾਇਆ ਗਿਆ ਆ, ਉਹਦੇ ਵਿੱਚੋਂ ਹੀ ਇਹਨੇ ਤੁਹਾਨੂੰ ਜਿਹੜਾ ਆਨਸਰ ਆ ਉਹ ਕੁੱਕ ਕਰਕੇ ਜਿਹੜਾ ਉਹ ਤੁਹਾਨੂੰ ਦੇਣਾ ਆ, ਉਹ ਤੁਹਾਡੇ ਸਾਹਮਣੇ ਜਿਹੜਾ ਉਸਨੇ ਪੇਸ਼ ਕਰਨਾ ਆ। ਅਜੇ ਜਦੋਂ ਓਪਨ ਏਆਈ ਨੇ ਇਸ ਨੂੰ ਪੇਸ਼ ਕੀਤਾ ਤਾਂ ਉਦੋਂ ਕਹਿੰਦੇ ਸੀ ਵੀ ਅਸੀਂ ਰੀਅਲ ਟਾਈਮ ਨਹੀਂ ਇਸ ਨੂੰ ਰੱਖਣਾ ਚਾਹੁੰਦੇ, ਕਿਉਂਕਿ ਅੱਜ ਦੇ ਜ਼ਮਾਨੇ ਦੇ ਵਿੱਚ ਹਰਵਿੰਦਰ ਇੱਕ ਪ੍ਰੋਬਲਮ ਇਹ ਵੀ ਆ ਵੀ ਗਲਤ ਇਨਫੋਰਮੇਸ਼ਨ ਬਹੁਤ ਆ, ਮਿਸ ਇਨਫੋਰਮੇਸ਼ਨ, ਡਿਸ ਇਨਫੋਰਮੇਸ਼ਨ ਬਹੁਤ ਆ। ਇਹ ਇੱਕ ਵੱਡਾ ਚੈਲੰਜ ਚੈਟ ਜੀਪੀਟੀ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਹੋਵੇਗਾ ਵੀ ਕਿੱਦਾਂ ਕਿਵੇਂ ਕੀ ਕੁਛ ਜਿਹੜਾ ਰੱਖਣਾ ਹੈ ਤੇ ਕਿਹੜੀ ਚੀਜ਼ ਰੱਖਣੀ ਹੈ ਕਿਹੜੀ ਨਹੀਂ ਆ। ਤੁਸੀਂ ਇਸ ਦੇ ਨਾਲ ਹਰ ਤਰ੍ਹਾਂ ਦੀ ਇਮੋਸ਼ਨਲ ਗੱਲ ਤੋਂ ਲੈ ਕੇ ਟੈਕਨੋਲੋਜੀ ਦੀ ਗੱਲਬਾਤ, ਕੁਛ ਸਿੱਖਣਾ ਆ, ਕੁਛ ਪੁੱਛਣਾ ਆ, ਕੁਛ ਆਪਣੇ ਮਨ ਦੇ ਵਿਚਾਰ ਇਹਦੇ ਨਾਲ ਸ਼ੇਅਰ ਕਰਨੇ, ਤੇ ਤੁਹਾਡੇ ਨਾਲ ਜਿਹੜੀ ਇੱਕ ਹਿਸਾਬ ਦੇ ਨਾਲ ਜਿੱਦਾਂ ਇੱਕ ਇਨਸਾਨ ਗੱਲ ਕਰ ਰਿਹਾ, ਉਹ ਮਕਸਦ ਇਹਨਾਂ ਦਾ ਇਹੀ ਹੈ ਚੈਟ ਜੀਪੀਟੀ ਦਾ, ਵੀ ਤੁਹਾਨੂੰ ਲੋਕਾਂ ਦੀ ਨਹੀਂ ਇਹਦੀ ਲੋੜ ਪਵੇ, ਇਹਦੇ ਤੋਂ ਹੀ ਤੁਸੀਂ ਜਿਹੜਾ ਉਹ ਵੱਧ ਤੋਂ ਵੱਧ ਆਨਸਰ ਜਿਹੜੇ ਉਹ ਤੁਸੀਂ ਪੁੱਛੋ। ਸੋ ਇਸ ਤਰੀਕੇ ਦੇ ਨਾਲ ਆ। ਸੋ ਆਪਾਂ ਜੇ ਇਹਦੀ ਡੂੰਘਾਈ 'ਚ ਜਾਈਏ ਹੁਣ ਹਰਵਿੰਦਰ ਜੀ, ਆਪਾਂ ਥੋੜਾ ਐਕਸਪਲੇਨ ਕਰੀਏ ਵੀ ਇਹ ਫਿਰ ਕੰਮ ਕਿੱਦਾਂ ਕਰਦਾ, ਜੇ ਇਸ ਦੇ ਵਿੱਚ ਹੋਰ ਤੁਸੀਂ ਕੁਝ ਐਡ ਕਰਨਾ ਹੈ। ਮੈਂ ਇੱਕ ਚੀਜ਼ ਉੱਤੇ ਜਾਣ ਤੋਂ ਪਹਿਲਾਂ ਇੱਕ ਚੀਜ਼ ਮੈਂ ਹੋਰ ਐਡ ਕਰਦਾ ਕਿ ਇਕੱਲੇ ਸਵਾਲ ਜਵਾਬ ਦੀ ਗੱਲ ਨਹੀਂ, ਇਹ ਬਹੁਤ ਤੁਹਾਡੇ ਕੰਮ ਕਰ ਵੀ ਦਿੰਦਾ। ਮਿਸਾਲ ਦੇ ਤੌਰ ਦੇ ਉੱਤੇ ਤੁਸੀਂ ਅਸੀਂ ਟੈਕ ਵਿੱਚ ਆ ਸਾਰੇ, ਹੈ ਨਾ, ਤੇ ਇੱਕ ਜਦੋਂ ਸੌਫਟਵੇਅਰ ਕੋਡਿੰਗ ਆ, ਮੰਨ ਲਓ ਪਾਈਥਨ ਵਿੱਚ ਤੁਸੀਂ ਕੋਈ ਪ੍ਰੋਗਰਾਮ ਬਣਾਉਣਾ, ਤੇ ਉਹਦੇ ਵਿੱਚ ਇੱਕ ਤੁਸੀਂ ਇੰਜੀਨੀਅਰ ਹੈਗਾ, ਉਹਨੇ ਸਾਲਾਂ ਬੱਧੀ ਆਪਣੀ 4 ਸਾਲ ਦੀ ਡਿਗਰੀ ਕੀਤੀ, ਮੈਂ ਐਗਜ਼ਾਮਪਲ ਦੇ ਰਿਹਾ, 4 ਸਾਲ ਦੀ ਉਹਨੇ ਡਿਗਰੀ, 5 ਸਾਲ ਦੀ ਜਿੰਨਾ ਵੀ ਉਹਨਾਂ ਪੜ੍ਹਿਆ, ਉਸ ਤੋਂ ਬਾਅਦ 1 ਸਾਲ 2 ਸਾਲ ਐਕਸਪੀਰੀਅੰਸ ਉਹਨੇ ਲਿਆ, ਉਸ ਤੋਂ ਬਾਅਦ ਉਹਨੇ ਕੋਡ ਲਿਖਿਆ, ਹੈ ਨਾ, ਜਾਂ ਲਿਖਣਾ ਸ਼ੁਰੂ ਕੀਤਾ, ਜਾਂ ਕੰਪਲੀਕੇਟਡ ਕੋਡ ਲਿਖਣਾ ਸ਼ੁਰੂ ਕੀਤਾ। ਸੋ ਪਰ ਤੁਸੀਂ ਚੈਟ ਜੀਪੀਟੀ ਨੂੰ ਦੇ ਕਈ ਐਗਜ਼ਾਮਪਲਾਂ ਸਾਡੇ ਸਾਹਮਣੇ ਰਾਜਗਰ ਮੈਂ ਦੇਖਦਾ ਸੀ ਕਿ ਉਹਨੇ ਕਿਹਾ ਕਿ ਮੈਨੂੰ ਪਾਈਥਨ ਕੋਡ ਫਲਾਣੀ ਚੀਜ਼ ਦਾ ਲਿਖ ਦਿਓ, ਤੇ ਚੈਟ ਜੀਪੀਟੀ ਨੂੰ ਪਾਈਥਨ ਦਾ ਕੋਡ ਵੀ ਲਿਖ ਦਿੱਤਾ। ਸੋ ਕੱਲੀ ਕਨਵਰਸੇਸ਼ਨ ਨਹੀਂ। ਸੋ ਇਹਦੇ ਕਰਕੇ ਲੋਕਾਂ ਦਾ ਇੱਕੋਦਮ ਧਿਆਨ ਹੋ ਗਿਆ ਕਿ ਦੇਖੋ ਕਿੱਡੀ ਸਮਾਰਟ ਚੀਜ਼ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਸੌਫਟਵੇਅਰ ਇੰਜੀਨੀਅਰ ਆ ਉਹ ਵਿਹਲੇ ਕਰ ਦੂਗੀ। ਮਤਲਬ ਚਲੋ ਇਦਾਂ ਦੀਆਂ ਗੱਲਾਂ ਜਿਹੜੀ ਇੱਕੋਦਮ ਲੋਕਾਂ ਦੇ ਦਿਮਾਗ ਦੇ ਵਿੱਚ ਆਈਆਂ। ਸੋ ਮੇਰੇ ਕਹਿਣ ਦਾ ਮਤਲਬ ਇਹਦੇ ਵਿੱਚ ਇਹ ਸੀ, ਇਹ ਗੱਲ ਵਿੱਚ ਲਿਆਉਣ ਦਾ, ਕਿ ਇਕੱਲੀ ਕਨਵਰਸੇਸ਼ਨ ਨਹੀਂ, ਕੰਪਲੀਕੇਟਡ ਕਨਵਰਸੇਸ਼ਨ ਤੋਂ ਲੈ ਕੇ ਕੋਈ ਚੀਜ਼ਾਂ ਨੂੰ ਬਣਾਉਣ ਦਾ ਤਰੀਕਾ
ਜਾਂ ਬਣੀਆਂ ਬਣਾਈ ਚੀਜ਼ਾਂ, ਹੁਣ ਕੋਡ ਤੁਹਾਡੇ ਸਾਹਮਣੇ ਲਿਖ ਕੇ ਦੇ ਦਿੱਤਾ ਉਹਨੇ, ਤੁਸੀਂ ਉਹਨੂੰ ਐਗਜ਼ੀਕਿਊਟ ਹੀ ਕਰਨਾ ਨਾ। ਸੋ ਬਹੁਤ ਲਾਹੇਵੰਦ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ। ਜਿੱਦਾਂ ਆਪਾਂ ਡੇ 1 ਤੋਂ ਗੱਲ ਕਰਦੇ ਆ ਕਿ ਜਾਂ ਤਾਂ ਤੁਸੀਂ ਇਗਨੋਰ ਕਰ ਦਿਓ ਇਹ ਚੀਜ਼ਾਂ ਨੂੰ, ਵੀ ਨਹੀਂ ਇਹ ਚੀਜ਼ਾਂ ਐਗਜ਼ਿਸਟ ਹੀ ਨਹੀਂ ਕਰਦੀਆਂ, ਹੈ ਨਾ, ਜਾਂ ਤੁਸੀਂ ਇਹਨੂੰ ਆਪਣੇ ਫਾਇਦੇ ਲਈ ਵਰਤ ਲਓ। ਸੋ ਸਾਡਾ ਟਾਕ ਸ਼ੋ ਕਰਨ ਦਾ ਮਤਲਬ ਇਹ ਆ ਕਿ ਸਾਰੀਆਂ ਚੀਜ਼ਾਂ ਆਪਾਂ ਨੂੰ ਕਿੱਦਾਂ ਫਾਇਦੇ ਦੇ ਵਿੱਚ ਵਰਤ ਸਕਦੇ ਹਾਂ। ਸੋ ਥੋੜ੍ਹੀ ਜਿਹੀ ਗੱਲ ਆਪਾਂ ਤੁਹਾਡੇ ਜਿਹੜਾ ਸਵਾਲ ਉੱਤੇ ਆਉਂਦੇ ਆ ਕਿ ਇਹ ਵਰਕ ਕਿੱਦਾਂ ਕਰਦੀ ਆ ਬੈਕ ਐਂਡ ਦੇ ਉੱਤੇ। ਦੇਖੋ, ਜਿੱਦਾਂ ਤੁਸੀਂ ਕਿਹਾ ਕਿ ਬਹੁਤ ਜ਼ਿਆਦਾ ਡੇਟਾ ਇੰਟਰਨੈਟ ਦੇ ਉੱਤੇ ਪਿਆ ਹੋਇਆ, ਹੈ ਨਾ, ਕੁਝ ਮਿਸ ਇਨਫੋਰਮੇਸ਼ਨ ਵੀ ਹੈ, ਕੁਝ ਡਿਸ ਇਨਫੋਰਮੇਸ਼ਨ ਵੀ ਆ, ਤੇ ਇਹਨੇ ਨਾ ਲੈਂਗੁਏਜਸ ਮਾਡਲ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਓਪਨ AI ਦੀ ਵੀ ਥੋੜ੍ਹੀ ਜਿਹੀ। AI ਕੀ ਓਪਨ ਓਪਨ ਜਿਹੜੀ ਕੰਪਿਊਟ ਆਰਟੀਫੀਸ਼ੀਅਲ ਪ੍ਰੋਜੈਕਟ, ਇੰਟੈਲੀਜੈਂਸ ਕੰਪਨੀ ਆ ਜਿਹੜੀ ਆ। ਨਹੀਂ ਉਹਦੇ ਨਹੀਂ, ਪਰ ਉਸ ਤੋਂ ਪਹਿਲਾਂ ਜਿਹੜੀ ਓਪਨ ਸੋਰਸ ਦਾ ਕੀ ਕਨਸੈਪਟ ਆ, ਠੀਕ ਹੈ। ਸੋ ਉਹਦੇ ਤੋਂ ਇਹ ਸਾਰੀ ਗੱਲਬਾਤ ਸ਼ੁਰੂ ਹੁੰਦੀ ਹੈ, ਕਿਉਂਕਿ ਅੱਜ ਕੱਲ੍ਹ ਜੋ ਵੀ ਆਪਾਂ ਸਭ ਕੁਝ ਦੇਖ ਰਹੇ ਹਾਂ ਇਹਦੇ ਕਾਫੀ ਜਿਹੜੀ ਦੇਣ ਦੇ ਵਿੱਚ ਓਪਨ ਸੋਰਸ ਦੀ ਹੈ ਨਾ। ਓਪਨ ਸੋਰਸ ਦਾ ਆਈਡੀਆ ਇਹ ਹੈ ਕਿ ਜਦੋਂ ਬਿਲ ਗੇਟਸ ਨੇ ਮਾਈਕਰੋਸਾਫਟ ਬਣਾਈ ਤੇ ਜਿਹੜਾ ਉਹਦਾ ਕੋਡ ਸੀ ਉਹਨੇ ਮਾਈਕਰੋਸਾਫਟ ਦੇ ਕੋਲ ਰੱਖ ਲਿਆ, ਤੇ ਉਹਦੇ ਵਿੱਚ ਜਿਹੜੇ ਕੁਐਸਚਨ ਜੀ ਤੇ ਉਹ ਜਦੋਂ ਕੋਈ ਕੋਡ ਨੂੰ ਵਰਤਦਾ ਸੀ ਜਾਂ ਮਾਈਕਰੋਸਾਫਟ ਵਿੰਡੋਜ਼ ਵਰਤਦਾ ਸੀ ਜਾਂ ਕੋਈ ਇਦਾਂ ਦੇ ਉਹਦੇ ਟੂਲ ਵਰਤਦਾ ਸੀ, ਉਹਨੂੰ ਪੈਸੇ ਪੇ ਕਰਨੇ ਪੈਂਦੇ ਸੀ, ਉਹਨਾਂ ਇਹ ਕਰ ਲਿਆ। ਫਿਰ ਕੁਝ ਇੰਜੀਨੀਅਰਸ ਨੇ ਇਕੱਠੇ ਹੋ ਕੇ ਕਿਹਾ, ਗਰੁੱਪ ਆਫ ਇੰਜੀਨੀਅਰਸ ਨੇ ਥਰੂ ਆਊਟ ਦਾ ਸਾਰੀ ਦੁਨੀਆ ਦੇ ਲਈ, ਵੀ ਆਪਾਂ ਯਾਰ ਇਦਾਂ ਨਾ ਕਰੀਏ, ਆਪਾਂ ਕੁਝ ਇਦਾਂ ਦਾ ਬਣਾਈਏ ਜਿਹੜਾ ਸਾਰਿਆਂ ਦੇ ਲਈ ਫ੍ਰੀ ਹੋਏ। ਕਿਉਂਕਿ ਉਹਦੇ ਵਿੱਚ ਕੀ ਸੀ ਕਿ ਲੋਕੀ ਚੀਜ਼ਾਂ ਬਣਾ ਲੈਂਦੇ ਤੇ ਉਹਨੂੰ ਪੇਟੈਂਟ ਕਰ ਲੈਂਦੇ, ਉਹ ਤੋਂ ਪੈਸਾ ਕਮਾਉਂਦੇ ਆ, ਪਰ ਉਹਦੇ ਨਾਲ ਜਿਹੜੀ ਡਿਵੈਲਪਮੈਂਟ ਚੀਜ਼ਾਂ ਦੀ ਬੜੀ ਸਲੋ ਹੋ ਜਾਂਦੀ ਆ, ਹੈ ਨਾ। ਸੋ ਉਹਦੇ ਵਿੱਚ ਜਿਹੜਾ ਓਪਨ ਸੋਰਸ ਦਾ ਜਿਹੜਾ ਕਨਸੈਪਟ ਹੈ, ਜਿਹਦੇ ਵਿੱਚ ਲਿਨਕਸ ਆਪਰੇਟਿੰਗ ਸਿਸਟਮ ਹੈ, ਜਿਹੜੇ ਕਿ ਬਿਲਕੁਲ ਫ੍ਰੀ ਹੈ, ਕੋਈ ਵੀ ਉਹਨੂੰ ਵਰਤ ਸਕਦਾ ਹੈ ਨਾ, ਫ੍ਰੀ ਆਫ ਕਾਸਟ। ਤੇ ਉਹਦੇ ਵਿੱਚ ਇਹ ਆ ਗਿਆ ਸੌਫਟਵੇਅਰ ਦੇ ਬੇਸ ਦੇ ਉੱਤੇ। ਇਸੇ ਤਰ੍ਹਾਂ ਫੇਸਬੁੱਕ ਨੇ ਹਾਰਡਵੇਅਰ ਦੇ ਵਿੱਚ ਸੇਮ ਚੀਜ਼ ਯੂਜ਼ ਕੀਤੀ, ਉਹਨੂੰ ਕਹਿੰਦੇ ਓਪਨ ਸੋਰਸ ਕੰਪਿਊਟਿੰਗ, ਹੈ ਨਾ। ਸ਼ਾਇਦ ਮੈਂ ਸ਼ਾਇਦ ਥੋੜਾ ਗਲਤ ਨਾ ਹੋਵਾਂ। ਸੋ ਉਹਦੇ ਵਿੱਚ ਕੀ ਉਹਨੇ ਹਾਰਡਵੇਅਰ ਨੂੰ ਵੀ ਇਸੇ ਤਰ੍ਹਾਂ ਓਪਨ ਕਰਨ ਦੀ ਕੋਸ਼ਿਸ਼ ਕੀਤੀ, ਵੀ ਦੇਖੋ ਹਾਰਡਵੇਅਰ ਡਿਜ਼ਾਈਨ ਸਾਰਿਆਂ ਦੇ ਸਾਹਮਣੇ ਪਿਆ, ਤੋਂ ਲੈ ਕੇ ਤੁਸੀਂ ਅੱਗੇ ਵੱਧ ਸਕਦੇ ਹੋ, ਸੋ ਯੂ ਡੋਨਟ ਹੈਵ ਟੂ ਰੀਇਨਵੈਂਟ ਦਾ ਵੀਲ। ਸੋ ਉਹ ਸਾਰੇ ਚੀਜ਼ਾਂ ਨੂੰ ਲੈ ਕੇ ਬਹੁਤ ਸਾਰਾ ਡੇਟਾ ਜਿਹੜਾ ਇੰਟਰਨੈਟ ਦੇ ਉੱਤੇ ਪਿਆ ਹੋਇਆ, ਜਿਹੜਾ ਬੜਾ ਵੈਲਿਊਏਬਲ ਹੈ ਲੋਕਾਂ ਦੇ ਵਾਸਤੇ, ਹੈ ਨਾ। ਸੋ ਉਹਦੇ ਉੱਤੇ ਜਿਹੜਾ ਚੈਟ GPT ਤੇ ਆਪਾਂ ਹੁਣ ਗੱਲ ਕਰਦੇ ਹਾਂ, ਉਹਨੇ ਕੁਝ ਲੈਂਗੁਏਜ ਮਾਡਲਸ ਜਿਹੜੇ ਆ ਡਿਵੈਲਪ ਕੀਤੇ, ਠੀਕ ਆ, ਕਿ ਇਨਫੋਰਮੇਸ਼ਨ ਜਿਹੜੀ ਉੱਤੇ ਪਈ ਹੋਈ ਆ, ਉਹਦੇ ਨੂੰ ਇਹਨੂੰ ਆਪਾਂ ਕਿੱਦਾਂ ਵਰਤ ਸਕਦੇ ਆ, ਹੈ ਨਾ। ਉਹਦੇ ਵਿੱਚ ਕਈ ਤਰ੍ਹਾਂ ਦੀ ਲਰਨਿੰਗ ਆ, ਉਹ ਬੜੇ ਕੰਪਲੀਕੇਟਡ ਲੌਜਿਕ ਉਹਨੇ ਯੂਜ਼ ਕੀਤੇ, ਜਿਹਦੇ ਕਰਕੇ ਹੀ ਸਾਡੇ ਸਾਹਮਣੇ ਜਿਹੜੀ ਇਨਫੋਰਮੇਸ਼ਨ ਆ ਕਾਫੀ ਹੱਦ ਤੱਕ ਠੀਕ ਆ। ਉਹਨੂੰ ਸੁਪਰਵਾਈਜ਼ਡ ਲਰਨਿੰਗ ਇੱਕ ਦੋ ਹਿੱਸਿਆਂ ਵਿੱਚ ਜਿਹਨੂੰ ਵੰਡੀਏ। ਸੁਪਰਵਾਈਜ਼ਡ ਲਰਨਿੰਗ ਇਹ ਆ ਕਿ ਕੁਛ ਉਹਨੂੰ ਸੁਪਰਵਾਈਜ਼ ਕਰ ਰਿਹਾ, ਹੈ ਨਾ, ਜਾਂ ਹਿਊਮਨ ਸੁਪਰਵਾਈਜ਼ ਕਰ ਰਿਹਾ, ਜਾਂ ਕੋਡ ਹੀ ਦੂਸਰੇ ਕੋਡ ਨੂੰ ਸੁਪਰਵਾਈਜ਼ ਕਰ ਰਿਹਾ, ਵੀ ਉਹਦੇ ਵਿੱਚੋਂ ਜਿੱਦਾਂ ਪਹਿਲਾਂ ਗੱਲ ਕੀਤੀ ਸਿਗਨਲ ਲੈ ਕੇ ਆਉਣਾ, ਨੋਇਜ਼ ਹਟਾਉਣੀ ਆ। ਤੇ ਦੂਸਰੀ ਹੈ ਕਿ ਰੀਇਨਫੋਰਸਡ ਲਰਨਿੰਗ ਕਿ ਮਸ਼ੀਨ ਨੂੰ ਇਹ ਸਿਖਾਉਣਾ ਵੀ ਇਦਾਂ ਕਰਕੇ ਤੁਸੀਂ ਡੇਟਾ ਐਕਸਟ੍ਰੈਕਟ ਕਰਨਾ। ਇੱਕ ਤਰੀਕਾ ਅਸੀਂ ਜਿੱਦਾਂ ਹਿਊਮਨ ਬ੍ਰੇਨ ਕਰਦਾ, ਹੈ ਨਾ। ਵੈਸਟ ਦੇ ਵਿੱਚ ਅਸੀਂ ਇੱਕ ਐਗਜ਼ਾਮਪਲ ਲੈਂਦੇ ਹਾਂ ਕਿ ਜਦੋਂ ਤੁਸੀਂ ਕਿਸੇ ਮੁੱਦੇ ਨੂੰ ਸਮਝਣਾ ਹੁੰਦਾ, ਜਿੱਦਾਂ ਆਪਾਂ ਇਲੈਕਸ਼ਨ ਵੀ ਆਪਾਂ ਦੇਖਦੇ ਨਾ, ਇੱਕ ਅਮਰੀਕਾ ਦੀ ਡੈਮੋਕ੍ਰੇਟ ਤੇ ਰਿਪਬਲਿਕਨ, ਤੇ ਉਹਦੇ ਵਿੱਚ ਕੀ ਕਰਦੇ, ਜਦੋਂ ਬੈਲਟ ਪੇਪਰ ਹੁੰਦਾ ਉਹਦੇ ਉੱਤੇ ਕੋਈ ਜਿਹੜੀ ਚੀਜ਼ ਆਉਂਦੀ ਉਹਦੇ ਪ੍ਰੋ ਐਂਡ ਕੌਨਸ ਲਿਖੇ ਹੁੰਦੇ ਆ, ਹੈ ਨਾ। ਪ੍ਰੋ ਐਂਡ ਕੌਨਸ ਲਿਖੇ ਹੁੰਦੇ ਵੀ ਇਹਦਾ ਅਸੀਂ ਆਹ ਚੀਜ਼ ਲੈ ਕੇ ਆਏ, ਇਹਦੇ ਆਹ ਫਾਇਦੇ ਆਹ ਨੁਕਸਾਨ, ਹੁਣ ਤੁਸੀਂ ਡਿਸਾਈਡ ਕਰੋ ਐਜ਼ ਅ ਵੋਟਰ ਵੀ ਤੁਸੀਂ ਕਿਹੜੇ ਪਾਸੇ ਜਾਣਾ, ਹੈ ਨਾ। ਸੋ ਇੱਕ ਉਹ ਰੀਇਨਫੋਰਸਡ ਲਰਨਿੰਗ ਪ੍ਰੋਸੈਸ ਵੀ ਜਿਹੜੀ ਉਹ ਮਸ਼ੀਨ ਨੂੰ ਸਿਖਾਈ ਹੈ, ਜਿਹਦੇ ਤੋਂ ਤੁਸੀਂ ਇਹ ਸਾਰੀ ਜਿਹੜੀ ਇਨਫੋਰਮੇਸ਼ਨ ਉਹਨੇ ਐਕਸਟ੍ਰੈਕਟ ਕੀਤੀ, ਤੇ ਇਹ ਸਾਰੀ ਪ੍ਰੋਸੈਸ ਨੂੰ ਕਹਿੰਦੇ ਸੁਪਰਵਾਈਜ਼ਡ ਲਰਨਿੰਗ ਤੇ ਰੀਇਨਫੋਰਸਡ ਲਰਨਿੰਗ ਨੂੰ ਇਕੱਠਾ ਕਰਕੇ ਉਹਦੇ ਵਿੱਚ ਹਿਊਮਨ ਫੀਡਬੈਕ ਦਾ ਐਂਗਲ ਵੀ ਐਡ ਕਰ ਦਿੰਦੇ ਆ। ਸੋ ਅੰਦਰਲੇ ਕਹਿਣ ਦਾ ਮਤਲਬ ਵੀ ਕਾਫੀ ਜ਼ਿਆਦਾ ਉਹਨੇ ਕੰਪਲੀਕੇਟਡ ਜਿਹੜੇ ਪ੍ਰੋਸੈਸਿਸ ਅੰਦਰ ਰੱਖੀਆਂ, ਜਿਹਦੇ ਉੱਤੋਂ ਉਹਨਾਂ ਨੋਇਸ ਨੂੰ ਇੱਕ ਸਾਈਡ ਦੇ ਉੱਤੇ ਰੱਖ ਕੇ ਤੇ ਜਿਹੜਾ ਐਕਚੁਅਲ ਕੰਮ ਦੀ ਜਾਣਕਾਰੀ ਜਿਹੜੇ ਤੁਹਾਨੂੰ ਯੂਜ਼ਰ ਨੇ ਪੁੱਛੀ ਆ, ਉਹ ਤੁਹਾਡੇ ਸਾਹਮਣੇ ਲੈ ਕੇ ਆਉਂਦੀ ਆ। ਸੋ ਇਹਦੇ ਬੈਕ ਐਂਡ ਦੇ ਉੱਤੇ ਏਦਾਂ ਮਾਡਲ ਆ, ਠੀਕ ਆ। ਤੇ ਉਹਦੇ ਵਿੱਚ ਹੁਣ ਮੈਂ ਤੁਹਾਨੂੰ ਇਹ ਦੱਸਦਾ ਕਿ ਸੌਫਟਵੇਅਰ ਤੇ ਹਾਰਡਵੇਅਰ ਦੀ ਗੱਲ ਕੀਤੀ, ਤੁਸੀਂ ਮਾਈਕਰੋਸਾਫਟ ਦੀ ਅੱਗੇ ਗੱਲ ਕੀਤੀ ਸੀ। ਮਾਈਕਰੋਸਾਫਟ ਦਾ ਐਜ਼ਿਓਰ ਇਨਫਰਾਸਟ੍ਰਕਚਰ ਆ ਕਾਫੀ ਵੱਡਾ, ਹੈ ਨਾ, ਕਾਫੀ ਸਮੇਂ ਤੋਂ ਆ, ਕਿਉਂਕਿ ਮਾਈਕਰੋਸਾਫਟ ਕੋਲ ਬਹੁਤ ਪੈਸਾ, ਉਹਦਾ ਕੰਪਿਊਟ ਇਨਫਰਾਸਟ੍ਰਕਚਰ ਬਹੁਤ ਵੱਡਾ, ਠੀਕ ਆ। ਤੇ ਉਹਦੇ ਉੱਤੇ ਜਿਹੜੀ ਹਾਰਡਵੇਅਰ ਦੀ ਕੰਪਿਊਟਿੰਗ ਪਾਵਰ, ਉਹ ਐਨਵੀਡੀਆ ਵੱਡੀ ਹਾਰਡਵੇਅਰ ਦੀ ਕੰਪਨੀ ਜਿਹੜੀ ਕੰਪਿਊਟ ਪ੍ਰੋਸੈਸਿੰਗ ਬਣਾਉਂਦੀ ਆ। ਸੋ ਜਿਹੜਾ ਇਹ ਚੈਟ GPT ਆ, ਸਭ ਤੋਂ ਪਹਿਲਾਂ ਉਹਦੇ ਜਿਹੜੇ ਸੁਪਰ ਕੰਪਿਊਟਰ ਆਰਕੀਟੈਕਚਰ ਆ ਉਹਦੇ ਉੱਤੇ ਚੱਲਿਆ, ਜਿਹੜਾ ਕਿ ਐਨਵੀਡੀਆ ਦੇ ਜਿਹੜਾ ਕੰਪਿਊਟ ਪਾਵਰ, ਹਾਰਡਵੇਅਰ ਕੰਪਿਊਟ ਪਾਵਰ ਦੇ ਨਾਲ ਯੂਜ਼ ਕੀਤਾ। ਸੋ ਉਹਦੇ ਤੋਂ ਬਾਅਦ ਉਹਨੇ ਮਿਲੀਅਨਸ ਆਫ ਹੰਡਰਡਸ ਆਫ ਮਿਲੀਅਨ ਡਾਲਰ ਇਸ ਚੀਜ਼ ਦੇ ਉੱਤੇ ਬੜੇ ਚਿਰ ਤੋਂ ਇਨਵੈਂਟ ਕਰਦੇ ਪਏ, ਆਪਟੀਮਾਈਜ਼ ਕਰਦੇ ਗਏ ਯੂਜ਼ਿੰਗ ਜਿਹੜੇ ਪਹਿਲੇ ਮੈਂ ਸਿਧਾਂਤ ਦੱਸੇ ਆ, ਸੁਪਰਵਾਈਜ਼ਡ ਰੀਇਨਫੋਰਸਡ ਲਰਨਿੰਗ ਦੇ ਨਾਲ, ਤੇ ਜਿਹੜਾ ਆਖਿਰਕਾਰ ਉਹਨਾਂ ਨਵੰਬਰ 2022 ਦੇ ਵਿੱਚ ਇਹ
ਰਿਲੀਜ਼ ਪਬਲਿਸ਼ ਕਰ ਦਿੱਤਾ। ਪਬਲਿਕ ਕਰਤਾ। ਜੀ, ਸੋ ਹੁਣ ਜਿੱਦਾਂ ਆਪਾਂ ਦੇਖਦੇ ਹਾਂ ਵੀ ਆਪਾਂ ਹੁਣ ਚੈਟ ਜੀਪੀਟੀ 4 ਦੇ ਉੱਤੇ ਪਹੁੰਚ ਗਏ ਆ, ਜਦੋਂ ਜੀ, ਦੇ ਸ਼ੁਰੂ ਹੋਏ ਆ ਵੀ ਉਹ ਹਰ ਵਾਰੀ ਆਪਣੇ ਆਪ ਨੂੰ ਬਿਹਤਰ ਕਰਕੇ ਬਿਲਕੁਲ। ਇੱਥੇ ਹਰਵਿੰਦਰ ਇਹ ਵੀ ਸਵਾਲ ਆਉਂਦਾ ਜਿੱਦਾਂ ਤੁਸੀਂ ਫੋਰਸਡ ਲਰਨਿੰਗ ਜਾਂ ਆਪਣੇ ਆਪ ਨੂੰ ਖੁਦ ਇਹਨੇ ਹੋਰ ਬਣਾਉਣਾ ਆ, ਇਹ ਸਵਾਲ ਅਕਸਰ ਆਉਂਦਾ ਹੈ ਕਈਆਂ ਦੇ ਮਨਾਂ 'ਚ ਆਉਂਦਾ ਹੈ ਵੀ ਜੇ ਇੰਨੇ ਸਿਆਣਾ ਇਹ ਆਪਣੇ ਆਪ ਨੂੰ ਖੁਦ ਕ੍ਰੀਏਟ ਕਰਕੇ ਇਹ ਹਿਊਮਨਸ ਦੇ ਉੱਤੇ ਜਿਹੜੀ ਇਹਦੀ ਟੇਕ ਆ ਇਹ ਹਟਾ ਵੀ ਸਕਦਾ। ਬਿਲਕੁਲ, ਇਹਦੇ ਬਾਰੇ ਕਾਫੀ ਜਿਹੜੀ ਰਿਸਰਚ ਆਈਆਂ 1980 ਦੇ ਵਿੱਚ ਸਾਈ-ਫਾਈ ਮੂਵੀਜ਼ ਆਈਆਂ ਸੀ ਏਦਾਂ, ਪਰ ਹੁਣ ਇਹਦੇ ਬਾਰੇ ਟਰਮੀਨੇਟਰ ਕਾਫੀ ਵੀ ਰੋਬੋਟਸ ਨੇ ਪੂਰੀ ਦੁਨੀਆ ਲੈ ਲੈਣੀ ਆ, ਪਰ ਇਹ ਹੋ ਜਾ ਕਰ ਲੈਣਾ। 100% ਤਾਂ ਚਲੋ ਭਾਵੇਂ ਪੋਸੀਬਲ ਨਾ ਹੋਏ, ਪਰ ਕਾਫੀ ਉਹਦਾ ਹਿੱਸਾ ਜਿਹੜਾ ਉਹ ਇਸ ਤਰੀਕੇ ਦੇ ਨਾਲ ਹੋ ਸੋਚਦੇ ਆ ਕਿ ਜਿਹੜੇ ਰੋਗ ਲੋਕ ਹੁੰਦੇ ਆ, ਜਾਂ ਈਵਨ ਅੱਜ ਕੱਲ੍ਹ ਤਾਂ ਰੋਗ ਸਟੇਟਸ ਵੀ ਹੁੰਦੀਆਂ ਨਾ, ਕੰਟਰੀਜ਼ ਵੀ ਇਦਾਂ ਦੇ ਵੀ ਪ੍ਰੋਜੈਕਟ ਨੂੰ ਕਰਦੀਆਂ। ਅਸੀਂ ਕੋਲਡ ਵਾਰ ਤੋਂ ਬਾਅਦ ਵੇਖਿਆ ਕਿ ਰਸ਼ੀਆ ਦੇ ਕਿੱਦਾਂ ਦੇ ਬੈਕ ਐਂਡ ਦੇ ਉੱਤੇ ਪ੍ਰੋਜੈਕਟਸ ਚੱਲਦੇ ਸੀ। ਸੋ ਹੋ ਸਕਦਾ ਜੀ, ਬਿਲਕੁਲ ਹੋ ਸਕਦਾ ਸਮਾਂ ਇਸ ਸਮੇਂ ਦੇ ਕੋਲ ਪਿਆ ਹੋਇਆ ਵੀ ਸਮਾਂ ਇਹਨੂੰ ਕਿੱਦਾਂ ਵਰਤਦਾ, ਲੋਕ ਇਹਨੂੰ ਕਿੱਦਾਂ ਵਰਤਦੇ। ਵੇਖੋ ਟੈਕਨੋਲੋਜੀ ਬਾਏ ਐਂਡ ਆਫ ਦਾ ਡੇ ਇੱਕ ਸੰਦ ਆ, ਬਿਲਕੁਲ ਜੀ, ਕਿੱਦਾਂ ਉਹ ਇਨਸਾਨ ਨੇ ਉਹਦੀ ਵਰਤਣੀ ਆ, ਇਨਸਾਨ ਨੇ ਬਣਾਈ ਆ, ਇਵੈਂਚੁਅਲੀ ਉਹ ਕੰਟਰੋਲ ਤੇ ਨਹੀਂ ਲੂਜ਼ ਕਰਨਾ ਚਾਹੁੰਦਾ ਕਿਸੇ ਵੀ ਚੀਜ਼ ਬਣਾਈ ਦੇ ਉੱਤੇ। ਕਈ ਵਾਰੀ ਹੋ ਜਾਂਦਾ ਆ, ਪਰ ਉਹ ਦੇਖਦੇ ਰਹਿੰਦੇ ਆ ਵੀ ਕਿੱਦਾਂ ਇਸ ਦੇ ਉੱਤੇ ਕਾਬੂ ਪਾਇਆ ਜਾਵੇ। ਹੁਣ ਜਿੱਦਾਂ ਹੈਕਿੰਗ ਹੀ ਹੁੰਦੀ ਆ ਹਰਵਿੰਦਰ, ਆਪਾਂ ਦੇਖਦੇ ਹਾਂ ਕਿਸੇ ਕੰਪਨੀ ਦੇ ਉੱਤੇ ਜਾਂ ਕਿਸੇ ਦੇ ਉੱਤੇ ਉਹ ਟਰਾਈ ਤਾਂ ਕਰਦੇ ਹੀ ਆ ਨਾ ਵੀ ਮੁੜ ਕੇ ਦੁਬਾਰਾ ਆਪਣੇ ਕੰਟਰੋਲ ਦੇ ਵਿੱਚ ਸਭ ਕੁਝ ਲੈ ਕੇ ਆਉਂਦਾ ਜਾਵੇ। ਹੁਣ ਤੇ ਹੈਕਿੰਗ ਦੀ ਵੀ ਐਗਜ਼ਾਮਪਲ ਲਈ ਮੈਂ ਥੋੜਾ ਜਿਹਾ ਇਹਦੇ ਤੇ ਲਾ ਲਾਂ। ਹੈਕਿੰਗ ਵੀ ਦੋ ਤਰ੍ਹਾਂ ਦੀ ਹੁੰਦੀ ਆ। ਹੈਕਿੰਗ ਇੱਕ ਹੁੰਦੀ ਹੈ ਕਿ ਤੁਸੀਂ ਕਿਸੇ ਦਾ ਸਿਸਟਮ ਹੈਕ ਕਰ ਲਓ, ਉਹਦੇ ਤੋਂ ਪੈਸੇ ਮੰਗੋ। ਦੂਸਰੇ ਐਥੀਕਲ ਹੈਕਿੰਗ ਵੀ ਕਾਫੀ ਪਪੂਲਰ ਆ। ਉਹ ਜੇ ਆਮ ਲੋਕ ਹੁੰਦੇ ਆ, ਐਥੀਕਲ ਹੈਕਿੰਗ ਕਰਦੇ ਆ ਕਿ ਇਦਾਂ ਦੇ ਮਾਡਲ ਰਨ ਕਰਨ ਦੇ ਲਈ ਕਿ ਤੁਹਾਨੂੰ ਪਹਿਲਾਂ ਦੱਸ ਦਿੰਦੇ ਆ ਵੀ ਤੁਹਾਡਾ ਸਿਸਟਮ ਦੇ ਵਿੱਚ ਇੱਥੇ ਗੈਪ ਆ, ਹਾਂ, ਇਹਨੂੰ ਤੁਸੀਂ ਪੂਰਾ ਕਰ ਲਓ। ਤੇ ਹੁਣ ਐਥਿਕਸ ਆਪਾਂ ਚੈਟ ਜੀਪੀਟੀ ਦੀ ਇਫੈਕਟਿਵਨੈਸ ਦੇਖਦੇ ਹਾਂ ਵੀ ਕਿੰਨਾ ਕੁ ਕਾਰਗਰ ਆ ਇਹਦੇ ਯੂਜ਼ੇਜ ਦੇ ਵਿੱਚ। ਜਿੱਦਾਂ ਆਪਾਂ ਦੇਖਦੇ ਹਾਂ ਹੁਣ ਜਦੋਂ ਇਹ ਚੈਟ ਜੀਪੀਟੀ ਲਾਂਚ ਹੀ ਹੋਇਆ ਸੀ, ਆਪਾਂ ਦੇਖਿਆ ਵੀ ਸਕੂਲੀ ਵਿਦਿਆਰਥੀਆਂ ਨੇ ਆਪਣੇ ਐਸੇ ਲਿਖਣੇ ਸ਼ੁਰੂ ਕਰਤੇ। ਕੋਡਰਸ ਦੀ ਤੁਸੀਂ ਗੱਲ ਕੀਤੀ, ਉਹਦਾ ਕੋਡਰਸ ਦੇ ਜਿਹੜੀ ਆ ਚੈਟ ਜੀਪੀਟੀ ਤੋਂ ਵਰਤ ਕੇ ਉਹ ਕੰਮ ਜਿਹੜੇ ਕਰਾਉਣੇ ਸ਼ੁਰੂ ਕਰ ਦਿੱਤੇ ਵੀ ਭਾਈ ਤੁਸੀਂ ਮੇਰੇ ਲਈ ਕੋਡ ਇੱਕ ਹਿਸਾਬ ਦੇ ਨਾਲ ਲਿਖ ਕੇ ਜਿਹੜਾ ਉਹ ਦੇ ਦਿਓ। ਕਿੰਨਾ ਕੁ ਇਫੈਕਟਿਵ ਹੈ ਚੈਟ ਜੀਪੀਟੀ ਤੇ ਇਹਦੀ ਵਰਤੋਂ ਕਿੱਥੇ ਇਸ ਟਾਈਮ ਚੱਲ ਰਹੀ ਹੈ? ਜਿੱਦਾਂ ਮੈਂ ਦੱਸਿਆ ਕਿ 6 ਮਹੀਨੇ ਪਹਿਲਾਂ ਹੀ ਲਾਂਚ ਹੋਇਆ ਪਬਲਿਕਲੀ, ਤੇ ਸਭ ਤੋਂ ਪਹਿਲਾਂ ਤੇ ਮਾਈਕਰੋਸਾਫਟ ਦਾ, ਕਿਉਂਕਿ ਇੰਟਰਨਲ ਟੂਲ ਹੀ ਉੱਥੇ ਕਾਫੀ ਇਹਨੂੰ ਵਰਤਦੇ ਰਹੇ ਆ ਆਲਰੇਡੀ, ਹੈ ਨਾ। ਸੋ ਉਹਨਾਂ ਕੋਲ ਤਾਂ ਇਹਦੀ ਯੂਜ਼ੇਜ ਹੈ ਹੀ ਹੈ, ਪਰ ਇਹਦੀ ਐਕਸੈਪਟੈਂਸ ਜਿਹੜੀ ਆ ਹੁਣ ਬਹੁਤ ਤੇਜ਼ੀ ਦੇ ਨਾਲ ਵੱਧ ਰਹੀ ਆ। ਤੁਸੀਂ ਇੱਕ ਤਾਂ ਚਲੋ ਨਾਰਮਲ ਲੈਵਲ ਦੇ ਉੱਤੇ ਅਸੀਂ ਸਟੂਡੈਂਟ ਨੇ ਜਿਹੜੇ ਐਸੇ ਵਗੈਰਾ ਜਾਂ ਅਸਾਈਨਮੈਂਟ ਆ, ਉਹ ਤਾਂ ਬੜੀ ਪਪੂਲਰ ਨਿਊਜ਼ ਵੀ ਹੋਈ ਕਿ ਉਹ ਚੈਟ ਜੀਪੀਟੀ ਨੂੰ ਵਰਤ ਕੇ ਬਣਾਉਣ ਲੱਗ ਪਏ। ਪਰ ਚਲੋ ਟੀਚਰਸ ਨੇ ਨਾਲ ਹੀ, ਜਦੋਂ ਕੋਈ ਜ਼ਹਿਰ ਹੁੰਦਾ ਤੇ ਉਹਦੀ ਦਵਾਈ ਵੀ ਆ ਜਾਂਦੀ ਹੈ ਨਾਲ ਹੀ, ਲੋਕ ਉਹਦੇ ਨਾਲ ਸ਼ੁਰੂ ਕਰ ਦਿੱਤਾ ਵੀ ਪਲੈਗਰਿਜ਼ਮ ਨੂੰ ਕਿੱਦਾਂ ਕੰਟਰੋਲ ਕੀਤਾ ਜਾ ਸਕੇ। ਪਰ ਮੁੱਖ ਦੀ ਗੱਲ ਇਹ ਹੈ ਕਿ ਲੋਕਾਂ ਦੀ ਜ਼ਿੰਦਗੀ ਨੇ ਉਸ ਤਰੀਕੇ ਨਾਲ ਸੌਖੀ ਕਰ ਦਿੱਤੀ। ਪਰ ਇਸ ਮਹੀਨੇ ਮਾਰਚ ਦੇ ਵਿੱਚ ਜਿਹੜੇ ਹੋਰ ਵੀ ਜਿਹੜੇ ਪ੍ਰੋਫੈਸ਼ਨਲ ਆ, ਕੰਪਨੀਆਂ ਵੱਡੀਆਂ, ਉਹਨਾਂ ਨੇ ਇਹਨੂੰ ਆਪਣੇ ਵਰਤੋਂ ਦੇ ਵਿੱਚ ਲਿਆਉਣਾ ਸ਼ੁਰੂ ਕਰ ਦਿੱਤਾ। ਕੁਝ ਦਿਨ ਪਹਿਲਾਂ ਮੈਂ ਲਿੰਕਡਇਨ ਉੱਤੇ ਦੇਖ ਰਿਹਾ ਸੀ ਕਿ ਐਕਸਪੀਡੀਆ ਨੇ ਇਹਦਾ ਜਿਹੜੇ ਪਲੱਗਇਨ ਉਹ ਵਰਤਣੇ ਸ਼ੁਰੂ ਕਰ ਦਿੱਤੇ ਆਪਣੀ ਕੰਪਨੀ ਦੇ ਵਿੱਚ। ਐਕਸਪੀਡੀਆ ਇੱਕ ਟਰੈਵਲ ਕੰਪਨੀ ਆ ਜਿਹਦੇ ਨਾਲ ਤੁਸੀਂ ਆਪਣੇ ਸਾਰਾ ਟਰੈਵਲ ਡਿਜ਼ਾਈਨ ਕਰ ਸਕਦੇ ਹੋ। ਮਿਸਾਲ ਦੇ ਤੌਰ ਦੇ ਉੱਤੇ ਇੱਕ ਜਗ੍ਹਾ ਦੇ ਉੱਤੇ ਤੁਸੀਂ ਕਹਿ ਦਿਓ ਮੈਂ ਇਸ ਜਗ੍ਹਾ ਤੋਂ ਲੈ ਕੇ ਇਸ ਜਗ੍ਹਾ ਜਾਣਾ, ਤੁਹਾਨੂੰ ਪੂਰਾ ਡਿਜ਼ਾਈਨ ਕਰ ਦਿੰਦਾ ਵੀ ਤੁਸੀਂ ਆਹ ਆਪਸ਼ਨ ਆ ਤੁਹਾਡੀ ਫਲਾਈਟ ਆ ਤੁਹਾਡੀ ਹੋਟਲ ਆ, ਇੱਥੇ ਤੁਸੀਂ ਆਹ ਦੇਖ ਸਕਦੇ ਹੋ, ਪੂਰਾ ਤੁਹਾਨੂੰ ਸਕੈਜੂਲ ਬਣਾ ਕੇ ਦਿੰਦਾ। ਤੇ ਉਹਨਾਂ ਨੇ ਜਦੋਂ ਚੈਟ ਜੀਪੀਟੀ ਨੇ ਆਪਣੀ API ਮੈਂ ਦੱਸ ਦਿੰਦਾ ਕੀ ਹੁੰਦਾ ਕਿ ਇੱਕ ਜਿੱਦਾਂ ਮੰਨ ਲਓ ਆ ਸੌਫਟਵੇਅਰ ਆ ਚੈਟ ਜੀਪੀਟੀ ਹੈ ਨਾ, ਤੇ ਇੱਥੇ ਪੰਜਾਬੀ ਰੇਡੀਓ ਆ, ਮੈਂ ਐਗਜ਼ਾਮਪਲ ਲੈਣਾ, ਤੇ ਇਹਨਾਂ ਨੂੰ ਆਪਸ ਦੇ ਵਿੱਚ ਕਮਿਊਨੀਕੇਟ ਕਿੱਦਾਂ ਕਰਨਾ, ਉਹਦੇ ਲਈ ਅਸੀਂ API ਵਰਤਦੇ ਹਾਂ। ਠੀਕ ਆ, ਇੱਕ ਪਾਸੇ ਤਾਲਾ, ਇੱਕ ਪਾਸੇ ਕੁੰਜੀ ਆ, ਵਿਚਾਲੇ ਦਾ ਜਿਹੜੀ ਕੁੰਜੀ ਲਿੰਕ ਆ ਮੋਟੇ ਤੌਰ ਤੇ ਵੀ ਚੈਟ ਜੀਪੀਟੀ ਦਾ ਦਰਵਾਜ਼ਾ ਜਿਹੜਾ ਉਹ ਕਿੱਦਾਂ, ਹਾਂਜੀ ਹਾਂ। ਸੋ ਉਹਨੂੰ ਆਟੋਮੈਟਿਕਲੀ ਕਿੱਦਾਂ ਹੁਣ ਰਨ ਕਰਨਾ, ਰਾਈਟ। ਸੋ ਇਹਨਾਂ ਨੂੰ ਆਪਸ ਵਿੱਚ ਗੱਲ ਕਰਨ ਦੇ ਲਈ ਤੇ API ਜਦੋਂ ਉਹਨਾਂ ਲਾਂਚ ਕੀਤਾ, ਤੇ ਜਿਹੜੀਆਂ ਇੱਕੋ ਦਮ ਹੀ ਜਿਹੜੇ ਡਿਵੈਲਪਰ ਹੈਗੇ ਆ ਕੰਪਨੀਆਂ ਦੇ, ਐਕਸਪੀਡੀਆ ਦੀ ਗੱਲ ਕੀਤੀ, ਇੱਕ ਓਪਨ ਟੇਬਲ ਵੀ ਹੈਗੀ ਆ, ਓਪਨ ਟੇਬਲ ਕੀ ਜਿਹਦੇ ਨਾਲ ਤੁਸੀਂ ਰੈਸਟੋਰੈਂਟ ਦੀ ਰਿਜ਼ਰਵੇਸ਼ਨ ਕਰ ਸਕਦੇ ਹੋ। ਜ਼ੈਪੀਅਰ, ਸਲੈਕ, ਵੋਲਫਰੈਮ, ਸ਼ੋਪੀਫਾਈ, ਸ਼ਾਪਿੰਗ ਦੀ ਵੈਬਸਾਈਟ ਹੈ ਕਾਫੀ, ਉਹਨਾਂ ਦੇ ਨਾਲ ਦੀ ਨਾਲ ਹੀ ਇਹਨਾਂ ਨੂੰ ਇੰਟੀਗ੍ਰੇਟ ਕਰ ਲਿਆ। ਸੋ ਕਹਿਣ ਦਾ ਮਤਲਬ ਵੀ ਇਹਦੀ ਜਿਹੜੀ ਐਕਸੈਪਟੈਂਸ ਆ ਬਹੁਤ ਜ਼ਿਆਦਾ ਵੱਧ ਰਹੀ ਆ।
ਅਜੇ 6 ਮਹੀਨੇ ਵੀ ਨਹੀਂ ਹੋਏ ਤੇ ਵੱਡੀਆਂ ਕੰਪਨੀਆਂ ਨੇ ਇਹਨੂੰ ਆਪਣਾ ਇੰਟੀਗ੍ਰੇਟ ਕਰਨਾ ਸ਼ੁਰੂ ਕਰ ਹੀ ਦਿੱਤਾ ਜਸਟ ਬਿਕੋਜ਼ ਬੜਾ ਪਾਵਰਫੁਲ ਟੂਲ ਆ। ਹੁਣ ਜਿੱਦਾਂ ਇਹ ਬੋਟ ਆ, ਅਕਸਰ ਆਪਾਂ ਅੱਜ ਕੱਲ ਹਰ ਇੱਕ ਜਣਾ ਕੋਈ ਫੋਨ ਤੇ ਗੱਲ ਕਰਨਾ ਨਹੀਂ ਪਸੰਦ ਕਰਦਾ, ਉਹ ਤਾਂ ਫੋਨ ਦੇ ਉੱਤੇ ਵੀ ਬੋਟਸ ਹੀ ਆ ਗਏ, ਉਹ ਵੀ ਇੱਕ ਜੀ ਹਿਸਾਬ ਬਿਲਕੁਲ। ਦੇ ਨਾਲ ਇਹਦੀ ਐਪਲੀਕੇਸ਼ਨਸ ਦੇ ਤੌਰ ਦੇ ਉੱਤੇ ਹੀ ਆ। ਜੀ, ਚੈਟ ਜੀਪੀਟੀ ਰਿਲੀਜ਼ ਹੋਣ ਤੋਂ ਪਹਿਲਾਂ, ਹੁਣ ਕਿਉਂਕਿ ਜੀ, ਚੈਟ ਜੀਪੀਟੀ ਇੱਕ ਪਲੱਸ ਕਰਕੇ ਆ, ਸਬਸਕ੍ਰਿਪਸ਼ਨ ਬੇਸਡ ਬੋਟਸ ਆ, ਤੁਹਾਡੀ ਕੰਪਨੀ ਦੇ ਹਿਸਾਬ ਦੇ ਨਾਲ ਉਹ ਤੁਹਾਨੂੰ ਜਿਹੜੇ ਕੋਈ ਕਸਟਮਰ ਡਿਸਸੈਟਿਸਫਾਈਡ ਆ ਜਾਂ ਕਿਸੇ ਦੇ ਸਵਾਲ ਜਵਾਬ ਆ, ਉਹਦੇ ਨਾਲ ਹੁਣ ਸਿੱਧੀ ਗੱਲ ਕਰਦੇ ਆ। ਸੋ ਉਹਨਾਂ ਨੇ ਇਹ ਚੀਜ਼ਾਂ ਨੂੰ ਆਲਰੇਡੀ ਇੰਪਲੀਮੈਂਟ ਕਰ ਰਹੇ ਆ, ਉਸ ਦੇ ਜੀ, ਵਿੱਚ ਆ ਰਹੇ ਆ। ਇੱਥੋਂ ਤੱਕ ਵੀ ਹਰਵਿੰਦਰ ਸੁਣਨ ਦੇ ਵਿੱਚ ਆਉਂਦਾ ਹੈ ਵੀ ਬਹੁਤ ਸਾਰੇ ਜਿਹੜੇ ਸਾਇੰਸਦਾਨ ਵੀ ਆ ਜਾਂ ਇਦਾਂ ਦੇ ਆ ਜਿਨ੍ਹਾਂ ਨੂੰ ਕੰਪਲੈਕਸ ਪ੍ਰੋਬਲਮਸ ਅਜੇ ਹੱਲ ਨਹੀਂ ਹੋ ਪਾ ਰਹੀਆਂ, ਉਹ ਆਪਣੇ ਇਸ ਦੇ ਮਦਦ ਜਿਹੜੀ ਉਹਨਾਂ ਨੇ ਲੈਣੀ ਸ਼ੁਰੂ ਕੀਤੀ ਆ। ਵੀ ਭਾਈ ਸਾਨੂੰ ਵੀ ਕਈ ਸਵਾਲਾਂ ਦੇ ਜਿਹੜੇ ਜਵਾਬ ਆ ਉਹ ਮਿਲਣੇ ਜਿਹੜੇ ਉਹ ਸ਼ੁਰੂ ਹੋ ਜਾਣ। ਹੁਣ ਦੇਖੋ ਵੀ ਹੁਣ ਮੰਨ ਲਓ ਕੋਈ ਆਪਾਂ ਰਿਸਰਚ ਕਰਦੇ ਆ, ਮੈਂ ਤੇ ਹਰਵਿੰਦਰ ਰਿਸਰਚ ਦੇ ਵਿੱਚ ਕਿਸੇ 'ਚ ਲੱਗੇ ਆ, ਕਿਤਾਬਾਂ ਤਾਂ ਹੁਣ ਸੈਂਕੜੇ ਹੀ ਨੇ, ਹਜ਼ਾਰਾਂ ਹੀ ਨੇ, ਜੀ, ਪਰ ਮੌਕੇ ਦੇ ਉੱਤੇ ਜੇ ਕੋਈ ਚੀਜ਼ ਪੁੱਛਣੀ ਆ ਤਾਂ ਆਪਾਂ ਚੈਟ ਜੀਪੀਟੀ ਨੂੰ ਤੁਰੰਤ ਦੇਣੀ ਜਿਹੜੀ ਪੁੱਛ ਸਕਦੇ ਆ, ਤੇ ਉਹਦੇ ਕੋਲ ਜੇ ਨੌਲੇਜ ਹੈਗੀ, ਉਹਦੇ ਕੋਲ ਕਿਤਾਬਾਂ ਫੀਡ ਨੇ ਉਹਦੇ ਵਿੱਚ, ਤਾਂ ਆਪਾਂ ਨੂੰ ਝੱਟ ਦੇਣੀ ਆਨਸਰ ਜਿਹੜਾ ਉਹ ਦੇ ਸਕਦਾ। ਸੋ ਕੰਮ ਇਸਨੇ ਬਹੁਤ ਸੁਖਾਲਾ ਕੀਤਾ, ਤੇਜ਼ ਕੀਤਾ, ਤੇ ਇਹਦੇ ਨਾਲ ਹਰਵਿੰਦਰ ਕੀ ਆਪਾਂ ਨੂੰ ਲੱਗਦਾ ਵੀ ਐਕਚੁਅਲ ਦੇ ਵਿੱਚ ਜਿਹੜਾ ਟੈਕਨੋਲੋਜੀਕਲ ਬੈਰੀਅਰਸ ਹੁੰਦੇ ਆ, ਕਈ ਵੀ ਆਪਾਂ ਉੱਥੇ ਤੱਕ ਪਹੁੰਚਣ 'ਚ ਅਜੇ ਤੱਕ ਪਹੁੰਚੇ ਨਹੀਂ ਅਜੇ, ਤੇ ਇਹ ਚੈਟ ਜੀਪੀਟੀ ਇਦਾਂ ਦੀਆਂ ਚੀਜ਼ਾਂ ਨੂੰ ਟੈਕਨੋਲੋਜੀਕਲ ਬ੍ਰੇਕ ਥਰੂਜ਼ ਕਰਨ ਦੇ ਵਿੱਚ ਵੀ ਮਦਦ ਕਰ ਸਕਦਾ ਹੈ? ਬਿਲਕੁਲ, ਬਿਲਕੁਲ ਕਰ ਸਕਦਾ ਨਹੀਂ, ਕਰ ਰਿਹਾ ਵਾ। ਹੂੰ, ਅਜੇ ਕੁਛ ਦਿਨ ਪਹਿਲਾਂ ਹੀ ਜ਼ੈਡਨੈਟ ਦੇ ਉੱਤੇ ਇੱਕ ਖਬਰ ਸੀ ਕਿ ਆਮ ਲੋਕ ਹੁਣ ਹੂੰ, ਦੇਖੋ ਹੂੰ, ਟੈਕਨੋਲੋਜੀ ਦਾ ਐਕਸੈਸ ਹੈ ਨਾ, ਅੱਜ ਦੇ ਸਮੇਂ ਵਿੱਚ ਅਸੀਂ ਅਮਰੀਕਾ ਬੈਠੇ ਹਾਂ। ਹੂੰ, ਅੱਜ ਦੇ ਸਮੇਂ ਵਿੱਚ ਵੀ ਕੰਜ਼ਿਊਮਰ ਲੈਵਲ ਦੀ ਟੈਕਨੋਲੋਜੀ ਤਾਂ ਚਲੋ ਹਰ ਇੱਕ ਕੋਲ ਐਕਸੈਸ ਹੈਗਾ, ਪਰ ਡਿਵੈਲਪਮੈਂਟ ਲੈਵਲ ਦੀ ਟੈਕਨੋਲੋਜੀ ਦਾ ਅਜੇ ਵੀ ਐਕਸੈਸ ਬਹੁਤ ਲੋਕਾਂ ਕੋਲ ਨਹੀਂ ਹੈਗਾ। ਹੂੰ, ਹੂੰ, ਹੈ ਹੂੰ, ਨਾ? ਮੰਨ ਲਓ ਕਿਸੇ ਨੇ ਕੋਈ ਟੈਕਨੀਕਲ ਐਡਵਾਈਸ ਲੈਣੀ ਆ, ਉਹ ਫਿਰ ਵੀ ਅੱਜ ਕਿਸੇ ਟੈਕਨੀਕਲ ਐਕਸਪਰਟ ਕੋਲ ਜਾਂਦਾ ਰਾਜ ਕਰਨ ਨੂੰ। ਹੈ ਨਾ? ਤੁਹਾਡੇ ਕੋਲ ਜਿੱਦਾਂ ਮਾਸਟਰਸ ਡਿਗਰੀ ਆ, ਤੇ ਜੇ ਕਿਸੇ ਨੂੰ ਕੋਈ ਕੰਪਿਊਟਰ ਦਾ ਸਵਾਲ ਹੋਏ ਤਾਂ ਰਾਜ ਕਰਨ ਕੋਲ ਜਾਏਗਾ। ਹੈ ਨਾ? ਪਰ ਉਹੀ ਲੋਕ ਰਾਜ ਕਰਨ ਕੋਲ ਜਾਣਗੇ ਜਿਹੜੇ ਰਾਜ ਕਰਨ ਨੂੰ ਜਾਣਦੇ ਆ। ਬਹੁਤ ਲੋਕਾਂ ਕੋਲ ਜਿਹੜੇ ਟੈਕਨੀਕਲ ਲੋਕਾਂ ਦਾ ਐਕਸੈਸ ਨਹੀਂ ਹੁੰਦਾ। ਹੈ ਨਾ? ਹੂੰ, 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 ਪਰ ਹੁਣ ਚੈਟ ਜੀਪੀਟੀ ਦੀ ਪਰਸੋਂ ਦੀ ਜਿਹੜੀ ਖਬਰ ਆ, ਜ਼ੈਡਨੈਟ ਦਾ ਆਰਟੀਕਲ ਸੀ ਕਿ ਜਿਹੜੇ ਆਮ ਲੋਕੀ ਆ, ਉਹ ਵੀ ਚੈਟ ਜੀਪੀਟੀ ਦੇ ਉੱਤੇ ਜਾ ਕੇ ਤੇ ਟਰਬਲ ਸ਼ੂਟ ਕਰ ਰਹੇ ਆਪਣੀ ਟੈਕ ਪ੍ਰੋਬਲਮਸ ਨੂੰ। ਦੇਖੋ। ਠੀਕ ਆ? ਜਿੱਦਾਂ ਮੇਰਾ ਮੰਨ ਲਓ ਕੰਪਿਊਟਰ ਨਹੀਂ ਚੱਲਦਾ, ਹੈ ਨਾ? ਹੂੰ, ਚੈਟ ਜੀਪੀਟੀ ਕੋਲ ਜਾਓ, ਮੇਰਾ ਕੰਪਿਊਟਰ ਨਹੀਂ ਚੱਲਦਾ। ਹੈ ਨਾ? ਅੱਜ ਦੇ ਦਿਨ ਵਿੱਚ ਚੈਟ ਜੀਪੀਟੀ ਫ੍ਰੀ ਆ। ਚੈਟ ਜੀਪੀਟੀ ਨੇ ਅੱਜ ਦੇ ਦਿਨ ਦੇ ਵਿੱਚ ਇੱਕ ਉਹਦਾ ਫ੍ਰੀਵੇਅਰ ਵਰਜ਼ਨ ਆ, ਤੇ ਇੱਕ ਉਹਦਾ ਪੇਡ ਵਰਜ਼ਨ ਆ ਜਿਹੜਾ $20 ਦਾ, ਪਰ ਹੂੰ, ਫ੍ਰੀਵੇਅਰ ਵਰਜ਼ਨ ਦੇ ਵਿੱਚ ਵੀ ਸਾਰੀ ਆਲਮੋਸਟ ਜਾਣਕਾਰੀ ਹੈਗੀ ਆ। ਕਾਫੀ ਜਾਣਕਾਰੀ ਆ। ਸਾਰੀ, ਹੈ ਨਾ? ਵੀ ਜਿਹੜਾ ਪੇਡ ਹੂੰ, ਵਰਜ਼ਨ ਉਹਦੇ ਵਿੱਚ ਕੁਛ ਹੋਰ ਫੀਚਰ ਆ ਵੀ ਕਦੇ ਡਾਊਨ ਨਹੀਂ ਹੋਏਗਾ, ਇੱਦਾਂ ਦੀ ਚੀਜ਼ਾਂ, ਪਰ ਹੂੰ, ਜਾਣਕਾਰੀ ਦੋਨਾਂ ਵਿੱਚ ਸੇਮ ਹੀ ਆ, ਕਾਫੀ ਹੋਈ। ਸਿਮਿਲਰ ਹੀ ਆ। ਤੇ ਉਹਦੇ ਵਿੱਚ ਆਮ ਲੋਕੀ ਵੀ ਜਿੱਦਾਂ ਤੁਸੀਂ ਗੱਲ ਕਹੀ ਆ, ਤੇ ਉਹਨਾਂ ਨੂੰ ਐਕਸੈਸ ਆ ਗਈ ਟੈਕਨੋਲੋਜੀ ਦੀ ਚੈਟ ਹੂੰ, ਹੂੰ, ਜੀਪੀਟੀ ਦੇ ਨਾਲ, ਸੋ ਲੋਕਾਂ ਨੂੰ ਬਿਲਕੁਲ ਐਮਪਾਵਰ ਕਰੇਗੀ ਆਉਣ ਵਾਲੇ ਸਮੇਂ ਦੇ ਵਿੱਚ। ਆਮ ਲੋਕੀ ਜਿਹੜੀਆਂ ਕੰਪਲੀਕੇਟਡ ਚੀਜ਼ਾਂ ਵਾ, ਉਹ ਇੱਕ ਸਬਜੈਕਟ ਮੈਟਰ ਐਕਸਪਰਟ ਕੋਲ ਜਾਣ ਦੀ ਬਜਾਏ ਚੈਟ ਜੀਪੀਟੀ ਦੇ ਨਾਲ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਸਕਦੇ ਆ। ਤੇ ਇੱਥੇ ਹਰਵਿੰਦਰ ਫਿਰ ਇੱਕ ਇਹ ਵੀ ਗੱਲ ਨਾਲ ਆ ਜਾਂਦੀ ਆ ਵੀ ਕੀ ਫਿਰ ਇਹ ਐਲੀਟਿਜ਼ਮ ਦਾ ਵੀ ਇਹ ਸਿੰਬਲ ਹੋਊਗਾ? ਹੁਣ ਜਿੱਦਾਂ ਅ, ਸਬਸਕ੍ਰਿਪਸ਼ਨ ਮਾਡਲ ਆ, ਅੱਜ ਦੇ ਜੀ, ਦਿਨ ਤਾਂ ਫ੍ਰੀ ਆ, ਕੱਲ ਨੂੰ ਜੇ ਪ੍ਰੀਮੀਅਮ ਹੋ ਜਾਂਦਾ ਆ ਜਾਂ ਕਹਿੰਦੇ ਵੀ ਨਹੀਂ ਤੁਸੀਂ ਡਾਲਰ ਦੇਵੋਗੇ ਤਾਂ ਹੀ ਅਸੀਂ ਤੁਹਾਡੇ ਟੈਕਨੋਲੋਜੀ ਦੇ ਸਵਾਲਾਂ ਦੇ ਜਵਾਬ ਦੇ ਸਕਦੇ ਆ, ਕਿਤੇ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋਣ ਦਾ ਵੀ ਖਤਰਾ ਇਹਦਾ? ਰਾਜਗੁਰੂ ਨੂੰ ਇਹ ਤਾਂ ਇੱਕ ਵੱਖਰੀ ਤਰ੍ਹਾਂ ਦਾ ਨਾਨ ਟੈਕਨੀਕਲ ਤੇ ਹਾਂ, ਸਬਜੈਕਟਿਵ ਸਵਾਲ ਆ, ਹਨਾ? ਪਰ ਜੀ। ਇਹਦਾ ਮੈਂ ਦੱਸ ਦਿੰਦਾ ਮੈਂ ਇਹਨੂੰ ਕਿੱਦਾਂ ਸੋਚਦਾ। ਹੂੰ, ਹੂੰ, ਦੇਖੋ ਅੱਜ ਦੇ ਦਿਨ ਦੇ ਵਿੱਚ ਵੀ ਸੇਮ ਹੀ ਚੀਜ਼ ਹੈ, ਹਨਾ? ਤੇ ਹੂੰ, ਜੇ ਤੁਸੀਂ ਕਿਸੇ ਕੋਲ ਜਾਂਦੇ ਹੋ ਜਿਹੜਾ ਕੋਈ ਟੈਕ ਐਕਸਪਰਟ ਆ, ਤੇ ਉਹਨੂੰ ਤੁਸੀਂ ਪੈਸੇ ਦੇ ਕੇ ਆਪਣੀ ਸਰਵਿਸ ਲੈਂਦੇ ਹੋ, ਬਿਲਕੁਲ। ਹੂੰ, ਹੂੰ, ਹੈ ਹੂੰ, ਨਾ? ਤੇ ਉਹ ਜੇ ਰੀਜ਼ਨੇਬਲ ਪ੍ਰਾਈਸ ਦੇ ਉੱਤੇ ਡਾਊਨ ਦਾ ਰੋਡ ਰਹੇ, ਜਿੱਦਾਂ ਹੁਣ $20 ਆ, ਮੰਨ ਲਓ ਕਿ ਅੱਜ ਫ੍ਰੀ ਆ, ਕੱਲ ਨੂੰ $20 ਕਰ ਦਿੰਦੇ, $10 ਕਰ ਦਿੰਦੇ, ਜਿੰਨੀ ਵੀ, ਹੈ ਨਾ, ਬੇਸਿਕ ਹੂੰ, ਹੂੰ, ਪ੍ਰੀਮੀਅਮ ਹੂੰ, ਕਰ ਦਿੰਦੇ। ਜੇ ਕਿੱਥੇ ਉਹਨਾਂ $250-400 ਦੇ ਕੇ ਆਪਣਾ ਕੰਮ ਕਰਾਉਣਾ ਹੈ, ਕਿੱਥੇ ਉਹ ਸਬਸਕ੍ਰਿਪਸ਼ਨ ਦੇ ਬੇਸ ਦੇ ਉੱਤੇ ਆਪ ਵੇਖ ਕੇ ਕੰਮ ਕਰ ਰਹੇ ਆ। ਹੂੰ, 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 ਸੋ ਬਿਲਕੁਲ। ਅਗੇਨ ਗੱਲ ਤਾਂ ਯੂਜੇਜ ਦੀ ਆ, ਤੇ ਅਗਲੀ ਕੰਪਨੀ ਦੀ ਕੀ ਸਟ੍ਰੈਟਜੀ ਆ, ਉਹ ਇਸ ਚੀਜ਼ਾਂ ਨੂੰ ਕਿੱਦਾਂ ਦੇਖਦੇ ਆ, ਇਹ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਲੱਗ ਜਾਏਗਾ ਪਤਾ। ਬਿਲਕੁਲ। ਸੋ ਇਹ ਇਸ ਚੀਜ਼ਾਂ ਜਿਹੜੀਆਂ ਆਪਾਂ ਦੇਖ ਰਹੇ ਹੈਗੇ ਆ, ਤੇ ਹਰਵਿੰਦਰ ਜੇ ਆਪਾਂ ਹੁਣ ਟੈਕ ਇੰਡਸਟਰੀ ਦੀ ਆਪਾਂ ਗੱਲ ਕਰ ਹਟੇ ਆ ਵੀ ਕਿੱਦਾਂ ਇਸ ਦੇ ਵਿੱਚ ਉਹ ਇਫੈਕਟ ਕਰ ਰਿਹਾ, ਚੇਂਜ ਜਿਹੜਾ ਉਹ ਲਿਆ ਰਿਹਾ ਆ, ਇੱਥੇ ਨਾਲ ਦੇ ਨਾਲ ਖਤਰਾ ਇਹ ਵੀ ਬਣਦਾ ਵੀ ਬਹੁਤ ਸਾਰੀਆਂ ਫਿਰ ਜਿਹੜੀਆਂ ਜੌਬਸ ਆ ਉਸ ਦੇ ਉੱਤੇ ਵੀ ਬਿਲਕੁਲ। ਪ੍ਰਸ਼ਨ ਜਿਹੜੇ ਉਹ ਉੱਠਣਗੇ
ਵੀ ਜੇ ਚੈਟ ਜੀਪੀਟੀ ਨੇ ਕੋਡ ਲਿਖ ਕੇ ਦੇ ਦੇਣਾ ਆ, ਤੇ ਸਿਰਫ ਇੱਕ ਟਾਈਪ ਕਰਨ ਵਾਲਾ ਹੀ ਚਾਹੀਦਾ ਹੈ ਨਾ। ਬਿਲਕੁਲ ਤਾਂ ਠੀਕ। ਚੈਟ ਜੀਪੀਟੀ ਇੰਨਾ ਕੁ ਸਿਆਣਾ ਬਣ ਹੀ ਜਾਣਾ ਵੀ ਉਹਨੇ ਆਪਣੇ ਆਪ ਸਵਾਲ ਵੀ ਜਿਹੜਾ ਉਹ ਪੁੱਛ ਸਕਦਾ ਆ। ਹੁਣ ਹੂੰ। ਆਪਾਂ ਗੱਲ ਕਰੀਏ ਸਿੱਖਾਂ ਦੇ ਸੰਦਰਭ ਦੇ ਵਿੱਚ, ਜੀ। ਸਿੱਖਾਂ ਦੇ ਪ੍ਰਤੀ ਜਿਹੜੀ ਇਨਫੋਰਮੇਸ਼ਨ ਕੱਲ ਨੂੰ ਹੁਣ ਜਿਗਿਆਸਾ ਆ, ਹਰ ਇੱਕ ਦੇ ਵਿੱਚ ਕਿਉਰਿਓਸਿਟੀ ਆ। ਮੈਂ ਜੀ। ਪਤਾ ਕਰਨਾ ਚਾਹੁੰਦਾ ਵੀ ਕੀ ਆ, ਕੋਈ ਹਿੰਦੂਇਜ਼ਮ ਬਾਰੇ ਪੁੱਛਦਾ ਹੋਊ, ਕੋਈ ਬੋਧੀਆਂ ਬਾਰੇ, ਜਾਂ ਵੈਸੇ ਵੱਖ-ਵੱਖ ਧਰਮਾਂ ਦੇ ਬਾਰੇ, ਏਦਾਂ ਕੋਈ ਸਿੱਖਾਂ ਬਾਰੇ ਵੀ ਪੁੱਛਦਾ ਹੋਊਗਾ। ਸੋ ਜੀ। ਇਹ ਸਿੱਖ ਕਿੱਦਾਂ ਕੰਟਰੀਬਿਊਟ ਕਰ ਸਕਦੇ ਆ, ਜਾਂ ਕਿੱਦਾਂ ਦੀਆਂ ਜਿਹੜੀਆਂ ਸਿੱਖ ਸਾਈਟਸ ਨੇ ਉਹ ਇਹਦੇ ਵਿੱਚ ਚੈਟ ਜੀਪੀਟੀ 'ਚ ਕੰਟਰੀਬਿਊਟ ਕਰਨ, ਤਾਂ ਜੋ ਜਿਹੜੀ ਸਹੀ ਇਨਫੋਰਮੇਸ਼ਨ ਸਿੱਖਾਂ ਬਾਰੇ ਵੀ ਜਾਵੇ। ਸੋ ਜਦੋਂ ਮੈਂ ਅੱਗੇ ਥੋੜੇ ਕੰਪਲਿਕੇਟਡ, ਮੈਂ ਬਹੁਤ ਡੀਪ 'ਚ ਨਹੀਂ ਸੀ ਗਿਆ। ਡੂੰਘਾਈ ਦੇ ਵਿੱਚ ਮੈਂ ਕੁਛ ਲਰਨਿੰਗ ਮਾਡਲਸ ਦੀ ਪਹਿਲਾਂ ਗੱਲ ਕੀਤੀ। ਦੇਖੋ ਬਾਏ ਦ ਐਂਡ ਆਫ ਦ ਚੈਟ ਜੀਪੀਟੀ ਕੀ ਆ? ਚੈਟ ਜੀਪੀਟੀ ਨੇ ਇਨਫੋਰਮੇਸ਼ਨ ਉਹੀ ਦੇਣੀ ਜੋ ਪਬਲਿਕ ਡੋਮੇਨ ਦੇ ਵਿੱਚ ਪਈ ਆ। ਬਿਲਕੁਲ। ਹੈ ਨਾ? ਸੋ ਉਹਨੂੰ ਫਿਲਟਰ ਕਰਕੇ ਉਹਨੂੰ ਵੱਧ ਤੋਂ ਵੱਧ ਇਹ ਕੋਸ਼ਿਸ਼ ਕਰੂਗਾ ਕਿ ਉਹਨੂੰ ਆਪਾਂ ਕਿੱਦਾਂ ਸਹੀ ਕਰ ਸਕਦੇ ਆ, ਸਹੀ ਇਨਫੋਰਮੇਸ਼ਨ ਜਿਹੜੀ ਸਾਰਿਆਂ ਦੇ ਸਾਹਮਣੇ ਹੈ ਨਾ ਆਏ, ਉਹ ਕਰ ਸਕਦੇ ਆ। ਸੋ ਉਹਦੇ 'ਚ ਇਹ ਆ ਕਿ ਥੋੜੇ ਦਿਨ ਪਹਿਲਾਂ ਦੀ ਗੱਲ ਹੀ ਆ, ਜੇ ਵਾਸ਼ਿੰਗਟਨ ਪੋਸਟ ਨੇ ਕੁਛ ਇਹ ਕਵਰ ਕੀਤਾ ਇਸ ਚੀਜ਼ ਨੂੰ, ਠੀਕ ਆ, ਕਿ ਕੁਛ ਸੀਕ੍ਰੇਟ ਲਿਸਟ ਆਫ ਵੈਬਸਾਈਟਸ ਜਿਹਦੇ ਤੋਂ ਡੇਟਾ ਜਿਹੜਾ ਵਾ ਉਹ ਨਾ ਚੈਟ ਜੀਪੀਟੀ ਜੀਪੀਟੀ ਨੇ ਇਕੱਠਾ ਕੀਤਾ, ਹੈ ਨਾ। ਸੋ ਉਹਦੇ ਵਿੱਚ ਮੈਂ ਲਿਸਟ ਦੇਖਦਾ ਸੀ, ਤੇ ਉਸ ਲਿਸਟ ਦੇ ਵਿੱਚ ਰਾਜਕਨ ਮੈਂ ਦੱਸਦਾ ਕਿ ਜਿਹੜੇ ਆਪਣੇ ਲੋਕ ਆ ਜਿਨ੍ਹਾਂ ਨੇ ਐਫਰਟ ਕੀਤਾ ਪਹਿਲੇ ਟਾਈਮ ਦੇ ਉੱਤੇ, ਉਹਦੇ 'ਚ ਨਾ ਖਾਸ ਤੌਰ ਦੇ ਉੱਤੇ ਮੈਂ ਸਿੱਖ ਸਿਆਸਤ ਦਾ ਨਾਂ ਲਊਂਗਾ। ਸਿੱਖ ਸਿਆਸਤ ਸਿੱਖਾਂ ਦਾ ਪੱਖ ਰੱਖਣ ਵਾਲੀ ਇੱਕ ਨਿਊਜ਼ ਏਜੰਸੀ ਆ ਇੰਡੀਆ ਦੇ ਵਿੱਚ। ਉਹਦੇ ਉੱਤੇ ਕਾਫੀ ਅੱਜ ਦੇ ਸਮੇਂ ਦੇ ਉੱਤੇ ਬੈਨ ਵੀ ਆ, ਬੈਨ ਨਹੀਂ ਕਹਿ ਲਓ ਕਿ ਉਹਦੀ ਰੀਚ ਘਟਾਈ ਹੋਈ ਆ। ਪਰ ਜਦੋਂ ਮੈਂ ਸਿੱਖ ਕਰਕੇ ਸਰਚ ਕੀਤਾ ਤੇ ਉਹਨਾਂ ਦੀ 3 ਵੈਬਸਾਈਟਾਂ, sikhsiasat.com, sikhsiasat.net ਤੇ sikhsiasat.com, ਉਹ ਜਿਹੜੇ ਸੀਕ੍ਰੇਟ ਲਿਸਟ ਦੇ ਵਿੱਚ ਆਈ ਹੋਈ ਸੀ। ਸੋ ਕਹਿਣ ਦਾ ਮਤਲਬ ਵੀ ਸੀਕ੍ਰੇਟ ਲਿਸਟ ਕਹਿਣ ਦਾ ਮਤਲਬ ਵੀ ਜਿਹਨੂੰ ਚੈਟ ਜੀਪੀਟੀ ਨੇ ਯੂਜ਼ ਕੀਤਾ, ਵਰਤਿਆ ਆਪਣੇ ਮਾਡਲ ਬਣਾਉਣ ਦੇ ਵਾਸਤੇ। ਤੇ ਮੈਂ ਤਾਂ ਇਹ ਵਿੱਚ ਐਗਜ਼ਾਮਪਲ ਲਈ ਸਿੱਖ ਸਿਆਸਤ ਦੀ, ਕਿਉਂਕਿ ਉਹ ਜਿਹੜੀ ਵਾਸ਼ਿੰਗਟਨ ਪੋਸਟ ਨੇ ਰਨ ਕੀਤਾ ਸੀ, ਉਹਦੇ ਵਿੱਚ ਉਹਨਾਂ ਦਾ ਨਾਮ ਆਇਆ। ਪਰ ਇਹਦੇ ਤੋਂ ਆਨਸਰ ਮਿਲ ਜੂ, ਜਵਾਬ ਮਿਲ ਜੂਗਾ ਜੋ ਤੁਸੀਂ ਗੱਲ ਕਹੀ ਕਿ ਕਿੱਦਾਂ ਕੰਟਰੀਬਿਊਟ ਕਰ ਸਕਦੇ ਆ, ਹੈ ਨਾ। ਵੇਖੋ ਆਉਣ ਵਾਲਾ ਅਸੀਂ ਅੰਮ੍ਰਿਤਪਾਲ ਵਾਲੇ ਕੇਸ ਦੇ ਵਿੱਚ ਵੀ ਗੱਲ ਕਰ ਲਈ ਕਿ ਜਦੋਂ ਅੱਜ ਦੇ ਸਮੇਂ ਦੇ ਵਿੱਚ ਜਦੋਂ ਕੋਈ ਬੰਦਾ ਕਿਸੇ ਚੀਜ਼ ਬਾਰੇ ਜਾਣਕਾਰੀ ਲੈਂਦਾ ਤੇ ਇੰਟਰਨੈਟ ਦਾ ਮਾਧਿਅਮ ਵਰਤਦਾ, ਤੇ ਇੱਕ ਨੈਚੁਰਲ ਚੀਜ਼ ਇਹ ਹੁੰਦੀ ਆ ਕਿ ਜਿਹੜੀ ਇਨਫੋਰਮੇਸ਼ਨ ਬੰਦੇ ਕੋ ਕੋਰੀ ਸਲੇਟ ਦੇ ਉੱਤੇ ਪਹਿਲੀ ਵਾਰ ਉਕਰ ਗਈ, ਉਹਦਾ ਇੰਪੈਕਟ ਜ਼ਿਆਦਾ ਹੁੰਦਾ, ਪ੍ਰਭਾਵ ਉਹ ਜ਼ਿਆਦਾ ਪਾਉਂਦੀ ਆ, ਹੈ ਨਾ। ਸੋ ਅਸੀਂ ਕੀ ਕਰ ਸਕਦੇ ਕਿ ਵੱਧ ਤੋਂ ਵੱਧ ਜਿਹੜੀ ਜਾਣਕਾਰੀ ਆ ਉਹ ਇੰਟਰਨੈਟ ਦੇ ਉੱਤੇ ਆਪਣੇ ਕਿਸੇ ਨਾ ਕਿਸੇ ਤਰੀਕੇ, ਜੋ ਸਾਨੂੰ ਪਤਾ ਹੈ ਨਾ, ਅਸੀਂ ਇਕੱਲੇ ਪੈਸਿਵ ਲਿਸਨਰ ਨਾ ਬਣੀਏ, ਸੋਸ਼ਲ ਮੀਡੀਆ ਕੰਜ਼ਿਊਮਰ ਨਾ ਬਣੀਏ, ਅਸੀਂ ਕੰਟਰੀਬਿਊਸ਼ਨ ਦੇ ਵੱਲ ਵੀ ਜਾਈਏ। ਜੋ ਤੁਹਾਨੂੰ ਪਤਾ, ਜੋ ਤੁਹਾਨੂੰ ਲੱਗਦਾ ਸੱਚ ਆ, ਉਹਨੂੰ ਲਿਖਣ ਦੀ ਕੋਸ਼ਿਸ਼ ਕਰੀਏ, ਅੰਕਿਤ ਕਰਨ ਦੀ ਕੋਸ਼ਿਸ਼ ਕਰੀਏ। ਕਿਉਂਕਿ ਗੂਗਲ ਸਰਚ ਦੇ ਵਿੱਚ ਵੀ ਆਪਾਂ ਐਗਜ਼ਾਮਪਲ ਲੈ ਲਈ ਵੀ ਜੇ ਕਿਸੇ ਨੇ ਕੋਈ ਚੀਜ਼ ਸਿੱਖਾਂ ਬਾਰੇ ਪਾਈ ਹੋਏ ਤੇ ਉਹਦੇ 'ਚ ਕੀਵਰਡ ਰਲ ਜਾਣ ਤੇ ਗੂਗਲ ਸਰਚ ਦੇ ਵਿੱਚ ਆ ਜਾਂਦੇ ਆ। ਸੋ ਸੇਮ ਹੀ ਚੀਜ਼ ਇਹਦੇ ਵਾਸਤੇ ਹੋਣੀ ਹੈ ਕਿ ਜਿੰਨੀ ਵੈਲਿਊਏਬਲ ਇਨਫੋਰਮੇਸ਼ਨ, ਐਕੂਰੇਟ ਇਨਫੋਰਮੇਸ਼ਨ ਤੁਸੀਂ ਇਸ ਇੰਟਰਨੈਟ ਦੇ ਇਨਫਰਾਸਟ੍ਰਕਚਰ ਦੇ ਵਿੱਚ ਪਾਓਗੇ, ਉਨੀ ਜਿਹੜੀ ਜਾਣਕਾਰੀ ਉਹ ਕਿਸੇ ਨੂੰ ਮਿਲੂਗੀ। ਹਾਂ, ਪਰ ਇਹਦਾ ਨੁਕਸਾਨ ਵੀ ਇੱਥੇ, ਜਿਹੜੀ ਹੁਣ ਮੈਂ ਆਪਣੇ ਨੁਕਸਾਨ ਦੀ ਜਿਹੜੀ ਤੁਸੀਂ ਗੱਲ ਕੀਤੀ ਉਹਦੇ ਵੱਲ ਵੀ ਬਿਲਕੁਲ ਜਾਵਾਂਗੇ ਕਿ ਅੱਜ ਦਾ ਮੌਕਾ ਹੈਗਾ ਡਿਸਇਨਫੋਰਮੇਸ਼ਨ ਦਾ, ਮਿਸ ਇਨਫੋਰਮੇਸ਼ਨ ਦਾ ਵੀ ਤੇ ਡਿਸਇਨਫੋਰਮੇਸ਼ਨ ਦਾ ਵੀ, ਜਾਣ ਬੁੱਝ ਕੇ ਵੀ ਗਲਤ ਇਨਫੋਰਮੇਸ਼ਨ ਪੇਸ਼ ਕਰਨੀ। ਸੋ ਉਹ ਆਉਣ ਵਾਲੇ ਸਮੇਂ ਦੇ ਵਿੱਚ ਘੱਟ ਗਿਣਤੀਆਂ ਦੇ ਉੱਤੇ, ਜ਼ਰੂਰੀ ਨਹੀਂ ਧਾਰਮਿਕ ਘੱਟ ਗਿਣਤੀਆਂ, ਹੈ ਨਾ, ਕਲਚਰਲ ਘੱਟ ਗਿਣਤੀਆਂ, ਬੋਲੀ ਦੀ ਭਾਸ਼ਾ ਦੀ ਘੱਟ ਗਿਣਤੀਆਂ, ਜਾਂ ਹੋਰ ਵੀ ਕੋਈ ਮਿਨੋਰਟੀਜ਼ ਦੀ ਆਪਾਂ ਗੱਲ ਕਰੀਏ, ਉਹਨਾਂ ਦੇ ਵਾਸਤੇ ਇੱਕ ਟੈਕ ਲੋਕਾਂ ਦੇ ਵਾਸਤੇ ਚੈਲੰਜ ਆ ਕਿ ਉਹਨਾਂ ਦੀ ਰਾਈਟ ਰਿਪਰੈਜ਼ੈਂਟੇਸ਼ਨ, ਉਹਨਾਂ ਦਾ ਪੱਖ ਜਿਹੜਾ ਉਹ ਕਿੱਦਾਂ ਸਹੀ ਤਰੀਕੇ ਦੇ ਨਾਲ ਸਾਹਮਣੇ ਰੱਖਿਆ ਜਾ ਸਕੇ। ਉਹਦੇ ਉੱਤੇ ਵੀ ਕਾਫੀ ਜਿਹੜੀ ਕੰਮਕਾਰ ਹੋ ਰਹੇ ਆ, ਪਰ ਸਾਡੇ ਕੰਮ ਕਰਨ ਦੇ ਤਰੀਕੇ ਦੇ ਵਿੱਚ ਇਹ ਚੀਜ਼ ਆਪਾਂ ਨੂੰ ਪਹਿਲ ਦੇ ਆਧਾਰ 'ਤੇ ਰੱਖਣੀ ਚਾਹੀਦੀ ਕਿ ਅਸੀਂ ਐਜ਼ ਅ ਇੰਡੀਵਿਜੂਅਲ, ਐਜ਼ ਅ ਕਮਿਊਨਿਟੀ, ਐਜ਼ ਅ ਗਰੁੱਪ ਆਪਾਂ ਆਪਣੀ ਜਾਣਕਾਰੀ ਲੋਕਾਂ ਦੇ ਅੱਗੇ ਕਿੱਦਾਂ ਰੱਖਣੀ। ਕਿਉਂਕਿ ਬਾਏ ਦ ਐਂਡ ਆਫ ਦ ਡੇ ਜਿਹੜੀ ਆਪਾਂ ਗੱਲ ਕੀਤੀ ਕਿ ਇਹ ਹੈ ਤਾਂ ਮਸ਼ੀਨ ਲਰਨਿੰਗ ਹੀ ਆ, ਉਹਨੇ ਤੇ ਡੇਟਾ ਓਨਾ ਹੀ ਇਕੱਠਾ ਕਰਨਾ ਜਿੰਨਾ ਅਵੇਲੇਬਲ ਆ ਉਹਦੇ ਬੇਸ ਦੇ ਉੱਤੇ, ਠੀਕ ਆ। ਪਰ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਸਿੱਖਾਂ ਦੀ ਗੱਲ ਕੀਤੀ, ਮੈਂ ਉਹਦੇ ਬਾਰੇ ਕੁਛ ਜੋ ਸੋ ਕਾਲਡ ਮੇਨ ਸਟ੍ਰੀਮ ਵਿੱਚ ਕੰਟਰੋਵਰਸ਼ੀਅਲ ਸਬਜੈਕਟ, ਉਹਦੇ ਬਾਰੇ ਮੈਂ ਚੈਟ ਜੀਪੀਟੀ ਤੋਂ ਸਰਚ ਕੀਤੀ, ਹੈ ਨਾ। ਘੱਲੂ ਘਾਰੇ ਜਿਹਨੂੰ ਇੰਗਲਿਸ਼ 'ਚ ਆਪਰੇਸ਼ਨ ਬਲੂ ਸਟਾਰ ਕਹਿੰਦੇ ਆ, ਉਹਦੀ ਮੈਂ ਸਰਚ ਕੀਤੀ, ਜਾਂ ਕਿਸਾਨੀ ਐਜੀਟੇਸ਼ਨ ਦੀ ਸਰਚ ਕੀਤੀ, ਜਾਂ ਮੈਂ ਜੈਨੋਸਾਈਡ ਦੀ 1984 ਦੇ ਜੈਨੋਸਾਈਡ ਦੀ ਸਰਚ ਕੀਤੀ। ਉਹਦੇ ਬਾਰੇ ਅੱਜ ਦੇ ਸਮੇਂ ਵਿੱਚ ਚੈਟ ਜੀਪੀਟੀ ਦੀ ਜਿਹੜੀ ਜਾਣਕਾਰੀ ਉਹ ਕਾਫੀ ਜ਼ਿਆਦਾ ਬੈਲੈਂਸਡ ਸੀ।
ਇਹ ਆ ਵੀ ਉਹ ਬੈਲੈਂਸਡ ਰਵੇ, ਉਹ ਠੀਕ ਰਵੇ। ਇਹਦੇ ਲਈ ਆਪਾਂ ਨੂੰ ਇਹ ਜਿਹੜੀ ਗੁੱਡ ਇਨਫੋਰਮੇਸ਼ਨ, ਸਹੀ ਇਨਫੋਰਮੇਸ਼ਨ ਆ ਉਸ ਦੇ ਵਿੱਚ ਪਾਉਂਦੇ ਰਹਿਣਾ ਪੈਣਾ। ਜੀ, ਤੇ ਮੈਂ ਉਹਦੇ 'ਚ ਰਿਪੀਟ ਕਰਦਾ ਕਿ ਇਹ ਸਹੀ ਇਨਫੋਰਮੇਸ਼ਨ ਹੋਣ ਦਾ ਜਿਹੜਾ ਕਾਰਨ ਸੀ, ਹੂੰ, ਉਹ ਹੈਗਾ ਸੀ ਕਿ ਜਿਹੜੇ ਮਾਡਲ ਉਹਨਾਂ ਨੇ ਵਰਤੇ ਚੈਟ ਜੀਪੀਟੀ ਨੇ, ਯਾ ਉੱਥੋਂ ਇਹ ਜਾਣਕਾਰੀ ਸਹੀ ਗਈ, ਜਿਹਦੇ ਵਿੱਚ ਸਿੱਖ ਸਿਆਸਤ ਦਾ ਕਾਫੀ ਅਹਿਮ ਰੋਲ ਸੀ। ਤੁਸੀਂ ਸਾਰੇ ਇਹ ਤਾਂ ਇਨਫੋਰਮੇਸ਼ਨ ਪਬਲਿਕ ਹੀ ਆ। ਤੁਸੀਂ ਵਿਸ਼ਨ ਹਾਂ, ਨਿਊਜ਼ ਉਹਨਾਂ ਤੇ ਦੀ ਵੈਬਸਾਈਟ ਜਾ ਤੇ ਕੇ ਜਾ ਤੁਸੀਂ ਜਾਓ ਤਾਂ ਮੈਨੂੰ ਲੱਗਦਾ ਸੀਕ੍ਰੇਟ ਵੈਬਸਾਈਟ ਹਾਂ, ਕੀਵਰਡ ਪਾ ਕੇ ਸਰਚ ਕਰ ਸਕਦੇ ਹੋ, ਹਾਂਜੀ, ਤੇ ਉਹਦੇ ਸਿੱਖ ਵਿੱਚ ਤੁਹਾਨੂੰ ਸਾਰੀ ਇੰਸਟੀਚਿਊਟ ਦੇ ਆਈ ਥਿੰਕ ਸਭ ਤੋਂ ਜ਼ਿਆਦਾ ਜਿਹੜਾ ਉਹ ਰੈਂਕ ਜਿਹੜਾ ਉਹ ਰਿਹਾ। ਹੋਰ ਵੀ ਬਹੁਤ ਸਾਰੀਆਂ ਸਿੱਖ ਨੈਟ, ਸਿੱਖ ਜੀ, ਫਿਲਾਸਫੀ, ਸਿੱਖ ਆਨਸਰ, ਸਿੱਖ ਸਿਆਸਤ, ਇੱਥੋਂ ਤੱਕ ਕਿ ਸਿੱਖ ਮੈਟਰੀਮੋਨੀ ਵਰਗੀਆਂ ਵੀ ਜੀ, ਵੈਬਸਾਈਟ ਬਿਲਕੁਲ। ਜਿਹੜੀਆਂ ਤੋਂ ਉਹਨਾਂ ਨੇ ਇਨਫੋਰਮੇਸ਼ਨ ਜਿਹੜੀ ਉਹ ਚੱਕ ਰਹੇ ਆ। ਸੋ ਇਹ ਚੀਜ਼ ਆ। ਸੋ ਹੁਣ ਆਪਾਂ ਚੈਟ ਜੀਪੀਟੀ ਦੀ ਗੱਲ ਕੀਤੀ ਹੈ, ਜਿਹੜਾ ਓਪਨ ਏਆਈ ਦਾ ਆ, ਜਿਹਦੇ ਵਿੱਚ ਜ਼ੋਰ ਜਿਹੜਾ ਕਹਿ ਸਕਦੇ ਆ ਵੀ ਸਭ ਤੋਂ ਵੱਧ ਇਨਵੈਸਟਮੈਂਟ ਮਾਈਕਰੋਸਾਫਟ ਨੇ ਜਿਹੜੀ ਸ਼ੁਰੂਆਤ ਦੇ ਵਿੱਚ ਜਿਹੜੀ ਉਹ ਕੀਤੀ, ਆਬਵੀਅਸਲੀ ਹੁਣ ਉਹਦਾ ਲਾਹਾ ਵੀ ਖੱਟਣਗੇ। ਇਹਦੇ ਬਿਲਕੁਲ ਜੀ, ਪੈਰਲਲ ਕੀ ਆ? ਹੁਣ ਗੂਗਲ ਦੀ ਆਪਾਂ ਸਰਚ ਇੰਜਨ ਦੀ ਗੱਲ ਕੀਤੀ ਸੀ ਵੀ ਜੀ, ਉਹਨਾਂ ਦਾ ਅਜੇ ਵੀ ਸਰਚ ਦੇ ਵਿੱਚ ਕੋਈ ਤੋੜ ਨਹੀਂ। ਅਜੇ ਵੀ ਲੋਕ ਕਿਤੇ ਵੀ ਜਾਣਾ ਤਾਂ ਅੱਜ ਮੈਂ ਗੂਗਲ ਕਰਕੇ ਦੱਸੂਗਾ ਜਾਂ ਗੂਗਲ ਕਰਕੇ ਪੁੱਛੂੰਗੀ ਜਾਂ ਇਦਾਂ ਆ ਉਹ ਦੱਸੂਗੀ, ਇਹ ਚੀਜ਼ਾਂ ਆ। ਤੇ ਇਹਦੇ ਕੰਪੀਟੀਟਰਸ ਕੀ ਆ? ਗੂਗਲ ਵੀ ਫਿਰ ਲੈ ਕੇ ਆ ਰਹੇ ਆ ਜਾਂ ਹੋਰ ਵੀ ਆਲਰੇਡੀ ਇਸ ਤੇ ਰਾਈਟ ਨਾਓ ਇਕੁਇਵਲੈਂਟ ਚੱਲ ਰਿਹਾ ਕੋਈ? ਬੜਾ ਵਧੀਆ ਸਵਾਲ ਕੀਤਾ। ਇੱਕ ਨਾ ਟੈਕਨੋਲੋਜੀ ਲੈ ਲਓ ਜਾਂ ਕੋਈ ਵੀ ਬਿਜ਼ਨਸ ਲੈ ਲਓ, ਬਾਏ ਦ ਐਂਡ ਆਫ ਦ ਡੇ ਜਿਹੜੇ ਟੈਕਨੋਲੋਜੀ ਕੰਪਨੀਆਂ, ਉਹ ਵੀ ਬਿਜ਼ਨਸ ਵਿੱਚ ਆ। ਬਿਲਕੁਲ। ਹਨਾ? ਸੋ ਜਦੋਂ ਇਦਾਂ ਦੀ ਗੱਲਬਾਤ ਹੁੰਦੀ ਆ ਤੇ ਪੰਜਾਬੀ 'ਚ ਕਹਾਵਤ ਹੈ ਨਾ ਕਿ ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਵਾਂ ਇਕੱਲੀ। ਹੂੰ, ਚਲੋ ਇੱਕ ਉਹ ਤਾਂ ਇੱਕ ਡਿਫਰੈਂਟ ਕੰਟੈਕਸਟ ਵਿੱਚ ਗੱਲ ਹੁੰਦੀ, ਪਰ ਉਹਦੇ ਵਿੱਚ ਵੀ ਨਾ ਬਿਜ਼ਨਸ ਵਿੱਚ ਹੁੰਦੀ ਟਾਈਮ ਟੂ ਮਾਰਕੀਟ। ਹੂੰ, ਹੂੰ, ਜਦੋਂ ਕੋਈ ਫੀਚਰ ਮਾਰਕੀਟ ਦੇ ਵਿੱਚ ਨਵਾਂ ਕੱਢਦਾ, ਜਿਹੜਾ ਪਹਿਲਾਂ ਕੱਢ ਗਿਆ ਉਹਦਾ ਥੋੜ੍ਹਾ ਜਿਹਾ ਲੱਤ ਉੱਪਰ ਹੋ ਜਾਂਦੀ, ਐਜ ਲੈ ਜਾਂਦਾ ਉਹ, ਹਨਾ? ਉੱਪਰ ਐਜ ਹੂੰ, ਹੋ ਜਾਂਦੀ ਉਹਦੀ। ਜਦੋਂ ਚੈਟ ਜੀਪੀਟੀ ਨੇ ਕਿਹਾ ਤੇ ਬੈਕ ਐਂਡ ਦੇ ਉੱਤੇ ਤਾਂ ਸਾਨੂੰ ਪਤਾ ਹੈ ਵੀ ਟੈਕ ਕੰਪਨੀਆਂ ਬੜੇ ਚਿਰ ਤੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਕੰਮ ਕਰ ਰਹੀਆਂ, ਤੇ ਜਦੋਂ ਪਹਿਲਾਂ ਚੈਟ ਜੀਪੀਟੀ ਕਹਿੰਦੇ ਕਿ ਲਾਂਚ ਹੋਣਾ, ਤੇ ਸਾਰਿਆਂ ਦੇ ਜਿਹੜੇ ਮਾਹਰ ਹੀ ਟੈਕ ਦੇ, ਉਹ ਕਹਿੰਦੇ ਵੀ ਯਾਰ ਹੋ ਜਾਊਗਾ ਲਾਂਚ, ਕੋਈ ਏਡੀ ਵੱਡੀ ਗੱਲ ਨਹੀਂ। ਪਰ ਜਦੋਂ ਲਾਂਚ ਹੋਈ ਤੇ ਉਹਨੇ ਆਪਣੀ ਇਫੈਕਟਿਵਨੈਸ ਵਿਖਾਈ, ਤੇ ਫਿਰ ਜਿਹੜੇ ਬਾਕੀ ਕੰਪੀਟੀਟਰ ਸੀ ਉਹਨਾਂ ਦੇ ਵਿੱਚ ਵੀ ਜ਼ੋਰ ਲੱਗ ਗਿਆ ਵੀ ਆਪਾਂ ਪਿੱਛੇ ਰਹਿ ਗਏ, ਆਪਾਂ ਵੀ ਕੁਛ ਕਰੀਏ। ਹੂੰ, ਕਾਹਲੀ ਦੇ ਵਿੱਚ ਫਿਰ ਜੋ ਉਹਨਾਂ ਦਾ ਅੱਜ ਅੱਧ ਪੱਕਾ ਹੈਗਾ ਸੀ ਕੰਮ, ਉਹਨਾਂ ਬਾਹਰ ਕੱਢ ਦਿੱਤਾ। ਮੈਂ ਉਹਦੀ ਇੱਕ ਪ੍ਰਾਈਮ ਐਗਜ਼ਾਮਪਲ ਦੱਸਦਾ, ਗੂਗਲ ਨੇ ਬਾਰਡ ਕੱਢ ਦਿੱਤਾ, ਹੂੰ, ਅਲਾਂਦਾ। BARD, ਹਨਾ? ਹੂੰ, ਬਾਰਡ ਜਦੋਂ ਉਹਨਾਂ ਸਾਹਮਣੇ ਲੈ ਕੇ ਆਂਦਾ, ਉਹਦਾ ਡੈਮੋ ਹੀ ਦੇਣ ਡੇ ਸੀ, ਪਬਲਿਕ ਡੈਮੋ, ਤੇ ਉਹਦੇ ਵਿੱਚ ਕੁਛ ਉਹਨਾਂ ਜਾਣਕਾਰੀ ਪਾਈ ਜਿਹਦਾ ਕਿ ਜੋ ਜਵਾਬ ਗਲਤ ਨਿਕਲਿਆ, ਤੇ 1-2 ਦਿਨਾਂ ਦੇ ਵਿੱਚ ਗੂਗਲ ਦੇ ਸ਼ੇਅਰ $1 ਬਿਲੀਅਨ ਦਾ ਉਹਨਾਂ ਨੁਕਸਾਨ ਨੁਕਸਾਨ ਕਰਵਾਇਆ। ਝੱਲਣਾ ਪੈ ਗਿਆ। ਉਹ ਹੂੰ, ਕਾਫੀ ਮਸ਼ਹੂਰ ਹੋਈ ਸੀ ਇਹ ਨਿਊਜ਼, ਹੈ ਨਾ? ਹੂੰ, ਸੋ ਕਹਿਣ ਦਾ ਮਤਲਬ ਇਹ ਤੇ ਹੋਰ ਵੀ ਜਦੋਂ ਇਦਾਂ ਦੀ ਗੱਲਬਾਤ ਆਉਂਦੀ ਤੇ ਬਾਕੀ ਕਾਫੀ ਜਿਹੜੀ ਟੈਕ ਕੰਪਨੀਆਂ ਬੈਕ ਐਂਡ ਦੇ ਉੱਤੇ ਤਾਂ ਕੰਮ ਕਰ ਹੀ ਰਹੀਆਂ, ਹੂੰ, ਹੈ ਨਾ? ਹੂੰ, ਹੁਣ ਬਾਰਡ, ਗੂਗਲ ਨੇ ਬਾਰਡ ਕੱਢਿਆ, ਇਸੇ ਤਰ੍ਹਾਂ ਮੈਟਾ ਜਿਹਦੀ ਪੇਰੈਂਟ ਕੰਪਨੀ ਹੈ ਫੇਸਬੁੱਕ ਦੀ, ਹੂੰ, ਤੇ ਉਹਨੇ ਵੀ ਆਪਣਾ ਉਹ ਵੀ ਇਹਦੇ ਉੱਤੇ ਕੰਮ ਕਰ ਰਹੀ ਆ, ਹੈ ਨਾ? ਹੂੰ, ਤੇ ਹੂੰ, ਤੇ ਉਹ ਪਰ ਉਹਨੇ ਗੂਗਲ ਤੋਂ ਸਿੱਖ ਲਿਆ ਕਿ ਆਪਾਂ ਕਾਹਲੀ ਵਿੱਚ ਨਹੀਂ ਕਰਨਾ, ਕਿਉਂਕਿ ਸਾਡਾ ਵੀ ਕੰਪੀਟੀਸ਼ਨ ਅੱਧ ਕੱਚਾ ਜੇ ਅਸੀਂ ਬਾਹਰ ਕੱਢਿਆ ਤੇ ਸਾਡੇ ਰੈਪੂਟੇਸ਼ਨਲ ਰਿਸਕ ਹੋ ਸਕਦਾ ਸਾਨੂੰ। ਹੂੰ, ਹੂੰ, ਸੋ ਹੂੰ, ਉਹਨਾਂ ਆਪਣਾ ਬਾਹਰ ਨਹੀਂ ਕੱਢਿਆ। ਪਰ ਇਹ ਤੋਂ ਬਾਅਦ ਉਹਦੇ ਹੋਰ ਕੰਪੀਟੀਸ਼ਨ ਦੇ ਵਿੱਚ ਕਰੈਕਟਰ AI ਆਇਆ, ਜਿਹੜੇ 2 ਗੂਗਲ ਦੇ ਇੰਜੀਨੀਅਰ ਸੀ, ਐਕਸ ਇੰਜੀਨੀਅਰ ਸੀ ਪੁਰਾਣੇ, ਉਹਨਾਂ ਕੱਢਿਆ। ਹੂੰ, ਹੂੰ, ਇਸੇ ਤਰ੍ਹਾਂ ਜਦੋਂ US ਦੇ ਵਿੱਚ ਇਦਾਂ ਦੀ ਗੱਲਾਂ ਬਾਤਾਂ ਸੀ, ਦੁਨੀਆ ਭਰ ਦੇ ਟੈਕਨੋਲੋਜੀ ਕੰਪਨੀਆਂ ਨੇ, ਚਾਈਨੀਜ਼ ਵਿੱਚ ਬਾਇਡੂ ਕਰਕੇ ਬਹੁਤ ਰਿਸਰਚ ਕੰਪਨੀ ਗੂਗਲ ਦੇ ਇੱਕ ਵਰਗੀ ਆ, ਉਹਨਾਂ ਨੇ ਆਪਣਾ ਚੈਟਬੋਟ ਕੱਢਿਆ, ਹੈ ਨਾ? ਉਹਦਾ ਨਾਂ ਰੱਖਿਆ ਅਰਨੀ ਬੋਟ। ਤੇ ਸਾਊਥ ਕੋਰੀਆ ਨੇ ਨੇਵਰ ਕਰਕੇ ਕੱਢਿਆ, ਹੈ ਨਾ? ਫਰਵਰੀ ਦੇ ਵਿੱਚ। ਤੇ ਇਸੇ ਤਰ੍ਹਾਂ ਜਿਹੜੇ ਰਸ਼ੀਆ ਵਾਲੇ ਸੀ, ਉਹ ਕਿੱਦਾਂ ਪਿੱਛੇ, ਉਹਨਾਂ ਵੀ ਯੈਂਡੈਕਸ ਕਰਕੇ ਫਰਵਰੀ 2023 ਦੇ ਵਿੱਚ ਇਸੇ ਤਰ੍ਹਾਂ ਦਾ ਚੈਟ ਬਾਕਸ ਰਿਲੀਜ਼ ਕੱਢਿਆ, ਕੀਤਾ। ਤੇ ਹੂੰ, ਉਹਦਾ 2.0 ਵਰਜ਼ਨ ਵੀ ਹੁਣ ਅਵੇਲੇਬਲ ਹੈ। ਸੋ ਹੋਰ ਵੀ ਆਉਣਗੇ ਕੰਪੀਟੀਸ਼ਨ ਦੇ ਵਿੱਚ, ਪਰ ਅੱਜ ਦੇ ਦਿਨ ਦੇ ਵਿੱਚ ਵੇਖਿਆ ਜਾਏ ਸਰਦਾਰੀ ਚੈਟ ਤੇ ਜੀਪੀਟੀ ਦੀ ਆ। ਜੀ, ਹੂੰ, ਸਰਦਾਰੀ ਅੱਜ ਦੇ ਦਿਨ ਦੇ ਵਿੱਚ ਚੈਟ ਜੀਪੀਟੀ ਦੀ ਹੀ ਆ। ਇਹ ਸੋਚਿਆ ਜਾ ਸਕਦਾ ਮੇਬੀ ਗੂਗਲ ਵਾਲਾ ਜਿਹੜਾ ਉਹ ਕਰੇ, ਕਿਉਂਕਿ ਉਹਨਾਂ ਦੇ ਕੋਲ ਵੀ ਇੰਡੈਕਸਿੰਗ, ਲਿਸਟਿੰਗ ਕਾਫੀ ਆ। ਕਾਫੀ ਜ਼ਿਆਦਾ ਜਿਹੜੀ ਉਹ ਹੈਗੀ ਆ। ਨੋ ਡਾਊਟ ਉਹਨਾਂ ਨੇ ਕਾਹਲੀ ਦੇ ਵਿੱਚ ਸੁੰਦਰ ਪਿਚਾਈ ਨੇ ਉਸੇ ਵੇਲੇ ਜਦੋਂ ਚੈਟ ਜੀਪੀਟੀ ਆਇਆ ਕਿਹਾ ਵੀ ਨਹੀਂ ਲੈ ਵੀ ਆਹ ਚੱਕੋ, ਸਾਡਾ ਬਾਗ ਵੀ ਇੱਥੇ ਹੀ ਆ। ਹੋ ਪਰ ਅਜੇ ਜਾਂਦਾ। ਚੈਟ ਜੀਪੀਟੀ ਕਿਉਂਕਿ ਚੈਟ ਜੀਪੀਟੀ ਦੇ ਪਿੱਛੇ ਕਈ ਸਾਲਾਂ ਦੀ ਮਸ਼ੱਕਤ ਸੀਗੀ, ਜੀ, ਤੇ ਹਾਲ ਦੀ ਘੜੀ ਉੱਤੇ ਆ। ਫਿਊਚਰ ਦੇ ਵਿੱਚ ਕੀ ਹੋਊਗਾ, ਕਿੱਦਾਂ ਹੋਊਗਾ, ਇਹ ਜਿਹੜੀ ਉਹ ਦੇਖਣ ਵਾਲੀ ਗੱਲ ਹੋਊਗੀ। ਬਹੁਤ ਸਾਰੇ ਇਸ ਦੇ ਨਾਲ ਐਥਿਕਸ ਦੇ ਹੋਰ ਕਈ ਚੀਜ਼ਾਂ ਦੇ, ਨੌਕਰੀਆਂ ਦੇ ਬੜੇ ਸਵਾਲ ਜਿਹੜੇ ਇਸ ਦੇ ਨਾਲ ਜੁੜੇ ਆ, ਉਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਇਸ ਦੇ ਉੱਤੇ ਗੱਲਬਾਤ ਜਿਹੜੀ ਉਹ ਕਰਦੇ ਰਵਾਂਗੇ। ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡਾ ਮਕਸਦ ਸੀਗਾ ਚੈਟ ਜੀਪੀਟੀ ਨੂੰ ਲੈ ਕੇ ਗੱਲਬਾਤ ਕਰਨ ਦਾ, ਕਿੱਦਾਂ ਕੰਮ ਕਰਦਾ, ਕੀ ਹੈਗਾ ਆ, ਕੀ ਜਿਹੜਾ ਹੋਰ ਇਸ ਦੇ ਨਾਲ
ਉਤਲੇ ਲੈਵਲ ਦੇ ਉੱਤੇ ਮੁੱਢਲੇ ਤੌਰ ਦੇ ਉੱਤੇ ਜਿਹੜਾ ਆਪਾਂ ਜਾਣਕਾਰੀ ਦਿੱਤੀ। ਆਪਾਂ ਇੱਕ ਬ੍ਰੇਕ ਲਵਾਂਗੇ, ਜੀ ਉਸ ਤੋਂ ਬਾਅਦ 'ਚ ਟੈਕਨੋਲੋਜੀ ਦੇ ਨਾਲ ਸੰਬੰਧਿਤ ਕਈ ਖਬਰਾਂ ਜਿਹੜੀਆਂ ਉਹ ਚੱਲ ਰਹੀਆਂ ਆ, ਉਸ ਦੇ ਉੱਤੇ ਆਪਾਂ ਨਜ਼ਰ ਜਿਹੜੀ ਉਹ ਬਣਾਵਾਂਗੇ, ਜਿਸ ਦੇ ਵਿੱਚ ਕ੍ਰਿਪਟੋ ਤੋਂ ਲੈ ਕੇ ਡਰਾਈਵਰਲੈਸ ਕਾਰਾਂ ਦੀ ਤੇ ਸੁਪਰੀਮ ਕੋਰਟ ਰਾਈਟਸ ਦੀ ਗੱਲ ਵੀ ਆਉਂਦੀ ਹੈ ਟੈਕਨੋਲੋਜੀ ਦੇ ਖੇਤਰ ਦੇ ਵਿੱਚ, ਉਹਦੇ ਉੱਤੇ ਚਰਚਾ ਕਰਾਂਗੇ। ਸੋ ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਟੈਕ ਟਾਕ। ਮੈਂ ਰਾਜਕਰਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਵਿੰਦਰ ਸਿੰਘ ਜੀ। ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਧੰਨਵਾਦ ਰਾਜਕਰਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਦਾ ਬ੍ਰੇਕ ਤੋਂ ਬਾਅਦ ਫਿਰ ਤੋਂ ਨਿੱਘਾ ਜੀ ਆਇਆਂ। ਸੋ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਟੈਕਨੋਲੋਜੀ ਖੇਤਰ ਦੇ ਵਿੱਚ ਕੀ ਗੱਲਾਂ ਬਾਤਾਂ ਚੱਲ ਰਹੀਆਂ ਆ, ਉਸ ਉੱਤੇ ਜਿਹੜੀ ਉਹ ਆਪਾਂ ਚਰਚਾ ਕਰਦੇ ਹਾਂ। ਗੱਲਬਾਤ ਟੈਕਨੋਲੋਜੀ ਦੀ ਤੇ ਇਨਸਾਨ ਦੇ ਜਿਹੜੇ ਰਾਈਟ ਆ, ਹੱਕ ਹਕੂਕਾਂ ਦੀ ਆਪਾਂ ਗੱਲ ਕਰ ਲੈਂਦੇ ਹਾਂ। ਜਿਸ ਮੁਲਕ ਦੇ ਵਿੱਚ ਆਪਾਂ ਇਸ ਟਾਈਮ ਇੱਥੇ ਰਹਿ ਰਹੇ ਹਾਂ, ਅਮਰੀਕਾ ਦੇ ਵਿੱਚ, ਫਸਟ ਅਮੈਂਡਮੈਂਟ ਬੜੀ ਇੱਕ ਵੱਡੀ ਚੀਜ਼ ਮੰਨੀ ਗਈ ਆ। ਇਸੇ ਲਈ ਫਸਟ ਅਮੈਂਡਮੈਂਟ ਆ ਵੀ ਤੁਹਾਡੇ ਜਿਹੜੇ ਸਾਰੇ ਹੱਕ ਆ ਤੁਹਾਡੇ ਕੋਲ ਰਹਿਣ, ਖਾਸ ਕਰਕੇ ਬੋਲਣ ਦੇ ਜਾਂ ਜਿਹੜੇ ਇਲੈਕਟਿਡ ਅਫੀਸ਼ੀਅਲ ਆ ਉਹਨਾਂ ਨੂੰ ਸਵਾਲ ਜਵਾਬ ਕਰਨ ਦੇ। ਹਰਵਿੰਦਰ, ਇਹ ਖਬਰ ਜਿਹੜੀ ਇਸ ਟਾਈਮ ਚਰਚਾ ਬਟੋਰ ਰਹੀ ਆ ਵੀ ਸੁਪਰੀਮ ਕੋਰਟ ਨੇ ਹੁਣ ਇਹ ਫੈਸਲਾ ਲੈਣਾ ਆ ਵੀ ਜਿਹੜੇ ਅਧਿਕਾਰੀ ਨੇ, ਅਫੀਸ਼ੀਅਲਸ ਨੇ, ਕੀ ਸੋਸ਼ਲ ਮੀਡੀਆ, ਚਾਹੇ ਉਹ ਟਵਿੱਟਰ ਆ, ਫੇਸਬੁੱਕ ਆ, ਇੰਸਟਾਗ੍ਰਾਮ ਆ, ਟਿਕਟੌਕ ਆ, ਜਾਂ ਕੋਈ ਵੀ ਸੋਸ਼ਲ ਮੀਡੀਆ ਪਲੇਟਫਾਰਮ ਆ, ਈਵਨ ਲਿੰਕਡਇਨ ਵੀ ਆ, ਕੀ ਉੱਥੇ ਉਹ ਆਪਣੇ ਕਨਸਟੀਚੁਐਂਟਸ ਆ ਉਹਨਾਂ ਨੂੰ ਬਲੌਕ ਕਰ ਸਕਦੇ ਆ? ਕੀ ਉਹਨਾਂ ਦੀ ਆਵਾਜ਼ ਜਾਂ ਉਹਨਾਂ ਦੇ ਪੁੱਛੇ ਗਏ ਸਵਾਲਾਂ ਨੂੰ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਰੋਕ ਸਕਦੇ ਆ? ਆਪਾਂ ਇਹ ਚੀਜ਼ ਪਹਿਲਾਂ ਵੀ ਪਲੇ ਆਊਟ ਹੁੰਦੀ ਦੇਖੀ ਆ। ਜਦ ਪਿਛਲੇ ਪ੍ਰਸ਼ਾਸਨ ਦੇ ਵਿੱਚ ਟਰੰਪ ਹੁਣਾਂ ਨੇ ਵੀ ਕਈ ਜਿਹੜੇ ਕਨਸਟੀਚੁਐਂਟਸ ਆ, ਕਿਉਂਕਿ ਉਹ ਤੇ ਪੂਰੇ ਅਮਰੀਕਾ ਨੂੰ ਰਿਪਰੈਜ਼ੈਂਟ ਕਰਦੇ ਆ, ਉਹਨਾਂ ਨੂੰ ਬਲੌਕ ਕੀਤਾ। ਉਹ ਮਾਮਲਾ ਉੱਤੇ ਤੱਕ ਗਿਆ ਤੇ ਆਈ ਥਿੰਕ ਉਹਨਾਂ ਨੂੰ ਕਿਹਾ ਗਿਆ ਸੀਗਾ ਵੀ ਨਹੀਂ ਭਾਈ, ਇਦਾਂ ਨਹੀਂ ਕੀਤਾ ਜਾ ਸਕਦਾ। ਪਰ ਇੱਕ ਵਾਰੀ ਫਿਰ ਸੁਪਰੀਮ ਕੋਰਟ ਦੇ ਵਿੱਚ ਇਹ ਮਸਲਾ ਜਿਹੜਾ ਫਸਟ ਅਮੈਂਡਮੈਂਟ ਦੀ ਗਾਰੰਟੀਜ਼ ਦਾ ਆਇਆ ਵੀ ਕੀ ਅਧਿਕਾਰੀਆਂ ਦੇ ਕੋਲ ਇਹ ਹੱਕ ਹੈਗਾ ਆ ਵੀ ਆਪਣੇ ਕਨਸਟੀਚੁਐਂਟਸ, ਹਲਕੇ ਦੇ ਨਿਵਾਸੀਆਂ ਨੂੰ ਬਲੌਕ ਕਰ ਦੇਣ। ਜੀ ਸੋ ਇਹ ਵੀ ਕੰਪਲਿਕੇਟਿਡ ਟੌਪਿਕ ਆ ਇਸ ਹਿਸਾਬ ਦੇ ਨਾਲ। ਦੇਖੋ ਦੋਨੋਂ ਪਾਸੇ ਇਹਦੇ ਹੈ ਨਾ, ਇੱਕ ਤਾਂ ਫਸਟ ਅਮੈਂਡਮੈਂਟ ਦੀ ਗੱਲ ਹੁੰਦੀ ਆ ਵੀ ਸਾਰਿਆਂ ਨੂੰ ਬੋਲਣ ਦਾ, ਆਪਣੀ ਗੱਲ ਕਹਿਣ ਦਾ ਹੱਕ ਆ। ਦੂਸਰੇ ਟਾਈਮ ਦੇ ਉੱਤੇ ਇਹ ਵੀ ਆ ਜਾਂਦਾ ਕਿ ਅੱਜ ਦਾ ਟਾਈਮ ਇੰਨਾ ਸਿੰਪਲ ਰਿਹਾ ਨਹੀਂ, ਮਿਸ ਇਨਫੋਰਮੇਸ਼ਨ, ਡਿਸਇਨਫੋਰਮੇਸ਼ਨ ਤੇ ਜਿੱਦਾਂ ਫੇਕ ਅਕਾਊਂਟਸ, ਇਹ ਸਾਰਾ ਜਿਹੜਾ ਮਸਲਿਆਂ ਨੂੰ ਹੋਰ ਗੁੰਝਲਦਾਰ ਬਣਾ ਦਿੰਦੇ ਆ। ਕਿਉਂਕਿ ਜਿਹੜੀ ਇਲੈਕਸ਼ਨ ਦਾ ਸੰਬੰਧ ਪਾਵਰ ਦੇ ਨਾਲ ਆ, ਤੇ ਜਦੋਂ ਕੋਈ ਵੀ ਸਿਸਟਮ, ਇਨਫਰਾਸਟ੍ਰਕਚਰ, ਪਾਰਟੀ ਪਾਵਰ ਦੇ ਵਿੱਚ ਹੁੰਦੀ ਆ, ਇਹਦਾ ਮਤਲਬ ਵੀ ਉਹ ਰੂਲ ਐਂਡ ਰੈਗੂਲੇਸ਼ਨ ਨੂੰ ਬਣਾ ਸਕਦੀ, ਤੇ ਰੂਲ ਐਂਡ ਰੈਗੂਲੇਸ਼ਨ ਜਿਹੜਾ ਬਿਜ਼ਨਸ ਨੂੰ ਡਾਇਰੈਕਟ ਕਰਦੇ ਆ। ਸੋ ਪੈਸਾ ਵੀ ਇਨਡਾਇਰੈਕਟਲੀ ਇਹਦੇ 'ਚ ਇਨਵੋਲਵ ਹੁੰਦਾ। ਸੋ ਕਹਿਣ ਦਾ ਮਤਲਬ ਵੀ ਜਦੋਂ ਆਈਡੀਆਜ਼ ਸਵੇ ਕਰਨੇ ਹੁੰਦੇ ਆ, ਸੋ ਇੱਕ ਟਾਰਗੇਟਿਡ ਕੰਪੇਨਸ ਵੀ ਰਨ ਹੁੰਦੀਆਂ ਇਸ ਚੀਜ਼ ਨੂੰ ਲੈ ਕੇ, ਹੈ ਨਾ। ਸੋ ਇਹ ਸਾਰੀਆਂ ਜਿਹੜੀਆਂ ਦੇ ਕਰਕੇ ਮਸਲਾ ਜਿਹੜਾ ਬੜਾ ਗੁੰਝਲਦਾਰ ਹੋ ਜਾਂਦਾ, ਏਡਾ ਸਟ੍ਰੇਟ ਫਾਰਵਰਡ ਨਹੀਂ ਆ। ਸੋ ਇਸ ਕਰਕੇ ਜਿਹੜਾ ਮਸਲਾ ਸੁਪਰੀਮ ਕੋਰਟ ਦੇ ਵਿੱਚ ਗਿਆ, US ਸੁਪਰੀਮ ਕੋਰਟ ਦੇ ਵਿੱਚ, ਕਿ ਤੁਸੀਂ ਡਿਸਾਈਡ ਕਰਕੇ ਦੱਸੋ ਕਿ ਇਹ ਫਸਟ ਅਮੈਂਡਮੈਂਟ ਜਿਹੜੀ ਆ, ਬਾਕੀ ਕੁਛ ਵੀ ਗੱਲਾਂ ਹੋਣ, ਹੈ ਨਾ, ਫਸਟ ਅਮੈਂਡਮੈਂਟ ਤਾਂ ਕਨਸਟੀਟਿਊਸ਼ਨਲ ਰਾਈਟ ਆ ਨਾ ਅਮਰੀਕਨਸ ਦਾ। ਸੋ ਉਹਦੇ ਵਿੱਚ ਇਹ ਕਰਦੇ ਕਿ ਇਹ ਉਹਨੂੰ ਜਦੋਂ ਕਿ ਤੁਸੀਂ ਕਿਸੇ ਨੂੰ ਕਿਸੇ ਵਿਊ ਪੁਆਇੰਟ ਨੂੰ ਤੁਸੀਂ ਬਲੌਕ ਕਰਦੇ ਹੋ, ਜਾਂ ਅਬਿਊਜ਼ ਕਰਨ ਦੇ ਲਈ, ਜਾਂ ਆਨਲਾਈਨ ਟ੍ਰੋਲਿੰਗ ਕਰਨ ਦੇ ਲਈ ਬਲੌਕ ਕਰਦੇ ਹੋ, ਜਾਂ ਹੋਰ ਵੀ ਕੋਈ ਵੀ ਕਾਰਨ ਹੋ ਸਕਦਾ, ਕਿ ਉਹ ਫਸਟ ਅਮੈਂਡਮੈਂਟ ਦੀ ਉਲੰਘਣਾ ਤਾਂ ਨਹੀਂ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਸੁਪਰੀਮ ਕੋਰਟ ਨੇ ਕੰਸੀਡਰ ਕਰਨੀਆਂ, ਤੇ ਆਉਣ ਵਾਲੇ ਸਮੇਂ ਦੇ ਵਿੱਚ ਵੇਖੋ ਇਹਦਾ ਕੀ ਡਿਸੀਜਨ ਆਉਂਦਾ। ਬੜਾ ਇੰਟਰਸਟਿੰਗ ਹੋਊਗਾ, ਜੋ ਵੀ ਹੋਊਗਾ ਆਪਾਂ ਇਹਨੂੰ ਇਸ ਸ਼ੋਅ ਦੇ ਉੱਤੇ ਜ਼ਰੂਰ ਇਹਦੇ ਵਿੱਚ ਆਪਾਂ ਜ਼ਰੂਰ ਦੱਸ ਜਾਈਏ ਵੀ ਇਹ ਨਾ ਮਸਲਾ ਜੁੜਿਆ ਸਕੂਲ ਬੋਰਡ ਦੇ ਨਾਲ। ਕੁਛ ਜਿਹੜੇ ਸਕੂਲ ਬੋਰਡ ਦੇ ਸਦਰਨ ਕੈਲੀਫੋਰਨੀਆ ਦੇ ਜਿਹੜੇ 2 ਮੈਂਬਰ ਆ, ਉਹਨਾਂ ਦੇ ਜਿਹੜੇ ਖਾਸ ਕੋਈ 2 ਕ੍ਰਿਟਿਕ ਸੀਗੇ, ਉਹ ਕਾਫੀ ਉਹਨਾਂ ਦੇ ਪੋਸਟਰ ਜਾਂ ਉਹਨਾਂ ਦੇ ਉਲਟ ਜਿਹੜਾ ਉਹ ਸੋਸ਼ਲ ਮੀਡੀਆ ਦੇ ਉੱਤੇ ਬੋਲਦੇ ਸੀ ਜਾਂ ਕਹਿੰਦੇ ਸੀਗੇ, ਤੇ ਉਹਨਾਂ ਨੇ ਬਲੌਕ ਕਰਤੇ। ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਇਹ ਮਸਲਾ ਅਦਾਲਤ ਤਾਈਂ, ਸੁਪਰੀਮ ਕੋਰਟ ਤੱਕ ਦੇਖੋ ਜਿਹੜਾ ਉਹ ਜਾ ਰਿਹਾ ਆ। US ਕੋਰਟ ਆਫ ਅਪੀਲ ਜਿਹੜੀ 6th ਸਰਕਟ ਦੀ ਆ, ਉਹਨਾਂ ਨੇ ਇਹ ਕਿਹਾ ਸੀਗਾ ਵੀ ਭਾਈ ਇਹ ਜਿਹੜੇ ਇਹਨਾਂ ਨੇ ਰਾਈਟਸ ਦੀ ਜਿਹੜੀ ਵਾਇਲੇਟ ਨਹੀਂ ਕੀਤਾ, ਉਹਨਾਂ ਦੇ ਜਿਹੜੇ ਐਕਸੈਸ ਨੂੰ ਜਿਹੜਾ ਉਹ ਬਲੌਕ ਕਰਕੇ। ਸੋ ਹੁਣ ਸੁਪਰੀਮ ਕੋਰਟ ਇਵੈਂਚੁਅਲੀ ਡਿਸਾਈਡ ਕਰੂਗਾ। ਪਰ ਇਹ ਵੀ ਜ਼ਿਕਰਯੋਗ ਗੱਲ ਇਸ ਲਈ ਇੱਥੇ ਆ ਹਰਵਿੰਦਰ, ਵੀ ਜਿਹੜਾ ਸੁਪਰੀਮ ਕੋਰਟ ਰਾਈਟ ਨਾਓ ਕਾਫੀ ਕੰਜ਼ਰਵੇਟਿਵ ਆ, ਤੇ ਉਹ ਯੂਜਲੀ ਇਹੋ ਜਿਹੇ ਚੀਜ਼ਾਂ ਦੇ ਹੱਕ ਦੇ ਵਿੱਚ ਫੈਸਲਾ ਜਿਹੜਾ ਉਹ ਦੇ ਸਕਦਾ। ਪਰ ਉਹਨਾਂ ਨੇ ਦੇਖਣਾ ਉਹਦੀ ਟੈਕਨੀਕੈਲਿਟੀਜ਼ ਤੇ ਹੋਰ ਕਨਸਟੀਟਿਊਸ਼ਨ ਜਿਹੜਾ ਉਹ ਕੀ ਆਖਦਾ ਹੈਗਾ ਆ। ਜੀ ਅਗਲੀ ਹਰਵਿੰਦਰ ਗੱਲ ਕਰੀਏ, ਈਲਨ ਮਸਕ ਨੇ ਟਵਿੱਟਰ ਖਰੀਦਿਆ,
$44 ਬਿਲੀਅਨ ਜਿਹੜਾ ਉਸਨੇ ਖਰਚਾ ਕੀਤਾ। ਕਹਿੰਦਾ ਜੀ ਕਮਾਈ ਨਹੀਂ ਹੁੰਦੀ, ਤੇ ਕਮਾਈ ਕਰਨ ਦੇ ਲਈ ਜਿਹੜਾ ਬਲੂ ਟਿਕ ਮਾਰਕ ਆ ਉਸਨੂੰ ਵੇਚਣ ਦੀ ਗੱਲ ਕੀਤੀ। ਕੁਛ ਮਹੀਨੇ ਪਹਿਲਾਂ ਉਹਨੇ ਸ਼ੁਰੂਆਤ ਕੀਤੀ, ਲੋਕਾਂ ਨੇ ਝੱਟ ਦੇਣੀ ਪੈਸੇ ਦੇ ਕੇ ਨਕਲੀ ਸੇਮ ਜਿਹੜੇ ਅਸਲੀ ਬੰਦੇ ਸੀ ਉਹਨਾਂ ਦੀ ਨਕਲ ਕਰਨੀ ਸ਼ੁਰੂ ਕਰ ਦਿੱਤੀ ਟਿਕ ਮਾਰਕ ਦੇ ਕਰਕੇ। ਕਈ ਕੰਪਨੀਆਂ ਨੂੰ ਬੜਾ ਨੁਕਸਾਨ ਵੀ ਇਸ ਦੇ ਵਿੱਚ ਝੱਲਣਾ ਪਿਆ। ਹੁਣ ਮੁੜ ਕੇ ਦੁਬਾਰਾ ਇਹਨੇ ਟਵਿੱਟਰ ਬਲੂ ਜਿਹੜਾ ਉਹ ਸ਼ੇਅਰ ਕੀਤਾ, ਦੁਬਾਰਾ ਚਲਾਇਆ, ਲੋਕਾਂ ਦਾ ਹਾਲ ਬੇਹਾਲ ਹੋ ਗਿਆ। 28 ਕੁ ਜਾਣੇ ਕਹਿੰਦੇ ਨਵੇਂ ਜਿਹੜੇ ਕੁੱਲ ਨੈਟ 28 ਗੇਨ ਜਿਹੜਾ ਇਸ ਦੇ ਵਿੱਚ ਹੋਇਆ। ਇਵੈਂਚੁਅਲੀ ਹੁਣ ਇਹ ਆਈ ਥਿੰਕ ਡਿਸਾਈਡ ਕਰ ਰਿਹਾ ਵੀ ਭਾਈ ਅਸੀਂ ਆਪਣੇ ਕੋਲੋਂ ਹੀ ਜਿਹੜਾ ਉਹ ਦੇ ਰਹੇ ਆ, ਪਰ ਨਾਲ ਦੇ ਨਾਲ ਇਹ ਵੀ ਆ ਵੀ ਕਹਿੰਦੇ ਵੀ ਮਰੇ ਹੋਏ ਬੰਦਿਆਂ ਨੂੰ ਵੀ ਇਹਨਾਂ ਨੇ ਟਵਿੱਟਰ ਬਲੂ ਦੇ ਦਿੱਤਾ। ਕਹਿੰਦੇ ਵੀ ਕੌਣ ਪੈਸੇ ਭਰਦਾ ਇਹਨਾਂ ਦਾ। ਇਹ ਕਾਫੀ ਟਵਿੱਟਰ ਬਲੂ ਨੇ ਕਾਫੀ ਰੌਲਾ ਰੱਪਾ ਪਾਇਆ ਇਸ ਵਾਰ। ਸੋ ਤੁਹਾਡੀ ਗੱਲ ਠੀਕ ਆ। ਇਲਨ ਮਸਕ ਨੇ ਥੋੜਾ ਸਮਾਂ ਪਹਿਲਾਂ ਕਿਹਾ ਸੀ ਕਿ ਮੈਂ ਦੁਨੀਆ ਦੇ ਸਭ ਤੋਂ ਵੱਡੀ ਨਾਨ ਪ੍ਰੋਫਿਟ ਰਨ ਕਰਦਾ, ਜਦੋਂ ਇਹਨੇ $44 ਬਿਲੀਅਨ ਦੇ ਕੇ ਜਿਹੜੀ ਇਹਨਾਂ ਲਈ। ਸੋ ਐਜ਼ ਅ ਬਿਜ਼ਨਸਮੈਨ ਜਦੋਂ ਤੁਸੀਂ ਇੱਕ ਵੱਡੇ ਬਿਜ਼ਨਸ ਨੂੰ ਰਨ ਕਰਦੇ ਹੋ, ਆਫ ਕੋਰਸ ਤੁਹਾਨੂੰ ਰੈਵਨਿਊ ਵੀ ਚਾਹੀਦਾ ਕਿਸੇ ਨਾ ਕਿਸੇ ਤਰੀਕੇ। ਪਰ ਇੱਕ ਚੀਜ਼ ਇਹਦੇ ਵਿੱਚ ਰਾਜ ਕਰਨੀ ਸੋਚਣ ਵਾਲੀ ਆ ਕਿ ਟਵਿੱਟਰ ਨੇ ਕਾਫੀ ਜ਼ਿਆਦਾ ਲੇ ਆਫ ਵੀ ਕੀਤੇ ਹੈ ਨਾ, ਜੋ ਓਰੀਜਨਲ ਪਲਾਨ ਹੈਗੇ ਸੀ। ਸੋ ਜਦੋਂ ਇਦਾਂ ਦੇ ਹੈਜ਼ਰਡ ਫੈਸਲੇ ਹੁੰਦੇ ਆ ਕਿ ਤੁਸੀਂ ਬਲੂ ਟਿਕ ਦੇ ਦਿਓ, ਬਲੂ ਟਿਕ ਲੈ ਲਓ, ਹੈ ਨਾ, ਸੋ ਉਹਨੂੰ ਵੈਰੀਫਿਕੇਸ਼ਨ ਕਰਨ ਦੇ ਲਈ ਸ਼ਾਇਦ ਜੋ ਦੇਖਣ ਨੂੰ ਲੱਗਦਾ ਕਿ ਟਵਿੱਟਰ ਕੋਈ ਇੰਨਾ ਸਟਾਫ ਨਹੀਂ ਆ, ਤਾਂ ਕਰਕੇ ਜਿਹੜੀ ਇਹਦੀ ਇਨਫੋਰਮੇਸ਼ਨ ਆ ਜਾਂ ਇਹਦੀ ਜਿਹੜੀ ਇੰਪਲੀਮੈਂਟੇਸ਼ਨ ਆ ਇਹ ਸਮੂਥ ਨਹੀਂ ਹੋ ਰਹੀ ਕਿਸੇ ਨਾ ਕਿਸੇ ਤਰੀਕੇ। ਸੋ ਇਹਦੇ ਨਾਲ ਟਵਿੱਟਰ ਦੀ ਸਾਖ ਨੂੰ ਇੱਕ ਧੱਕਾ ਤਾਂ ਲੱਗਾ ਹੀ ਆ, ਪਰ ਲੋਕਾਂ ਦੀ ਕਿਉਂਕਿ ਡਿਪੈਂਡੈਂਸ ਖਾਸ ਤੌਰ 'ਤੇ ਸੈਲੀਬ੍ਰਿਟੀ, ਬਿਜ਼ਨਸਿਸ ਤੇ ਪੋਲੀਟੀਸ਼ੀਅਨ ਦੀ ਇਹਦੇ ਉੱਤੇ ਕਾਫੀ ਟੇਕ ਆ। ਟਵਿੱਟਰ ਦੇ ਉੱਤੇ ਇੱਕ ਮੇਨ ਸਟ੍ਰੀਮ ਹੋ ਚੁੱਕਾ, ਉਹ ਤੋਂ ਬਿਨਾਂ ਸਰਦਾ ਵੀ ਨਹੀਂ ਆ। ਸੋ ਇਹਦੀ ਤਾਜ਼ਾ ਐਗਜ਼ਾਮਪਲ ਅਸੀਂ ਅਮਿਤਾਭ ਬੱਚਨ ਦੀ ਲੈ ਲੈਂਦੇ ਹਾਂ। ਹਾਂਜੀ, ਉਹਦਾ ਬਲੂ ਟਿਕ ਜਿਹੜਾ ਉਹ ਵਾਪਸ ਲੈ ਲਿਆ ਗਿਆ ਤੇ ਉਹਨੇ ਪੋਸਟ ਪਾਈ ਜਿਹੜੀ ਕਿ ਮੈਨੂੰ ਪਰਸਨਲੀ ਬੜੀ ਫਨੀ ਲੱਗੀ। ਹਾਸੇ ਹੋਈ ਨਹੀਂ ਜੀ ਪੋਸਟ ਪਾਈ ਸੀ ਕਿ ਮੇਰਾ ਟਿਕ ਜਿਹੜਾ ਉਹ ਮੈਨੂੰ ਵਾਪਸ ਕਰ ਦਿਓ, ਹੈ ਨਾ, ਤੇ ਤੁਸੀਂ ਤਾਂ ਮੇਰੇ ਕੋਲ ਪੈਸੇ ਵੀ ਲੈ ਲਏ ਆ। ਉਹਦੇ ਜਿਹੜਾ ਲਿਖਿਆ ਸੀ ਐਜ਼ ਇਟ ਇਜ਼ ਸੁਣਾਇਓ ਫਿਰ ਕੀ ਕਹਿੰਦਾ। ਚਲੋ ਛੱਡੋ ਉਸ ਗੱਲ ਨੂੰ, ਪਰ ਸਰੋਤੇ ਆਪ ਵੀ ਜਾ ਕੇ ਦੇਖ ਸਕਦੇ ਆ। ਸੋ ਕਹਿਣ ਦਾ ਮਤਲਬ ਇਹ ਆ ਕਿ ਡਿਪੈਂਡੈਂਸੀ ਕਿੰਨੀ ਜ਼ਿਆਦਾ ਟਵਿੱਟਰ ਦੇ ਉੱਤੇ ਲੋਕਾਂ ਦੀ ਹੋ ਗਈ ਆ, ਤੇ ਉਹਦੇ ਉੱਤੇ ਜਿਹੜਾ ਇਲਨ ਮਸਕ ਆ ਆਪਣੇ ਵੱਲੋਂ ਤਾਂ ਇੱਕ ਰੈਵਨਿਊ ਜਨਰੇਸ਼ਨ ਕਰਨ ਦਾ ਤਰੀਕਾ ਕਮਰਸ਼ੀਅਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ, ਪਰ ਸ਼ਾਇਦ ਉਹਦੀ ਇੰਪਲੀਮੈਂਟੇਸ਼ਨ ਐਗਜ਼ੀਕਿਊਸ਼ਨਿਟੀ ਦੋ ਵਾਰੀ ਕਾਈਂਡ ਆਫ ਵਿੱਚ ਵਿਚਾਲੇ ਜਿਹੜੀ ਹੋਈ ਆ। ਤੇ ਹੁਣ ਆਈ ਡੋਨਟ ਨੋ ਵੀ ਤੀਜੀ ਵਾਰੀ ਇਹਨੇ ਟਰਾਈ ਕਰਨੀ ਆ ਜਾਂ ਨਹੀਂ ਕਰਨੀ, ਜਾਂ ਇਦਾਂ ਹੀ ਜਿਹੜਾ ਉਹ ਰਹਿਣ ਦੇਣਾ, ਕਿਉਂਕਿ ਹੁਣ ਅਸਲੀ ਕੌਣ ਆ ਨਕਲੀ ਕੌਣ ਆ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਤੇ ਤਾਂ ਰੌਲਾ ਬਹੁਤਾ ਕਿਉਂਕਿ ਸਕੈਮ ਵੀ ਬਹੁਤ ਚੱਲਦੇ ਆ ਨਾ, ਬਹੁਤ ਜ਼ਿਆਦਾ ਬਣ ਕੇ ਜਿਹੜਾ ਤੁਹਾਡੇ ਨਾਂ ਨੂੰ ਤੁਹਾਡੀ ਕਾਪੀ ਹਰ ਇੱਕ ਤੁਹਾਡੀ ਆਈਡੀ ਨੂੰ ਕਾਪੀ ਕਰਕੇ ਇਦਾਂ ਜਿਹੜਾ ਆ ਉਹ ਐਜ਼ ਇਟ ਇਜ਼ ਬਣ ਕੇ ਪੇਸ਼ ਕਰਦੇ ਆ, ਪੈਸੇ ਮੰਗਣ ਲੱਗ ਜਾਂਦੇ, ਹੋਰ ਕਈ ਕੁਝ ਹੋ ਜਾਂਦਾ ਆ। ਲੋਕਾਂ ਦੀ ਪਛਾਣ ਜਿਹੜੀ ਆ ਉਹ ਅੱਜ ਕੱਲ ਉਸ ਟਿਕ ਮਾਰਕ ਦੇ ਨਾਲ ਆ, ਤੇ ਉਸੇ ਦੇ ਉੱਤੇ ਕੈਪੀਟਲਾਈਜ਼ ਕਰਨ ਦੀ ਉਹਦੀ ਕੋਸ਼ਿਸ਼ ਸੀਗੀ। ਉਹਨੂੰ ਲੱਗਦਾ ਸੀਗਾ ਵੀ ਮੈਂ ਪਲੇਇੰਗ ਫੀਲਡ ਲੈਵਲ ਕਰਨ ਲੱਗਾ ਆ, ਪਰ ਲੋਕਾਂ ਦੇ ਮਨਾਂ ਦੇ ਵਿੱਚ ਜ਼ਿਆਦਾ ਪੈਸੇ ਜਿਹੜੇ ਆ ਉਹ ਖਰਚਣ ਦੀ ਆਇਆ ਨਹੀਂ ਆ। ਸੌਫਟ ਪੇਵਾਲਸ ਹਮੇਸ਼ਾ ਹਰਵਿੰਦਰ ਦੇਖਿਆ ਕੰਪਨੀਆਂ ਨੂੰ ਲੈ ਪੈਂਦੀਆਂ, ਚਾਹੇ ਉਹ ਗੇਮਿੰਗ ਕੰਪਨੀਜ਼ ਦੇ ਵਿੱਚ ਨਾਲ ਜਿਹੜਾ ਉਹ ਰਿਹਾ ਹੋਵੇ, ਤੇ ਚਾਹੇ ਹੁਣ ਏਡੀ ਵੱਡੀ ਸੋਸ਼ਲ ਮੀਡੀਆ। ਜਿਹੜੀ ਚੀਜ਼ ਇੱਕ ਵਾਰੀ ਲੋਕਾਂ ਨੂੰ ਫ੍ਰੀ ਮਿਲਣੀ ਸ਼ੁਰੂ ਹੋ ਜਾਂਦੀ ਆ, ਜੇ ਤੁਸੀਂ ਉਸ ਦੇ ਵਿੱਚ ਬਾਅਦ ਚ ਇਵੈਂਚੁਅਲੀ ਜ਼ਿਆਦਾ ਮਨੀ ਉਸ ਤੋਂ ਲੈਣ ਦੀ ਕੋਸ਼ਿਸ਼ ਕਰਦੇ ਆ, ਤਾਂ ਯੂਜਲੀ ਬੈਕਫਾਇਰ ਜਿਹੜੀ ਆ ਉਹ ਕਰ ਜਾਂਦੀ ਇਸ ਚੀਜ਼ ਦੇ ਵਿੱਚ। ਅਗਲੀ ਆਪਾਂ ਹਰਵਿੰਦਰ ਗੱਲ ਕਰਦੇ ਹਾਂ ਕ੍ਰਿਪਟੋ ਨੂੰ ਲੈ ਕੇ। ਅੱਜ ਨਾ ਦੋ ਬੜੀਆਂ ਵਿਰੋਧਾਭਾਸ ਦੀਆਂ ਖਬਰਾਂ ਇਸ ਦੇ ਨਾਲ ਜਿਹੜੀਆਂ ਆਈਆਂ। ਇੱਕ ਤਾਂ ਖਬਰ ਇਸ ਦੇ ਵਿੱਚ ਇਹ ਆਈ ਵੀ ਜਿਹਦੇ ਵਿੱਚ ਇੱਕ ਕਾਫੀ ਚਿਰ ਤੋਂ ਬਿਟਕੋਇਨ ਨੂੰ ਕਾਫੀ ਪ੍ਰਮੋਟ ਕਰਨ ਵਾਲਾ ਚਮਾਥ ਪਲੀਹਪਤੀਆ ਜਿਹੜਾ ਆ ਕਾਫੀ ਤਗੜਾ ਟੈਕ ਇਨਵੈਸਟਰ ਆ, ਇੱਕ ਟਾਈਮ ਦੇ ਉੱਤੇ ਕਹਿੰਦਾ ਸੀਗਾ ਵੀ ਭਾਈ $2 ਲੱਖ ਤੱਕ ਇਸ ਦੀ ਕੀਮਤ ਬਿਟਕੋਇਨ ਦੀ ਜਿਹੜੀ ਉਹ ਚਲੇ ਜਾਣੀ ਆ। ਰਾਈਟ ਨਾਲ ਜਦੋਂ ਆਪਾਂ ਗੱਲ ਕਰਦੇ ਹਾਂ 30,000 ਦੇ ਇਰਦ ਗਿਰਦ ਚੱਲ ਰਹੀ ਆ। ਉਹਦਾ ਅੱਜ ਬਿਆਨ ਆਇਆ, ਕਹਿੰਦਾ ਵੀ ਕ੍ਰਿਪਟੋ ਤਾਂ ਅਮਰੀਕਾ 'ਚ ਡੈਡ ਹੋ ਗਿਆ, ਵੀ ਜਿੰਨੇ ਰੈਗੂਲੇਟਰਸ ਤੇ ਜਿੰਨਾ ਸਾਰਾ ਕੁਝ ਹੋ ਰਿਹਾ, ਜਿੱਦਾਂ ਸਿਕਿਉਰਿਟੀਜ਼ ਐਕਸਚੇਂਜ ਕਮਿਸ਼ਨ ਇਹਦੀ ਐਨਫੋਰਸਮੈਂਟ ਕਰਨ ਲੱਗੀ ਆ ਅਮਰੀਕਾ 'ਚ, ਕਹਿੰਦੇ ਵੀ ਇਸ ਦਾ ਕੋਈ ਬਹੁਤਾ ਹੈ ਨਹੀਂ, ਕੋਈ ਸਕੋਪ ਨਹੀਂ ਹੈਗਾ। ਤੇ ਦੂਜੇ ਪਾਸੇ ਇੱਕ ਖਬਰ ਆ ਰਹੀ ਸੀ, ਉਹ ਜਿਹੜੇ ਕ੍ਰਿਪਟੋ ਦੇ ਕਹਿ ਲਓ ਵੀ ਹੱਕ ਵਾਲੇ ਹੋਣਗੇ, ਉਹ ਕਹਿੰਦੇ ਵੀ 2024 ਦੇ ਵਿੱਚ $1 ਲੱਖ ਤਾਂ ਇਹਦਾ ਕਿਤੇ ਨਹੀਂ ਗਿਆ, ਤੇ $1 ਲੱਖ ਤੱਕ ਇਹਦੀ ਕੀਮਤ ਜਾਣੀ ਹੋ ਜਾਣੀ ਆ। ਸੋ ਇਹ ਕ੍ਰਿਪਟੋ ਨੂੰ ਵੀ ਇਸ ਟਾਈਮ ਨੈਵੀਗੇਟ ਕਰਨਾ ਕਾਫੀ ਔਖਾ ਹੋਇਆ ਪਿਆ ਹੈ। ਹਾਂਜੀ, ਦੂਸਰੀ ਜਿਹੜੀ ਤੁਸੀਂ ਇਨਫੋਰਮੇਸ਼ਨ ਦਿੱਤੀ ਵੀ $1 ਲੱਖ ਤੱਕ ਪਹੁੰਚ ਗਈ, ਉਹਦੇ ਵਿੱਚ ਸਟੈਂਡਰਡ ਚਾਰਟਰਡ ਦਾ ਨਾਮ
ਹੈਗਾ। ਹੂੰ, ਸੋ ਹੂੰ। ਇਹਦੀ ਆਪਾਂ ਥੋੜ੍ਹੀ ਜਿਹੀ ਬੈਕਗਰਾਊਂਡ ਦੇ ਵਿੱਚ ਜਾਈਏ ਹੈ ਨਾ, ਹੁਣ ਆਪਾਂ ਇੱਥੇ ਗੈਸ ਤਾਂ ਕਰ ਨਹੀਂ ਸਕਦੇ, ਤਾਂ ਰੱਬ ਹੀ ਜਾਣੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ, ਉਹਨੂੰ ਗੈਸ ਕਰਨਾ ਤਾਂ ਬਹੁਤ ਔਖਾ, ਜੀ। ਇੰਪੋਸੀਬਲ ਆ। ਪਰ ਇਹ ਮੈਂ ਦੱਸਦਾ ਕਿ ਇਹ ਜਿਹੜੀ ਇੱਦਾਂ ਦੀ ਗੱਲਬਾਤ ਕਰਦੇ ਦੀ ਕੰਟੈਕਸਟ ਕੀ ਹੈ, ਕਿਉਂ ਗੱਲ ਕਰਦੇ ਆਪਾਂ, ਉਹਦੀ ਡਿਟੇਲ ਦੇ ਵਿੱਚ ਜਾਂਦੇ ਹਾਂ। ਸੋ ਜਿਹੜੀ ਕ੍ਰਿਪਟੋ ਕਰੰਸੀ ਸੀ, ਇਹਨੂੰ ਐਜ਼ ਅ ਅਲਟਰਨੇਟ ਮੰਨਿਆ ਸੀ, ਐਜ਼ ਅ ਡੀਸੈਂਟਰਲਾਈਜ਼ ਕਰੰਸੀ ਵਜੋਂ ਮੰਨਿਆ ਗਿਆ ਸੀ ਕਿ ਜਿਹੜੇ ਡਾਲਰ ਕਰੰਸੀ ਆ ਜਾਂ ਹੋਰ ਕੋਈ ਦੇਸ਼ਾਂ ਦੀ ਕਰੰਸੀ, ਇਹਦੀ ਮੈਨੀਪੂਲੇਸ਼ਨ ਹੋ ਜਾਂਦੀ ਹੈ। ਹੂੰ, ਮੈਨੀਪੂਲੇਸ਼ਨ ਹੂੰ, ਇੱਦਾਂ ਹੁੰਦੀ, ਮੰਨ ਲਓ ਅਮਰੀਕਾ ਨੇ ਕਿੰਨੇ ਟ੍ਰਿਲੀਅਨ ਡਾਲਰ ਜਿਹੜੇ ਛਾਪੇ ਪੈਂਡੈਮਿਕ ਦੇ ਵਿੱਚ, ਹੈ ਨਾ। ਹੂੰ। ਸੋ ਕਰੰਸੀ ਸਪਲਾਈ ਉਹਨਾਂ ਵਧਾ ਦਿੱਤੀ। ਜਦ ਕਿ ਔਨ ਦੀ ਅਦਰ ਹੈਂਡ ਬਿਟਕੋਇਨ, ਜੇ ਮੈਂ ਗਲਤ ਨਾ ਹੋਵਾਂ ਤਾਂ ਤਕਰੀਬਨ 21 ਮਿਲੀਅਨ ਦੁਨੀਆ 'ਚ ਬਿਟਕੋਇਨ ਨਾ ਵੱਧ ਸਕਦਾ ਉਨੇ ਨਾ ਹੀ ਘੱਟ ਰਹਿਣੇ ਆ, ਨਾ ਉਨੇ ਵਧਣੇ ਆ, ਰਹਿਣ, ਨਾ ਘਟਣੇ ਹੈ ਆ। ਨਾ। ਪਰ ਕਿਉਂਕਿ ਜਿਹੜੀ ਰੈਗੂਲਰ ਕਰੰਸੀ ਹੈ ਅਮਰੀਕਨ ਡਾਲਰ ਆ, ਮਿਸਾਲ ਦੇ ਤੌਰ ਤੇ ਉਹਦੀ ਬੈਕਿੰਗ ਹੈਗੀ ਆ ਇੱਕ ਪ੍ਰੋਮਿਸ ਦੇ ਨਾਲ, ਵੀ ਹੂੰ, 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 ਹੂੰ। ਯੂਨਾਈਟਿਡ ਸਟੇਟ ਟ੍ਰੈਜਰੀ ਦਾ ਉਹਨੂੰ ਪ੍ਰੋਮਿਸ ਆ। ਜਦ ਕਿ ਬਿਟਕੋਇਨ ਜਿਹੜੇ ਟੋਟਲ ਸਪੈਕੂਲੇਸ਼ਨ ਆ ਇਸ ਹਿਸਾਬ ਦੇ ਨਾਲ, ਹੈ ਨਾ। ਸੋ ਦੇਖੋ ਦੋਨੋਂ ਚੀਜ਼ਾਂ, ਹੈ ਨਾ। ਜਦੋਂ ਡੀਸੈਂਟਰਲਾਈਜ਼ ਕਰੰਸੀ ਵਜੋਂ ਉਹਦਾ ਨਾਂ ਆਇਆ ਤੇ ਇਹ ਦੇਖਿਆ ਕਿ ਕ੍ਰਾਸ ਦਾ ਬਾਰਡਰ ਇਹਦੀ, ਹੈ ਨਾ, ਇਹਨੂੰ ਮੈਨੇਜ ਕਰਨਾ ਸੌਖਾ। ਸੋ ਤਾਂ ਕਰਕੇ ਲੋਕਾਂ ਨੇ ਇਹਦੇ ਵਿੱਚ ਆਪਣਾ ਫਿਊਚਰ ਦੇਖਿਆ, ਤਾਂ ਕਰਕੇ ਉਹਨਾਂ ਨੇ ਇਨਵੈਸਟ ਕੀਤੀ। ਜਿੰਨੇ ਲੋਕਾਂ ਦਾ ਇੰਟਰਸਟ ਜ਼ਿਆਦਾ ਹੋਊਗਾ, ਕਿਉਂਕਿ ਲਿਮਿਟਡ ਸਪਲਾਈ ਆ, ਉਨੀ ਬਿਟਕੋਇਨ ਦੀ ਕੀਮਤ ਵਧੇਗੀ। ਹੁਣ ਕੀ ਹੋ ਰਿਹਾ ਕਿ ਵੱਖ-ਵੱਖ ਦੇਸ਼ਾਂ ਨੇ ਦੇਖਿਆ ਕਿ ਇਹ ਜਿਹੜੀ ਆ ਡੀਸੈਂਟਰਲਾਈਜ਼ ਕਰੰਸੀ ਹੈ, ਸ਼ਾਇਦ ਸਾਡੀ ਐਕਚੁਅਲ ਕਰੰਸੀ ਨੂੰ ਥ੍ਰੈਟ ਦੇ ਤੌਰ ਤੇ ਦੇਖਣ ਲੱਗ ਪਈਆਂ। ਬਿਲਕੁਲ। ਜਾਂ ਅੱਜ ਕੱਲ੍ਹ ਦੇ ਵਿੱਚ ਸਮੇਂ ਦੇ ਵਿੱਚ ਇਹ ਵੀ ਵੇਖਿਆ ਕਿ ਜਿਹੜੇ ਹੈਕਰਸ ਹੁੰਦੇ ਆ, ਸਿਸਟਮ ਨੂੰ ਹੈਕ ਕਰ ਲੈਂਦੇ ਆ, ਉਹ ਡੀਸੈਂਟਰਲਾਈਜ਼ ਕਰੰਸੀ ਰਾਹੀਂ ਪੈਸੇ ਮੰਗਦੇ ਆ ਕਿ ਸਾਨੂੰ ਪੈਸੇ ਦਿਓ, ਬਿਟਕੋਇਨ ਰਾਹੀਂ ਜਾਂ ਹੋਰ ਇੱਦਾਂ ਦੇ ਕੋਇਨਸ ਦੇ ਰਾਹੀਂ। ਹੂੰ, ਹੂੰ। ਸੋ ਸਰਕਾਰਾਂ ਦੀ ਵੀ ਇਹ ਬਣ ਗਈ, ਮਜਬੂਰੀ ਬਣ ਗਈ ਕਿ ਉਹਨੂੰ ਆਪਾਂ ਕਿਸੇ ਤਰੀਕੇ ਦੇ ਨਾਲ ਥੋੜ੍ਹਾ ਬਹੁਤਾ ਰੈਗੂਲਰ, ਹੈ ਨਾ, ਵੀ ਆਪਾਂ ਇਹਨੂੰ ਚਲੋ ਰੋਕ ਤਾਂ ਨਹੀਂ ਸਕਦੇ, ਪਰ ਇਹਨੂੰ ਆਪਾਂ ਰੈਗੂਲਰ ਇਹਨੂੰ ਸਿਸਟਮ ਦੇ ਵਿੱਚ ਲੈ ਕੇ ਆਈਏ। ਤੇ ਜਦੋਂ ਉਹਨੂੰ ਸਿਸਟਮ ਦੇ ਵਿੱਚ ਲਿਆਉਣ ਦੀ ਗੱਲ ਕਰਦੇ, ਤੇ ਉਹਦੀ ਜਿਹੜੀ ਇੰਟੈਂਟ ਹੁੰਦੀ ਅਸਲ ਵਿੱਚ ਵੀ ਇਹ ਡੀਸੈਂਟਰਲਾਈਜ਼ ਕਰੰਸੀ ਆ, ਉਹ ਜਾਂਦੀ ਰਹਿੰਦੀ ਆ, ਹੈ ਨਾ। ਸੋ ਜਿੰਨੀ ਜ਼ਿਆਦਾ ਰੈਗੂਲੇਸ਼ਨ ਹੋਏਗੀ ਬਿਟਕੋਇਨ ਦੀ ਜਾਂ ਇੱਦਾਂ ਦੇ ਕ੍ਰਿਪਟੋ ਕਰੰਸੀ ਦੀ, ਉਨੀ ਜ਼ਿਆਦਾ ਉਹ ਆਪਣੇ ਜਿਹੜਾ ਓਰੀਜਨਲ ਮੋਟਿਵ ਉਹ ਤੋਂ ਦੂਰ ਜਾਏਗਾ। ਜਦੋਂ ਓਰੀਜਨਲ ਮੋਟਿਵ ਤੋਂ ਦੂਰ ਜਾਏਗਾ ਤੇ ਉਹ ਕੰਮ ਨਹੀਂ ਕਰ ਸਕੇਗਾ ਜਿਸ ਲਈ ਉਹਨੂੰ ਡਿਜ਼ਾਈਨ ਕੀਤਾ ਸੀ। ਸੋ ਮੈਂ ਇਹ ਸਾਰੀ ਗੱਲਬਾਤ ਦੱਸਣ ਦਾ ਮਤਲਬ ਇੱਥੇ ਇਹ ਬਣਿਆ ਰਾਜਕਰਨ, ਕਿ ਇਹ ਜਿਹੜੇ ਬਿਆਨ ਆਉਂਦੇ ਆ, ਇਹ ਇਸ ਸੰਦਰਭ ਵਿੱਚ, ਇਸ ਕੰਟੈਕਸਟ ਦੇ ਵਿੱਚ ਆਉਂਦੇ ਆ। ਸੋ ਆਪਣੀ ਜਗ੍ਹਾ ਤੋਂ ਬਿਲਕੁਲ ਸਹੀ ਰੱਖ ਕੇ ਬਿਆਨ ਕਰ ਰਹੇ ਹੁੰਦੇ ਆ ਮੋਸਟਲੀ। ਕੁਛ ਆਫ ਕੋਰਸ ਮੈਨੀਪੂਲੇਟਿਵ ਖਬਰਾਂ ਵੀ ਹੁੰਦੀਆਂ, ਪਰ ਜਦੋਂ ਇੱਦਾਂ ਦੇ ਕੋਈ ਬਿਆਨ ਆਉਂਦੇ ਆ ਤੇ ਉਹ ਇਸ ਸੰਦਰਭ ਦੇ ਵਿੱਚ ਆਉਂਦੇ ਆ, ਇਸ ਕੰਟੈਕਸਟ ਨੂੰ ਵਿੱਚ ਰੱਖ ਕੇ ਆਉਂਦੇ ਆ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਹਦੀ ਰਿਸੈਪਸ਼ਨ ਕੀ ਹੁੰਦੀ ਹੈ, ਜਾਂ ਲੋਕੀ ਉਸ ਬਿਆਨ ਨੂੰ ਕਿੱਦਾਂ ਲੈਂਦੇ ਆ ਜਾਂ ਕਿੱਦਾਂ ਨਹੀਂ ਲੈਂਦੇ, ਉਹ ਤੇ ਆਉਣ ਵਾਲੇ ਸਮੇਂ ਦੇ ਨੂੰ ਪਤਾ ਦੇ ਵਿੱਚ ਪਿਆ ਹੋਇਆ, ਹੈ ਨਾ। ਤੇ ਜੇ ਤੇ ਲੋਕਾਂ ਦੇ ਇਸ ਬਿਆਨ ਦੇ ਉੱਤੇ ਕੋਈ ਇੰਪੈਕਟ ਨਹੀਂ, ਤੇ ਉਹ ਬਿਟਕੋਇਨ ਬਾਈ ਕਰਨਾ ਚਾਹੁੰਦੇ ਆ, ਉਹਦੀ ਡਿਮਾਂਡ ਵੱਧਦੀ ਹੈ, ਤਾਂ ਆਫ ਕੋਰਸ ਉਹਦਾ ਪ੍ਰਾਈਸ ਜਾਏਗਾ। ਜੇ ਲੋਕਾਂ ਦੇ ਉੱਤੇ ਇਸ ਚੀਜ਼ ਦਾ ਇੰਪੈਕਟ ਹੁੰਦਾ ਵਾ ਤੇ ਲੋਕੀ ਨਹੀਂ ਬਾਈ ਕਰਨਗੇ, ਸੈਲ ਕਰਨਗੇ, ਤੇ ਉਹਦਾ ਪ੍ਰਾਈਸ ਘਟੇਗਾ। ਏਦਾਂ ਆਪਾਂ ਦੇਖਦੇ ਹਾਂ ਵੀ ਬਿਟਕੋਇਨ ਨੂੰ ਪ੍ਰਮੋਟ ਕਰਨ ਦੇ ਲਈ, ਉਹਦੀ ਵੈਲਿਊ ਵਧਾਉਣ ਘਟਾਉਣ ਦੇ ਲਈ, ਜਿੱਦਾਂ ਵੀ ਆ ਬਹੁਤ ਹੀਲੇ ਵਸੀਲੇ ਵਰਤਦੇ ਗਏ ਆ। ਜਿਹੜਾ ਡੌਗ ਕੋਇਨ ਜਾਂ ਡੌਜੀ ਕੋਇਨ, ਹਨਾ, ਵੀ ਉਹਨੂੰ ਉਹ ਈਲੋਨ ਮਸਕ ਬਹੁਤ ਉਹਦੇ ਫੇਵਰ ਦੇ ਵਿੱਚ ਰਿਹਾ। ਇੱਕ ਵਾਰੀ ਉਹਨੇ ਸੈਟਰਡੇ ਨਾਈਟ ਲਾਈਵ ਕੀਤਾ, ਉਸ ਦਿਨ ਉਹਨੇ ਉਹਦੀਆਂ ਗੱਲਾਂ ਕੀਤੀਆਂ ਤੇ ਉਹਦਾ ਸਮਾਨ ਨੂੰ ਛੂਹ ਗਿਆ, ਪਰ ਇਵੈਂਚੁਅਲੀ ਕ੍ਰੈਸ਼ ਜਿਹੜਾ ਉਹ ਫਿਰ ਜਿਹੜਾ ਉਹ ਕਰ ਗਿਆ। ਸੋ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ। ਮੈਨੀਪੂਲੇਸ਼ਨ ਬਹੁਤ ਇਸ ਦੇ ਵਿੱਚ ਆ। ਇਹਦੇ ਵਿੱਚੋਂ ਹੀ NFT ਨਿਕਲੀ ਸੀ, ਇਸ ਟਾਈਮ ਟੋਟਲੀ ਡੈਡ ਹੋ ਗਈ। NFT ਪਹਿਲੋਂ ਲੋਕ ਸੋਚਦੇ ਸੀ ਵੀ ਯਾਰ ਕਿਆ ਟੈਕਨੋਲੋਜੀ ਆ, ਹੁਣ ਫੋਟੋ ਵੀ ਕੋਈ ਕਿਸੇ ਦੀ ਕਾਪੀ ਨਹੀਂ ਕਰ ਸਕਦਾ, ਪਰ ਨੋਬਡੀ ਇਜ਼ ਪੇਇੰਗ ਮਨੀ ਫॉर ਇਟ। ਵੀ ਅੱਜ ਦੇ ਦਿਨ ਦੇ ਵਿੱਚ ਆਈ ਡੋਂਟ ਨੋ ਉਹਦਾ ਫਿਊਚਰ ਕੀ ਆ, ਕੀ ਦੁਬਾਰਾ ਰਿਵਾਈਵ ਹੋਊਗੀ, ਦੁਬਾਰਾ ਗੱਲ ਚੱਲ ਰਹੀ ਹੈ ਜਾਂ ਕਿੱਦਾਂ ਆ, ਪਰ ਹਾਲ ਦੀ ਘੜੀ NFT ਦਾ ਕੰਮ ਜਿਹੜਾ ਆ ਉਹ ਇਦਾਂ ਡੈਡ ਆ। ਸੋ ਕ੍ਰਿਪਟੋ ਜਾਂ ਸਟਾਕ ਜਾਂ ਕੋਈ ਵੀ ਇਨਵੈਸਟਮੈਂਟ ਵਾਲੀ ਗੱਲ ਹੁੰਦੀ ਹੈ ਹਰਵਿੰਦਰ, ਉਹ ਹਮੇਸ਼ਾ ਰਿਸਕ ਦੇ ਨਾਲ ਹੁੰਦੀ ਆ। ਅਸੀਂ ਤੁਹਾਨੂੰ ਕੋਈ ਵੀ ਇਸ ਦੇ ਵਿੱਚ ਸਲਾਹ ਨਹੀਂ ਦੇਵਾਂਗੇ ਵੀ ਤੁਸੀਂ ਇਹ 'ਚ ਇਨਵੈਸਟ ਕਰੋ ਜਾਂ ਨਾ ਕਰੋ ਜਾਂ ਕਿੱਦਾਂ ਆ। ਉਹ ਤੁਸੀਂ ਆਪਣੀ ਸਮਝ ਦੇ ਨਾਲ, ਆਪਣੀ ਇਨਫੋਰਮੇਸ਼ਨ ਦੇ ਨਾਲ ਉਹ ਚੀਜ਼ ਨੂੰ ਕਰੋ। ਪਰ ਵਿਰੋਧਾਭਾਸ ਵਾਲੇ ਇੱਦਾਂ ਦੇ ਬਿਆਨ, ਹਰ ਇੱਕ ਜਣਾ ਆਪਣੇ ਹਿਸਾਬ ਨੂੰ, ਆਪਣੀ ਗੱਡੀ ਉਹਨਾਂ ਦੀ ਅੱਗੇ ਲੰਘੇ, ਉਹਦੇ ਹਿਸਾਬ ਨਾਲ ਆਉਂਦੇ ਜਾਂਦੇ ਜਿਹੜੇ ਇਹ ਰਹਿਣੇ ਹੈਗੇ ਆ। ਜੀ, ਮੈਂ ਇਹਦੇ ਵਾਸਤੇ ਜੇ ਜਾਂਦੇ ਕਿ ਇਸ ਗੱਲ ਦੇ ਵਿੱਚ ਇੱਕ ਚੀਜ਼ ਹੋਰ ਐਡ ਕਰਨੀ, ਕਿ ਦੇਖੋ ਆਪਾਂ ਇਨਵੈਸਟਮੈਂਟਾਂ ਦੀ ਗੱਲ ਕਰਦੇ ਹਾਂ, ਕਾਫੀ ਤਰ੍ਹਾਂ ਦੀ ਇਨਵੈਸਟਮੈਂਟਾਂ ਹੁੰਦੀਆਂ ਨਾ, ਗੋਲਡ, ਸਿਲਵਰ, ਪ੍ਰੈਸ਼ੀਅਸ ਮੈਟਲ ਇਨਵੈਸਟਮੈਂਟ ਹੁੰਦੀ, ਆਰਟ ਦੀ ਇਨਵੈਸਟਮੈਂਟ ਹੁੰਦੀ ਆ, ਰੀਅਲ ਐਸਟੇਟ ਹੋ ਗਈ, ਉਹ ਤੋਂ ਇਲਾਵਾ ਆਪਣੇ ਸਟਾਕ ਮਾਰਕੀਟ ਹੋ ਗਈ, ਤੇ ਜਿਹੜੀ ਕ੍ਰਿਪਟੋ ਹੋ ਗਈ। ਕ੍ਰਿਪਟੋ ਜਿਹੜੀ ਆ, ਇਹ ਮੋਸਟ ਸਪੈਕੂਲੇਟਿਵ ਐਸੈਟ ਆ। ਬਾਕੀ ਸਾਰੀ ਚੀਜ਼ਾਂ ਫਿਜ਼ੀਕਲੀ ਐਗਜ਼ਿਸਟ ਕਰਦੀਆਂ ਨਾ। ਕੋਈ ਸਟਾਕ ਲੈਂਦੇ ਹੋ ਕਿਸੇ ਕੰਪਨੀ ਦੀ ਪਰਫਾਰਮੈਂਸ, ਉਹਦੇ ਪਿੱਛੇ ਕਰੰਸੀ ਲੈਂਦੇ ਹੋ, ਹੈ ਨਾ, ਗੋਲਡ ਸਿਲਵਰ ਜਿਹੜੇ ਆ, ਇਹਦੀ ਬੈਕਿੰਗ ਹੈ। ਸਪਲਾਈ ਤੇ ਆ ਕ੍ਰਿਪਟੋ ਦਾ। ਤੇ ਇਹ, ਪਰ ਜਿਹੜੀ ਕ੍ਰਿਪਟੋ ਆ,
ਕਿਉਂਕਿ ਫਿਰ ਵੀ ਮੈਟਲ ਲੈਂਦੇ ਹੋ ਤੁਸੀਂ, ਸੋਨਾ ਲੈਂਦੇ ਹੋ ਜਾਂ ਚਾਂਦੀ ਲੈਂਦੇ ਹੋ, ਤੁਸੀਂ ਉਹਨੂੰ ਟੱਚ ਕਰ ਸਕਦੇ ਹੋ। ਪਰ ਇਹ ਤਾਂ ਇਲੈਕਟ੍ਰੋਨਿਕ ਬੇਸਡ ਆ ਨਾ, ਸੋ ਇਹ ਮੋਸਟ ਸਪੈਕੂਲੇਟਿਵ ਆ ਐਸੈਟ ਆ। ਸੋ ਮੋਸਟ ਸਪੈਕੂਲੇਟਿਵ ਦਾ ਮਤਲਬ ਮੋਸਟ ਰਿਸਕੀ। ਸੋ ਆਪਣਾ ਤੁਸੀਂ ਵਿਚਾਰ ਕੇ ਕ੍ਰਿਪਟੋ ਦਾ ਇੱਕ এনवायरमेंटਲ ਐਸਪੈਕਟ ਵੀ ਆ, ਮੇਬੀ ਜਦੋਂ ਆਪਾਂ ਕ੍ਰਿਪਟੋ ਕੀ ਆ ਕਿੱਦਾਂ ਹੈ ਜੀ ਉਹਦੇ ਉੱਤੇ ਫਿਰ ਆਪਾਂ ਆਉਣ ਵਾਲੇ ਸਮੇਂ 'ਚ ਵੀ ਉਹਦੇ ਤੇ ਵੀ ਗੱਲਬਾਤ ਕਰਦੇ ਆ। ਜੀ ਅਗਲੀ ਆਪਾਂ ਹਰਵਿੰਦਰ ਗੱਲ ਕਰ ਦਈਏ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਤੁਸੀਂ ਕੰਮ ਕਰਦੇ ਆ, ਉੱਥੇ ਦੀਆਂ ਕੰਪਨੀਆਂ 'ਚ ਕੰਮ ਕਰ ਰਹੇ ਆ ਤੇ ਲੇ ਆਫ ਬੜੀਆਂ ਹੁੰਦੀਆਂ ਆ। ਸੋ ਟੈਕਨੋਲੋਜੀ ਦੀ ਜਿਹੜੀਆਂ ਕੰਪਨੀਆਂ ਆ ਇਸ ਟਾਈਮ ਲੇ ਆਫ ਦੀ ਮਾਰ ਤੋਂ ਇਸ ਵੇਵ 'ਚੋਂ ਬਹੁਤ ਚੱਲ ਰਹੀਆਂ। ਇਹ ਨਹੀਂ ਵੀ ਸਿੰਗਲ ਰਾਊਂਡ ਮਲਟੀਪਲ ਰਾਊਂਡ ਆਫ ਲੇ ਆਫਸ ਆ ਮਲਟੀਪਲ ਰਹੀਆਂ ਆ। ਲੇਆਫ ਚੱਲ ਰਿਹਾ, ਬਿਲਕੁਲ ਸਹੀ ਗੱਲ ਆ। ਸੋ ਆਪਾਂ ਇਸ ਸਾਲ ਦੀ ਗੱਲ ਕਰੀਏ ਰਾਜਕਰਨ, ਤੇ ਇਸ ਸਾਲ ਦੇ ਵਿੱਚ ਜਿਹੜੇ ਟੈਕ ਕਰੰਚ ਨੇ ਕੁਛ ਨੰਬਰ ਕਰੰਚ ਕੀਤੇ, ਨੰਬਰ ਲੈ ਕੇ ਆਂਦੇ ਕਿ ਸਿਰਫ ਇਸ ਸਾਲ ਦੇ ਵਿੱਚ ਹੀ ਜਨਵਰੀ ਦੇ ਵਿੱਚ ਤਕਰੀਬਨ 85,000 ਲੇ ਆਫ ਹੋਏ ਟੈਕ ਦੇ ਵਿੱਚ, ਫਰਵਰੀ ਵਿੱਚ 36,500 ਤੇ ਮਾਰਚ ਦੇ ਵਿੱਚ 37,000। ਠੀਕ ਹੈ। ਠੀਕ ਆ। ਤੇ ਅੱਜ ਦੇ ਦਿਨ ਦੇ ਉੱਤੇ ਅੱਜ ਦੇ ਦਿਨ ਦੀ ਅਸੀਂ ਗੱਲ ਕਰਦੇ ਹਾਂ, ਤੇ ਲਿਫਟ ਨੇ ਅਨਾਉਂਸ ਕੀਤਾ, ਲਿਫਟ ਕੰਪਨੀ ਆ, ਸਾਨੂੰ ਪਤਾ ਰਾਈਡ ਸ਼ੇਅਰਿੰਗ ਕੰਪਨੀ ਆ, ਤੇ ਉਹਨੇ ਲੇ ਆਫ ਅਨਾਉਂਸ ਕਰ ਦਿੱਤੇ ਆ। ਤੇ 27 ਅਪ੍ਰੈਲ ਨੂੰ ਜਿਹੜੇ ਲੇ ਆਫ ਹੋ ਰਹੇ ਉਹਨਾਂ ਨੂੰ ਇਨਫੋਰਮੇਸ਼ਨ ਮਿਲ ਜੂਗਾ। ਉਹਨੇ ਕਿਹਾ ਕਿ ਤਕਰੀਬਨ 30% ਇੱਕ ਤਿਹਾਈ ਜਿਹੜੀ ਵਰਕਫੋਰਸ ਆ ਉਹ ਇਫੈਕਟ ਹੋਏਗੀ। ਅਨਨੇਮਡ ਰਿਸੋਰਸਿਸ ਜਿਹੜੇ ਵਾਲ ਸਟਰੀਟ ਜਰਨਲ ਨੇ ਰਿਪੋਰਟ ਕੀਤੇ ਆ। ਇਸ ਤੋਂ ਇਲਾਵਾ ਆਪਾਂ ਵੇਖਿਆ ਕਿ ਸੋਸ਼ਲ ਮੀਡੀਆ ਜਾਇੰਟਸ ਜਿਹੜਾ ਮੈਟਾ ਹੈਗਾ, ਫੇਸਬੁੱਕ ਵਾਲੇ, ਇੰਸਟਾਗ੍ਰਾਮ ਵਾਲੇ, ਉਹਨਾਂ ਪਿੱਛੇ ਜੇ ਨਵੰਬਰ ਦੇ ਵਿੱਚ 11,000 ਲੇ ਆਫ ਕੀਤੇ ਸੀ, ਤੇ ਉਹਨਾਂ 18 ਅਪ੍ਰੈਲ ਨੂੰ ਕੀਤਾ ਕਿ 10,000 ਬੰਦੇ ਹੋਰ ਲੇ ਆਫ ਕਰ ਰਹੇ ਆ, ਹੈ ਨਾ। ਸੋ ਇਸੇ ਤਰ੍ਹਾਂ ਰੀਅਲ ਅਸਟੇਟ ਦੀ ਕੰਪਨੀ ਰੈਡਫਿਨ ਹੋ ਗਈ, ਸਟਰੀਮਿੰਗ ਹੋ ਗਈ, ਨੈਟਫਲਿਕਸ, ਐਪਲ, ਵੱਡੇ ਜਿੰਨੇ ਨਾਮ ਆ ਉਹਨਾਂ ਸਾਰਿਆਂ ਨੇ ਲੇ ਆਫ ਕੀਤੇ, ਅਨਾਉਂਸ ਕੀਤੇ ਜਾਂ ਕਰ ਦਿੱਤੇ। ਕਾਰਾਂ ਬਣਾਉਣ ਵਾਲੇ ਜਾਂ ਹੋਰ ਟੈਕ ਕੰਪਨੀਆਂ, ਇਹਦੇ ਕਾਫੀ ਕਾਰਨ ਆ, ਹੈ ਨਾ। ਪ੍ਰਾਇਮਰੀਲੀ ਜਿਹੜੇ ਮਾਹਰ ਆ ਦੋ ਕਾਰਨ ਮੰਨਦੇ ਆ ਮੇਨ। ਇੱਕ ਤਾਂ ਇੱਕ ਵੀ ਓਵਰਆਲ ਬਿਜ਼ਨਸ ਸਲੋ ਹੋ ਰਿਹਾ ਹੈ ਨਾ, ਵਰਲਡ ਇਕੋਨਮੀ, ਦੁਨੀਆ ਭਰ ਦੀ ਇਕੋਨਮੀ ਜਿਹੜੀ ਹੈ ਸਲੋ ਹੋ ਰਹੀ ਆ। ਉਹਦਾ ਕਾਰਨ ਦੁਨੀਆ ਭਰ ਦੇ ਜਿਹੜੇ ਬੈਂਕ ਆ, ਵੱਡੇ ਬੈਂਕ, ਉਹਨਾਂ ਇੰਟਰਸਟ ਰੇਟ ਵਧਾ ਦਿੱਤਾ। ਇੰਟਰਸਟ ਰੇਟ ਵਧਾਉਣ ਕਰਕੇ ਜਿਹੜੀ ਫ੍ਰੀ ਮਨੀ ਹੁੰਦੀ ਉਹ ਘੱਟ ਜਾਂਦੀ ਆ। ਪੈਸਾ ਲੈਣਾ, ਬਾਰੋ ਕਰਨਾ ਔਖਾ ਹੁੰਦਾ। ਜਦੋਂ ਪੈਸਾ ਬਾਰੋ ਕਰਨਾ ਔਖਾ ਤੇ ਬਿਜ਼ਨਸ ਕਰਨਾ ਔਖਾ, ਰੈਵਨਿਊ ਘੱਟ ਜਾਂਦਾ। ਇੱਕ ਉਹ ਸਲੋ ਡਾਊਨ ਆ। ਦੂਸਰਾ ਕਾਰਨ ਇਹ ਮੰਨਿਆ ਜਾ ਰਿਹਾ ਕਿ ਟੈਕ ਦੇ ਵਿੱਚ ਖਾਸ ਤੌਰ ਦੇ ਉੱਤੇ ਕਿ ਜਦੋਂ ਵਰਕ ਫਰੋਮ ਹੋਮ ਕੋਵਿਡ ਦਾ ਜਦੋਂ ਸਿਲਸਿਲਾ ਚੱਲਿਆ, ਤੇ ਬਹੁਤ ਜ਼ਿਆਦਾ ਕੰਪਨੀਆਂ ਨੇ ਓਵਰ ਹਾਇਰ ਕਰ ਦਿੱਤਾ, ਬਹੁਤ ਜ਼ਿਆਦਾ ਹਾਇਰਿੰਗ ਕੀਤੀ, ਹੈ ਨਾ। ਉਹ ਜਦੋਂ ਉਨੀ ਹਾਇਰਿੰਗ ਕੀਤੀ ਤੇ ਉਹਨਾਂ ਨੂੰ ਸਪੈਕੂਲੇਟਿਵ ਬਿਜ਼ਨਸ ਸੀ ਵੀ ਜਿੱਦਾਂ ਹੁਣ ਕੋਵਿਡ ਦੇ ਦੌਰਾਨ ਸਾਰੇ ਲੋਕ ਘਰੇ ਬਹਿ ਗਏ, ਘਰਾਂ ਦੇ ਵਿੱਚ ਸੋਸ਼ਲ ਮੀਡੀਆ ਦੀ ਵਰਤੋਂ ਵੱਧ ਗਈ, ਕੰਜ਼ਿਊਮਰ ਇਲੈਕਟ੍ਰੋਨਿਕਸ ਦੀ ਵਰਤੋਂ ਵੱਧ ਗਈ, ਇੱਦਾਂ ਦੀ ਚੀਜ਼ਾਂ, ਹੈ ਨਾ। ਡੇਟਾ ਆਨਲਾਈਨ ਜ਼ਿਆਦਾ ਜਾਣ ਲੱਗ ਪਿਆ। ਸੋ ਉਹਦੇ ਅਕੋਰਡਿੰਗਲੀ ਉਹਨਾਂ ਆਪਣੇ ਮਾਡਲ ਜਿਹੜੇ ਸੈੱਟ ਕਰ ਲਏ, ਵੀ ਪ੍ਰੈਡਿਕਟ ਕੀਤਾ ਫਿਊਚਰ ਵੀ ਇਸੇ ਗ੍ਰਾਫ ਦੇ ਅਕੋਰਡਿੰਗ ਹੀ ਜਿਹੜਾ ਗਰੋਥ ਹੋਣੀ ਆ। ਪਰ ਕਿਉਂਕਿ ਇੱਕੋ ਦਮ ਬੈਂਕਾਂ ਨੇ ਇੰਟਰਸਟ ਰੇਟ ਚੱਕ ਦਿੱਤੇ, ਬਿਜ਼ਨਸ ਥੋੜਾ ਸਲੋ ਹੋ ਗਿਆ, ਤੇ ਉਹਦੇ ਕਰਕੇ ਜਿਹੜੀ ਓਵਰ ਹਾਇਰਿੰਗ ਹੋਈ ਸੀ, ਉਹਦੇ ਕਰਕੇ ਜਿਹੜੇ ਲੇ ਆਫ ਆ ਹੁਣ ਕਾਫੀ ਹੋ ਰਹੇ ਆ। ਤੇ ਇਹ ਲੇ ਆਫ ਇਕੱਲੇ ਵੱਡੀਆਂ ਕੰਪਨੀਆਂ ਤੋਂ ਨਹੀਂ, ਸਟਾਰਟਅਪ ਤੱਕ ਵੀ ਇਹ ਪਹੁੰਚ ਚੁੱਕੇ ਆ ਲੇ ਆਫ। ਪਰ ਅੱਜ ਦੇ ਸਮੇਂ ਦੇ ਵਿੱਚ ਵੀ ਦੇਖਿਆ ਜਾਵੇ ਜਿਹੜੇ ਅਨਇੰਪਲੋਇਮੈਂਟ ਦੇ ਨੰਬਰ ਆ ਉਹ ਘੱਟ ਆ। ਸੋ ਜਿਹੜੇ ਲੇ ਆਫ ਹੁੰਦੇ ਆ, ਆਫਕੋਰਸ ਹੁਣ ਹੈ ਨਾ, ਇੱਕ ਪੇ ਚੈੱਕ ਦੇ ਉੱਤੇ ਜਾਂ ਦੋ ਪੇ ਚੈੱਕ ਦੇ ਉੱਤੇ ਘਰ ਦੀ ਸਾਰੀ ਇਨਕਮ ਚੱਲਦੀ ਹੁੰਦੀ ਆ। ਖਾਸ ਤੌਰ ਤੇ ਅਸੀਂ ਬੇ ਏਰੀਆ ਵਿੱਚ ਰਹਿੰਦੇ ਆ, ਮਹਿੰਗੇ ਘਰ ਆ। ਸੋ ਡਿਸਰਪਟ ਤਾਂ ਲਾਈਫ ਹੁੰਦੀ ਆ ਇਹ ਸਾਰੀ ਚੀਜ਼ ਨੂੰ ਲੈ ਕੇ, ਪਰ ਅਨਫੋਰਚੂਨੇਟ ਸਿਚੁਏਸ਼ਨ ਆ। ਪਰ ਟੈਕ ਦੇ ਵਿੱਚ ਇਹ ਜਿਹੜੇ ਸਾਈਕਲ ਹੈ ਆਉਂਦੇ ਚੱਲਦੇ ਰਹਿੰਦੇ ਆ, ਆਉਂਦੇ ਜਾਂਦੇ ਜਿਹੜੇ ਉਹ ਰਹਿੰਦੇ ਆ। ਬਹੁਤ ਸਾਰੇ ਜਿਹੜੇ H1 ਵਾਲੇ ਆ ਉਹਨਾਂ ਨੂੰ ਕੱਲਾ ਇਕਨੋਮਿਕ ਨਹੀਂ, ਇਮੀਗ੍ਰੇਸ਼ਨ ਸਟੇਟਸ ਪੱਖ ਤੋਂ ਵੀ ਜਿਹੜਾ ਉਹ ਵਿਚਾਰੇ ਦੇਖਦੇ ਨੇ ਵੀ ਅੱਗੇ ਕੀ ਇਸ ਦੇ ਵਿੱਚ ਬਣ ਰਿਹਾ। ਜੀ ਉਹ ਕਾਫੀ ਜ਼ਿਆਦਾ ਉਹਨਾਂ ਦੇ ਲਈ ਔਖਾ ਹੋ ਜਾਂਦਾ, ਕਿਉਂਕਿ H1 ਦੇ ਉੱਤੇ ਜੇ ਤੁਸੀਂ ਤੁਹਾਡੇ ਕੋਲ 60 ਦਿਨ ਹੁੰਦੇ ਆ ਨਵੀਂ ਜੌਬ ਲੱਭਣ ਦੇ ਵਾਸਤੇ, ਤੇ ਕੁਛ ਰਿਲੀਫ ਤਾਂ ਦਿੱਤੀ ਆ ਜਿਹੜੇ ਜਿਨ੍ਹਾਂ ਦਾ I-140 ਜਿਹੜੇ ਵੀਜ਼ੇ ਵਾਲੇ ਲੋਕ ਹੋਣਗੇ ਉਹਨਾਂ ਨੂੰ ਪਤਾ ਹੋਊਗਾ ਕਿ ਇੱਕ ਸਟੇਟ ਹੁੰਦੀ ਆ ਜਿਹਦੇ ਉੱਤੇ ਤੁਸੀਂ ਗ੍ਰੀਨ ਕਾਰਡ ਹੁੰਦਾ। ਇੱਕ ਸਟੇਟ ਨੂੰ ਜਦੋਂ ਤੁਸੀਂ ਪਾਰ ਕਰ ਲੈਂਦੇ ਉਹਦੀ ਥੋੜੀ ਐਕਸਟੈਂਸ਼ਨ ਮਿਲਦੀ ਆ, ਪਰ ਫਿਰ ਵੀ ਇੱਕ ਇਮੀਗ੍ਰੇਸ਼ਨ ਦੀ ਤਲਵਾਰ ਜਿਹੜੀ H1 ਦੇ ਉੱਤੇ ਹਮੇਸ਼ਾ ਹੀ ਲਟਕਦੀ ਰਹਿੰਦੀ ਆ। ਡਰਾਈਵਰਲੈਸ ਕਾਰਾਂ ਦੀ ਆਪਾਂ ਗੱਲ ਕਰਦੇ ਆ, ਆਪਾਂ ਹੁਣ ਦੇਖ ਰਹੇ ਆ ਕਹਿੰਦੇ ਵੀ ਸੈਨ ਫਰਾਂਸਿਸਕੋ ਵਿੱਚ ਜਿਹੜੀਆਂ ਡਰਾਈਵਰਲੈਸ ਕਾਰ/ਟੈਕਸੀਜ਼ ਖਾਸ ਕਰਕੇ ਆ, ਇਹ ਤਕਰੀਬਨ ਆਈਆਂ ਹੀ ਆ। ਸੋ ਇਹ ਟੈਕਨੋਲੋਜੀ ਵੀ ਹੁਣ ਤੇਜ਼ੀ ਦੇ ਨਾਲ ਅੱਗੇ ਜਿਹੜੀ ਉਹ ਵੱਧ ਰਹੀ ਹੈਗੀ। ਹਾਂਜੀ, ਫਿਰ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਜਦੋਂ ਗੱਲ ਕਰਦੇ ਹਾਂ, ਉਹਦੇ ਵਿੱਚ ਡਰਾਈਵਰਲੈਸ ਕਾਰਾਂ ਦਾ ਤਕਰੀਬਨ ਇੱਕ ਦਹਾਕਾ ਹੀ ਹੋ ਚੱਲਿਆ ਹੁਣ, ਕਹਿ ਲਓ ਇਹ ਮੇਨ ਸਟ੍ਰੀਮ ਹੀ ਆ। ਭਾਵੇਂ ਕਿ ਜਿੱਦਾਂ ਹੁਣ ਟੈਸਲਾ ਦੀ ਗੱਲ ਕਰ, ਟੈਸਲਾ ਵਿੱਚ ਵੀ ਆਟੋ ਪਾਇਲਟ ਫੀਚਰ ਹੈਗਾ, ਪਰ ਫਿਊਚਰ ਇਹ ਆ ਕਿ ਜਿਹੜਾ ਲਿਫਟ
ਤੇ ਜਿਹੜੀ ਰਾਈਡ Uber। ਸ਼ੇਅਰਿੰਗ ਹੋਰ ਕੰਪਨੀਆਂ Uber ਆ ਜਾਂ ਹੋਰ ਵੀ ਰਾਈਡ ਸ਼ੇਅਰਿੰਗ ਕੰਪਨੀਆਂ ਏਸ਼ੀਆ ਦੀਆਂ ਹੈਗੀਆਂ, ਹੈ ਨਾ? ਗ੍ਰੈਬ ਹੋ ਗਈ ਜਾਂ ਹੋਰ ਉੱਧਰ ਜਿਹੜੀਆਂ ਚੱਲਦੀਆਂ, ਇਹਨਾਂ ਨੇ ਕਾਫੀ ਜ਼ਿਆਦਾ ਇਨਵੈਸਟਮੈਂਟ ਕੀਤੀ ਡਰਾਈਵਰਲੈਸ ਦੇ ਉੱਤੇ, ਕਾਰਨ ਕਿਉਂਕਿ ਜੇ ਕਾਰ ਆ ਬਾਈ ਇਟਸੈਲਫ, ਹੈ ਨਾ, ਉਹਦਾ ਵਨ ਟਾਈਮ ਐਕਸਪੈਂਸ ਆ। ਦੇਖੋ ਬਿਜ਼ਨਸ ਲਾਉਣ ਦੇ 2 ਤਰ੍ਹਾਂ ਦੇ ਐਕਸਪੈਂਸ ਹੁੰਦੇ ਆ ਨਾ। ਇੱਕ ਐਕਸਪੈਂਸ ਹੁੰਦਾ ਜਿਹਨੂੰ ਕਹਿੰਦੇ ਕੈਪਐਕਸ, ਕੈਪੀਟਲ ਐਕਸਪੈਂਸ, ਜਿਹੜਾ ਵਨ ਟਾਈਮ ਇਨਵੈਸਟਮੈਂਟ ਹੁੰਦੀ ਆ। ਦੂਸਰਾ ਹੁੰਦਾ ਓਪੈਕਸ, ਆਪਰੇਟਿੰਗ ਐਕਸਪੈਂਸ, ਹੈ ਨਾ। ਸੋ ਜਿਹੜਾ ਤੇ ਕੈਪਐਕਸ ਆ ਉਹ ਤੇ ਚਲੋ ਇੱਕ ਵਾਰੀ ਬੰਦਾ ਇਨਵੈਸਟ ਕਰ ਲੈਂਦਾ ਜਾਂ ਬਿਜ਼ਨਸ ਇਨਵੈਸਟ ਕਰ ਲੈਂਦਾ, ਹੈ ਨਾ। ਪਰ ਸਭ ਤੋਂ ਵੱਧ ਜਿਹੜਾ ਖਰਚਾ ਹੁੰਦਾ ਵਾ ਜਾਂ ਲਾਇਬਿਲਿਟੀ ਹੁੰਦੀ ਆ, ਉਹ ਹੁੰਦੀ ਆ ਆਪਰੇਟਿੰਗ ਐਕਸਪੈਂਸ ਦੀ, ਜਿਹਦੇ ਵਿੱਚ ਡਰਾਈਵਰ ਆ ਗਏ, ਜਿਹਦੇ ਵਿੱਚ ਤੁਹਾਡੀ ਫਿਊਲਿੰਗ ਆ ਗਈ, ਹੈ ਨਾ, ਕਾਰ ਦੀ ਮੇਨਟੇਨੈਂਸ ਆ ਗਈ। ਸੋ ਇਸ ਚੀਜ਼ ਨੂੰ ਘਟਾਉਣ ਦੇ ਲਈ ਬੜੇ ਚਿਰ ਤੋਂ ਟੈਕਨੋਲੋਜੀ ਕੰਪਨੀਆਂ ਲੱਗੀਆਂ ਹੋਈਆਂ ਸੀ। ਸੋ ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਟੈਕ ਕੰਪਨੀਆਂ ਦੇ ਵਿੱਚ ਕਾਰਾਂ ਆਈਆਂ ਜਿਹੜੀਆਂ ਇਲੈਕਟ੍ਰੋਨਿਕਸ ਦੇ ਨਾਲ ਚੱਲਦੀਆਂ, ਉਹਦੇ 'ਚ ਕੰਬਸ਼ਨ ਇੰਜਨ ਨਹੀਂ ਹੈਗਾ, ਸੋ ਉਹਦੀ ਜਿਹੜੀ ਰਿਪੇਅਰ ਆ ਉਹ ਤਾਂ ਬਹੁਤ ਘੱਟ ਗਈ, ਆਪਰੇਟਿੰਗ ਐਕਸਪੈਂਸ ਤਾਂ ਬਹੁਤ ਘੱਟ ਗਿਆ, ਹੈ ਨਾ, ਕਿਉਂਕਿ ਕੰਬਸ਼ਨ ਇੰਜਨ ਹੈ ਨਹੀਂ, ਤੁਸੀਂ ਫਿਊਲਿੰਗ ਨਹੀਂ ਕਰਨੀ, ਉਹਦੀ ਰਿਪੇਅਰ ਨਹੀਂ ਕਰਨੀ, ਉਹਦਾ ਤੇਲ ਨਹੀਂ ਬਦਲਣਾ, ਉਹ ਤੋਂ ਘੱਟ। ਦੂਸਰਾ ਜਿਹੜਾ ਆਪਰੇਟਿੰਗ ਐਕਸਪੈਂਸ ਦਾ ਖਰਚਾ ਕੀ ਹੋਇਆ, ਡਰਾਈਵਰ ਦਾ। ਹੁਣ ਜੇ ਡਰਾਈਵਰ ਵੀ ਨਿਕਲ ਜਾਏ, ਜਿਹੜਾ ਕਿ ਕਾਫੀ ਅਸੀਂ ਦੇਖ ਰਹੇ ਹਾਂ, ਤੁਸੀਂ ਸੈਨ ਫਰਾਂਸਿਸਕੋ ਦਿਨ ਕਾਰ ਦੇਖੀ ਆ, ਜਾਂ ਹੋਰ ਵੀ ਕੈਨੇਡਾ ਵਿੱਚ ਵੀ ਕਾਫੀ ਇਹ ਕਨਸੈਪਟ ਪਪੂਲਰ ਹੋ ਰਿਹਾ, ਪਰ ਚਲੋ ਅਜੇ ਰੋਡਸ ਤੇ ਨਹੀਂ ਆਈਆਂ, ਪਰ ਆਲਮੋਸਟ ਔਨ ਦਾ ਵਰਜ ਹੀ ਆ, ਡਿਪੈਂਡ ਕਰਦਾ ਉਹਨੂੰ ਕਦੋਂ ਅਪਰੂਵਲ ਮਿਲਦੀ ਆ। ਸੋ ਉਹਦੇ ਨਾਲ ਜਿਹੜੀਆਂ ਇਹ ਕੰਪਨੀਆਂ, ਇਹਨਾਂ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੋਏਗਾ, ਕਿਉਂਕਿ ਇੱਕ ਵਾਰੀ ਉਹਨਾਂ ਇਲੈਕਟ੍ਰੋਨਿਕ ਕਾਰਾਂ ਲੈ ਲਈਆਂ, ਠੀਕ ਆ, ਤੇ ਇਲੈਕਟ੍ਰੋਨਿਕ ਕਾਰਾਂ ਲੈ ਕੇ ਤੇ ਬਸ ਉਹਨਾਂ ਬਾਅਦ ਤੋਂ ਬਾਅਦ ਹੀ ਪਾਉਣਾ ਹੈ ਬਾਅਦ ਦੇ ਵਿੱਚ। ਹਾਂਜੀ, ਬਸ ਇਹੀ ਟੈਕਨੋਲੋਜੀ ਆ ਰਹੀ ਹੈ। ਦੇਖੋ ਆਪਾਂ ਬਹੁਤ ਵਾਰੀ ਨਾ ਭੱਜ ਜਾਂਦੇ ਆ ਵੀ ਇਦਾਂ ਆ। Uber Lyft ਨੇ ਚੰਗੀ ਭਲੀ ਚੱਲ ਰਹੀ ਜਿਹੜੀ ਟੈਕਸੀ ਇੰਡਸਟਰੀ, ਉਹਨੂੰ ਡਿਸਰਪਟ ਕੀਤਾ ਜੀ, ਫੇਲ ਹੀ ਕਰਾਤਾ। ਮਿਡਲੀਅਨ ਜਿਹੜੀਆਂ ਮਿਲੀਅਨ ਡਾਲਰ ਤੋਂ ਉੱਤੇ ਵਾਲੇ ਉਹ ਹਜ਼ਾਰਾਂ ਲੱਖਾਂ ਦੀ ਜਿਹੜੀ ਕੀਮਤਾਂ ਦੇ ਵਿੱਚ ਜਿਹੜੇ ਉਹ ਰਹਿ ਗਏ, ਜਿਹੜਾ ਉਹ ਕ੍ਰੈਸ਼ ਹੋਇਆ। ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਲਿਫਟ ਤੇ Uber ਨੇ ਤੇ DoorDash ਨੇ ਤੇ ਹੋਰ ਕਿੰਨਿਆਂ ਨੇ ਇੱਕ ਪ੍ਰੋਪੋਜੀਸ਼ਨ ਪਾਸ ਕਰਾਈ, ਜਿਸ ਦੇ ਵਿੱਚ ਉਹਨਾਂ ਨੂੰ ਐਜ਼ ਏ ਇੰਪਲੋਈ ਨਹੀਂ ਉਹਨਾਂ ਨੂੰ ਮੰਨਣਾ ਪੈਣਾ, ਉਹਨਾਂ ਦਾ ਕੰਮ ਲਾਇਬਿਲਿਟੀ ਘਟ ਜਾਂਦੀ ਹੈ, ਲਾਇਬਿਲਿਟੀ। ਸੋ ਦੇ ਆਰ ਥਿੰਕਿੰਗ ਲੌਂਗ ਟਰਮ ਅਹੈਡ। ਜਦੋਂ ਕੱਢਣਾ ਵੀ ਹੋਇਆ, ਕੱਢਣਾ ਵੀ ਸੌਖਾ ਜੀ, ਚਲੋ ਜੀ ਇਹ ਤਾਂ ਪਹਿਲਾਂ ਹੀ ਆਪਣੇ ਇੰਪਲੋਈ ਨਹੀਂ ਆ, ਜਿੱਦਾਂ ਮਰਜ਼ੀ ਕੱਢੋ, ਨੋ ਕੋਈ ਸੈਵਰੈਂਸ ਦੀ ਕੋਈ ਲੋੜ ਨਹੀਂ, ਕੋਈ ਕੁਛ ਨਹੀਂ। ਇਵੈਂਚੁਅਲੀ ਜਦੋਂ ਇੱਦਾਂ ਦੀਆਂ ਚੀਜ਼ਾਂ ਤੇਜ਼ੀ ਦੇ ਨਾਲ ਹੋਰ ਆਉਣਗੀਆਂ ਤਾਂ ਉਹ ਮਾਰਕੀਟ ਨੂੰ ਕੈਪਚਰ ਕਰਨਾ ਉਹਦੇ ਲਈ ਬਹੁਤ ਸੌਖਾ ਹੋਊਗਾ। ਬਹੁਤ ਪ੍ਰੋਜ਼ ਐਂਡ ਕੌਨਸ ਇਸ ਆਟੋਨੋਮਸ ਟੈਕਨੋਲੋਜੀ ਦੇ ਹਨ, ਉਹਦੇ ਬਾਰੇ ਵੀ ਆਉਣ ਵਾਲੇ ਸਮੇਂ 'ਚ ਆਪਾਂ ਗੱਲ ਕਰਾਂਗੇ। ਅੱਜ ਆਪਣਾ ਸਮਾਂ ਹੁਣ ਇੱਥੇ ਹਰਵਿੰਦਰ ਸਮਾਪਤ ਹੈ, ਮਿਲੀਏ ਫਿਰ ਆਪਾਂ ਅਗਲੀ ਵਾਰ। ਧੰਨਵਾਦ, ਥੈਂਕ ਯੂ ਜੀ। ਬਿਲਕੁਲ, ਧੰਨਵਾਦ ਪੰਜਾਬੀ ਰੇਡੀਓ USA ਦੇ ਸਾਰੇ ਹੀ ਸਰੋਤਿਆਂ ਦਾ ਸੁਣਨ ਦੇ ਲਈ। ਤੇ ਸਰੋਤੇ, ਇੱਕ ਚੀਜ਼ ਬਹੁਤ ਜ਼ਰੂਰੀ ਆ ਕਿ ਤੁਹਾਡੀ ਫੀਡਬੈਕ ਬਹੁਤ ਇੰਪੋਰਟੈਂਟ ਆ, ਹੈ ਨਾ। ਤੁਹਾਨੂੰ ਕੋਈ ਟੈਕ ਦਾ ਇੱਦਾਂ ਦਾ ਜਿਹੜਾ ਤੁਹਾਨੂੰ ਇੰਟਰਸਟ ਲੱਗਦਾ ਕਿਸੇ ਟੌਪਿਕ ਦਾ, ਉਹ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਅਸੀਂ ਉਹਦੇ ਉੱਤੇ ਉਹਦੀ ਪ੍ਰੀਪੇਅਰ ਕਰਕੇ ਉਹਦੇ ਉੱਤੇ ਅਸੀਂ ਗੱਲਬਾਤ ਕਰ ਸਕਦੇ ਹਾਂ, ਤੁਸੀਂ ਉਹਦੀ ਜਾਣਕਾਰੀ ਲੈ ਸਕਦੇ ਹੋ। ਅਸੀਂ ਉਹਦੇ ਲਈ ਪ੍ਰੀਪੇਅਰ ਕਰਾਂਗੇ। info@punjabiradio.usa.com ਦੇ ਉੱਤੇ ਤੁਸੀਂ ਈਮੇਲ ਕਰ ਸਕਦੇ ਹੋ, ਜਾਂ 408-272-5200 ਦੇ ਉੱਤੇ ਵੀ ਤੁਸੀਂ ਕਾਲ ਕਰਕੇ ਇਨਫੋਰਮੇਸ਼ਨ ਦੇ ਸਕਦੇ ਹੋ, ਜਾਂ ਉੱਦਾਂ ਵੀ ਇਹ ਸ਼ੋਅ ਕਿੱਦਾਂ ਲੱਗਾ, ਇਹਨੂੰ ਆਪਾਂ ਕਿੱਦਾਂ ਇੰਪਰੂਵ ਕਰ ਸਕਦੇ ਹਾਂ, ਉਹਦੇ ਬਾਰੇ ਵੀ ਤੁਸੀਂ ਸਾਨੂੰ ਫੀਡਬੈਕ ਦੇ ਸਕਦੇ ਹੋ। ਸੋ ਉਹਦੀ ਉਡੀਕ ਰਹੇਗੀ। ਇਜਾਜ਼ਤ ਜੀ।